ਰਾਮ ਸਰੂਪ ਅਣਖੀ ਦਾ ਨਾਵਲ 12 ਤਾਲੀ ਦਾ 7ਵਾਂ ਅੰਗ ਕੀਚਰ ਅਮਲੀ। ਪਤਾ ਨਹੀਂ ਕਿਉਂ ਤੇ ਕਿਵੇਂ 47 ਤੋਂ ਪਹਿਲਾਂ ਦੂਜੀ ਵੱਡੀ ਸੰਸਾਰ ਜੰਗ ਦੇ ਦਿਨਾਂ 'ਚ ਬਾਣੀਆਂ ਦਾ ਇੱਕ ਟੱਬਰ ਬੀਕਾਨੇਰ ਤੋਂ ਆ ਕੇ ਇੱਥੇ ਧਰਮਗੜ੍ਹ ਵਸ ਗਿਆ ਸੀ। ਉਹ ਤੀਵੀਂ ਆਦਮੀ ਸਨ ਤੇ ਉਹਨਾਂ ਦੇ 2-3 ਛੋਟੇ-ਛੋਟੇ ਬੱਚੇ। ਇੱਥੇ ਆ ਕੇ ਇੱਕ ਨਿੱਕੀ ਜਿਹੀ ਦੁਕਾਨ ਪਾਈ ਸੀ ਤੇ ਪਿੰਡ ਦੇ ਉਦਾਰ ਚਿੱਤ ਲੋਕਾਂ 'ਚ ਆਪਣਾ ਜੂਨ ਗੁਜ਼ਾਰਾ ਕਰਨ ਲੱਗੇ। ਬੰਦਾ ਬਰਨਾਲਿਓਂ ਜਾਂ ਤਪਿਓਂ ਥੋੜਾ ਘਣਾ ਸੌਦਾ ਲੈ ਆਉਂਦਾ ਤੇ ਉਹ ਬਹੁਤ ਥੋੜਾ ਨਫਾ ਕੱਢ ਕੇ ਇਹ ਸੌਦਾ ਵੇਚ ਲੈਂਦੇ ਸੀ। ਹੌਲੀ ਹੌਲੀ ਉਹਨਾਂ ਦੀ ਪਰਚੋਂ ਵਧਣ ਲੱਗੀ। ਔਰਤ ਵੀ ਦੁਕਾਨ ਤੇ ਬੈਠਦੀ ਸੀ। ਇਹ ਦੁਕਾਨ ਬਾਜ਼ਾਰ 'ਚ ਸੀ। ਇੰਨੇ ਨੂੰ 47 ਵਾਪਰ ਗਿਆ। ਪਿੰਡ ਦੇ ਸਾਰੇ ਮੁਸਲਮਾਨ ਜਾਂ ਤਾਂ ਇੱਧਰ ਹੀ ਮਾਰੇ ਗਏ ਜਾਂ ਕੁਝ ਡਿੱਗਦੇ ਪੈਂਦੇ ਪਾਕਿਸਤਾਨ ਜਾ ਵੜੇ। ਬਾਜ਼ਾਰ 'ਚ ਇੱਕ ਜੁਲੈਆਂ ਦਾ ਘਰ ਖਾਲੀ ਹੋ ਗਿਆ ਤਾਂ ਸੂਰਜੀਏ ਨੇ ਆਪਣੇ ਘਰ ਦਾ ਲਕਾ ਤੁਕਾ ਉਸ ਮਕਾਨ 'ਚ ਜਾ ਧਰਿਆ। ਸੂਰਜੀਏ ਦਾ ਸੁਭਾਅ ਨਰਮ ਸੀ। ਐਵੇਂ ਹਰ ਇੱਕ ਮੂਹਰੇ ਹੱਥ ਬੰਨ੍ਹਦਾ ਰਹਿੰਦਾ। ਪਰਦੇਸੀਆਂ ਮਹਾਰਾਜ ਜੀ ਉਹਦੀ ਗੱਲਬਾਤ 'ਚ ਇਹ ਇੱਕ ਫਿਕਰਾ ਜ਼ਰੂਰ ਸ਼ਾਮਲ ਹੁੰਦਾ। ਪਿੰਡ ਦੇ ਲੋਕਾਂ ਨੇ ਉਸ ਅਗਵਾੜ ਦੇ ਨੰਬਰਦਾਰ ਨੇ ਉਹਨੂੰ ਉਸੇ ਮਕਾਨ 'ਚ ਦੜੇ ਬੈਠੇ ਰਹਿਣ ਲਈ ਆਖ ਦਿੱਤਾ ਸੀ। ਦੁਕਾਨ ਛੋਟੀ ਸੀ, ਉਹਨੇ ਛੱਡਤੀ ਤੇ ਜੁਲੈਆਂ ਵਾਲੇ ਮਕਾਨ 'ਚ ਹੀ ਨਵੀਂ ਦੁਕਾਨ ਸ਼ੁਰੂ ਕਰ ਲਈ। ਇਸ ਮਕਾਨ ਦੇ ਪਿਛਲੇ ਹਿੱਸੇ 'ਚ 2 ਛੋਟੇ ਕਮਰੇ ਸੀ। ਕਮਰਿਆਂ ਅੱਗੇ ਛੋਟਾ ਵਰਾਂਡਾ ਵੀ ਸੀ। ਵਿਚਕਾਰ ਵਿਹੜਾ ਸੀ। ਵਿਹੜੇ ਦੇ ਇੱਕ ਪਾਸੇ ਲੰਮੇ ਲੋਟ ਖਾਸਾ ਚੌੜਾ ਇੱਕ ਵਰਾਂਡਾ ਛੱਤਿਆ ਹੋਇਆ ਸੀ। ਇਸ ਵਰਾਂਡੇ 'ਚ ਜੁਲੈਆਂ ਦੀ ਤਾਣੀ ਲੱਗੀ ਹੁੰਦੀ। ਗਲੀ ਦੇ ਬਾਹਰ ਉੱਤੇ ਇੱਕ ਛੋਟੀ ਬੈਠਕ ਸੀ। ਇਸ ਬੈਠਕ 'ਚ ਹੁਣ ਸੂਰਜੀਏ ਦਾ ਹੀ ਹੱਟ ਸੀ। ਸੂਰਜੀਏ ਨੂੰ ਤਾਂ ਮੌਜਾਂ ਹੋ ਗਈਆਂ। ਹੱਥ ਵੀ ਬੰਨੀ ਜਾਂਦਾ। ਪਰਦੇਸੀਆਂ ਮਹਾਰਾਜ ਲੋਕਾਂ ਨੂੰ ਲੁੱਟੀ ਵੀ ਜਾਂਦਾ। ਬੁੜੀਆਂ ਕੁੜੀਆਂ ਜਵਾਕ ਘਰੋਂ ਦਾਣਿਆਂ ਦੀ ਝੋਲੀ ਭਰ ਕੇ ਲਿਆਉਂਦੇ, ਮਤਲਬ ਦੀਆਂ ਚੀਜ਼ਾਂ ਲੈ ਜਾਂਦੇ। ਦਾਣਿਆਂ ਦੀ ਤੋਲ ਤੁਲਾਈ, ਉਹਨਾਂ ਦਾ ਭਾਅ ਤੇ ਚੀਜ਼ਾਂ ਦੇ ਮੁੱਲ ਦਾ ਪਿੰਡ ਦੇ ਗਵਾਰ ਲੋਕਾਂ ਨੂੰ ਕੋਈ ਖਾਸ ਭੇਤ ਨਹੀਂ ਸੀ। ਸੂਰਜੀਏ ਦਾ ਕਾਰੋਬਾਰ ਵਧ ਰਿਹਾ ਸੀ। ਉਹਦੇ ਬੱਚੇ ਪਲ ਰਹੇ ਸੀ ਤੇ ਵੱਡੇ ਹੁੰਦੇ ਜਾਂਦੇ। ਵੱਡੇ ਮੁੰਡੇ ਦਾ ਨਾਂ ਤਰਲੋਕ ਸੀ, ਤਰਲੋਕ ਚੰਦ। ਛੋਟੇ ਦਾ ਨਾਂ ਬਿਸ਼ੰਬਰ ਦਾਸ। ਕੁੜੀ ਪਾਰਵਤੀ ਦੋਵਾਂ ਮੁੰਡਿਆਂ ਤੋਂ ਛੋਟੀ ਸੀ। ਮੁੰਡੇ ਜਦੋਂ ਵੱਡੇ ਹੋ ਗਏ ਤੇ ਜਦੋਂ ਸੂਰਜੀਏ 'ਚ ਪਹੁੰਚ ਬਣੀ ਤਾਂ ਉਹਨਾਂ ਨੂੰ ਸਕੂਲ ਭੇਜਣ ਲੱਗਿਆ। ਇੱਕ ਤਾਂ ਰਾਜਸਥਾਨੀਆਂ ਦੇ ਕੱਦ ਕਾਠ ਵੱਡੇ ਸੀ, ਦੂਜੇ ਉਹਨਾਂ ਦੀ ਉਮਰ 8-8, 9-9 ਸਾਲ ਦੀ ਹੋ ਚੁੱਕੀ ਸੀ। ਜੱਟਾਂ ਦੇ ਮੁੰਡਿਆਂ 'ਚੋਂ ਹੜਬੋਕ ਜਿਹੇ ਲੱਗਦੇ। ਪੜ੍ਹਨ 'ਚ ਹੁਸ਼ਿਆਰ ਨਿਕਲੇ ਤੇ 4-4 ਜਮਾਤਾਂ ਪਾਸ ਕਰਕੇ ਸੂਰਜੀਏ ਨਾਲ ਦੁਕਾਨ 'ਤੇ ਹੀ ਬੈਠਣ ਲੱਗੇ। ਪਾਰਵਤੀ ਪੜ੍ਹਨ ਨਹੀਂ ਲਾਈ ਸੀ। ਉਹ ਤਾਂ ਜਦੋਂ 16-17 ਸਾਲ ਦੀ ਹੋਈ, ਸੂਰਜੀਏ ਨੇ ਉਹਨੂੰ ਬੀਕਾਨੇਰ ਵਾਲੀ ਕਿਧਰੇ ਵਿਆਹ ਦਿੱਤਾ ਸੀ। ਬਾਜ਼ਾਰ 'ਚ ਜਿੱਥੇ ਦੇਸੀ ਸ਼ਰਾਬ ਦਾ ਠੇਕਾ ਸੀ, ਉਹਦੇ ਨਾਲ ਹੀ ਦੂਜੇ ਛੋਟੇ ਕਮਰੇ 'ਚ ਫੀਮ ਦਾ ਠੇਕਾ ਸੀ। ਫੀਮ ਦਾ ਠੇਕੇਦਾਰ ਤਪਾ ਮੰਡੀ ਤੋਂ ਸੀ। ਆਪ ਤਾਂ ਉਹ ਕਦੇ-ਕਦੇ ਧਰਮਗੜ੍ਹ ਆਉਂਦਾ। ਫੀਮ ਵੇਚਣ ਦਾ ਕੰਮ ਉਹਦਾ ਇੱਕ ਰਿਸ਼ਤੇਦਾਰ ਮੁੰਡਾ ਕਰਦਾ ਸੀ। ਉਹ 2 ਜਣੇ ਸੀ। ਦੂਜਾ ਬੰਦਾ ਨੌਕਰ ਸੀ। ਉਹ ਰਾਤ ਨੂੰ ਵੀ ਠੇਕੇ 'ਚ ਹੀ ਸੌਂ ਜਾਂਦੇ। ਗਰਮੀ ਦੇ ਦਿਨਾਂ 'ਚ ਕਮਰੇ ਉੱਤੇ ਪੈਣ ਲਈ ਕੋਠਾ ਸੀ। ਗੱਲੇ ਨੂੰ ਜਿੰਦਾ ਲਾਉਂਦੇ ਤੇ ਫੀਮ ਵਾਲੀ ਲੋਹੇ ਦੀ ਟਰਾਂਕੀ ਕੋਠੇ ਤੇ ਲੈ ਜਾਂਦੇ। ਗੱਲਾ ਭਰਤ ਦੇ ਲੋਹੇ ਦਾ ਬਣਿਆ ਹੋਇਆ 2-2.5 ਮਣ ਭਾਰੀ ਸੀ। ਕੱਲਾ ਤੋਂ ਕੱਲਾ ਚੋਰ ਉਹਨੂੰ ਚੁੱਕ ਨਹੀਂ ਸਕਦਾ ਸੀ। ਫਿਰ ਉਹ ਕਮਰੇ ਦੇ ਅੰਦਰਲੇ ਕੁੰਡੇ ਨੂੰ ਜੰਦਾ ਲਾ ਕੇ ਉੱਤੇ ਜਾਂਦੇ ਸੀ। ਰਾਤ ਨੂੰ ਬਿੜਕ ਰੱਖਦੇ। ਠੇਕੇਦਾਰ ਦਾ ਭਾਣਜਾ ਸੋਹਣ 2-3 ਵਾਰੀ ਉੱਠ ਕੇ ਪਤਾ ਸੁਤਾ ਲੈਂਦਾ। ਫੀਮ ਦੇ ਠੇਕੇ 'ਚ ਇੱਕ ਹੋਰ ਮੁੰਡੇ ਦੀ ਲੋੜ ਸੀ, ਜਿਹੜਾ ਥੋੜਾ ਘਣਾ ਪੜ੍ਹਿਆ ਲਿਖਿਆ ਵੀ ਹੋਵੇ। ਗੱਲ ਛਿੜੀ ਤਾਂ ਉਹਨਾਂ ਨੇ ਸੂਰਜੀਏ ਦਾ ਵੱਡਾ ਮੁੰਡਾ ਤਰਲੋਕ ਰੱਖ ਲਿਆ। ਉਹ 4 ਜਮਾਤਾਂ ਪਾਸ ਸੀ। ਹਿਸਾਬ ਕਿਤਾਬ 'ਚ ਪੂਰਾ ਹੁਸ਼ਿਆਰ ਤੇ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਲਿਖ ਲੈਂਦਾ ਸੀ। ਕੰਮ ਦਾ ਪੂਰਾ। ਥੋੜੇ ਦਿਨਾਂ 'ਚ ਹੀ ਉਹ ਸੋਹਣ ਨੂੰ ਚੰਗਾ ਲੱਗਣ ਲੱਗਿਆ। ਇਮਾਨਦਾਰ ਵੀ ਸੀ ਤੇ ਮਿਹਨਤੀ ਵੀ। ਤੜਕੇ ਆ ਕੇ ਆਥਣੇ ਹਨੇਰਾ ਹੋਣ ਤੱਕ ਠੇਕੇ ਤੋਂ ਬਾਹਰ ਕਿਧਰੇ ਨਹੀਂ ਜਾਂਦਾ ਸੀ। ਦੁਪਹਿਰੇ ਬਸ ਰੋਟੀ ਖਾਣ ਜਾਂਦਾ। ਰੋਟੀ ਖਾਣ ਗਿਆ, ਘਰ 'ਚ ਬਹੁਤਾ ਚਿਰ ਨਹੀਂ ਠਹਿਰਦਾ ਸੀ। ਗਿਆ ਤੇ ਬਸ ਆਇਆ। ਧਰਮਗੜ੍ਹ ਅਮਲੀਆਂ ਦਾ ਪਿੰਡ ਸੀ। ਬੰਦੇ ਤਾਂ ਬੰਦੇ, ਤੀਵੀਆਂ ਵੀ ਫੀਮ ਖਾਂਦੀਆਂ। ਛੋਟੇ ਬੱਚਿਆਂ ਨੂੰ ਫੀਮ ਖਾਣ ਗਿਝਾਇਆ ਹੋਇਆ ਸੀ। ਗੋਦੀ ਦੇ ਜਵਾਕ ਰੋਂਦੇ, ਕੋਈ ਰਿਹਾੜ ਕਰਦੇ, ਮਾਵਾਂ ਨੂੰ ਕੰਮ ਨਹੀਂ ਕਰਨ ਦਿੰਦੇ। ਔਰਤਾਂ ਉਹਨਾਂ ਦੇ ਮੂੰਹ 'ਚ ਬਾਜਰੇ ਦੇ ਦਾਣੇ ਜਿੰਨੀ ਪਾ ਕੇ ਦੁੱਧ ਪਿਆ ਦਿੰਦੀਆਂ। ਉਹ ਦੁੱਧ ਚੁੰਘਦੇ ਅੱਖਾਂ ਮੀਟ ਲੈਂਦੇ, ਸੌਂ ਜਾਂਦੇ। ਸਵੇਰ ਤੋਂ ਆਥਣ ਰਾਤ ਤੱਕ ਲੋਕ ਠੇਕੇ ਉੱਤੇ ਫੀਮ ਲੈਣ ਆਉਂਦੇ। ਠੇਕੇਦਾਰੀ ਦੇ ਢੰਗ ਤਰੀਕੇ ਤਰਲੋਕ ਦੇ ਸਾਹਮਣੇ ਵਾਪਰਦੇ। ਉਹ ਸਾਰੇ ਤਜਰਬਿਆਂ ਦਾ ਸਿਆਣੂ ਹੁੰਦਾ ਜਾ ਰਿਹਾ ਸੀ। ਏਦਾਂ ਹੀ ਠੇਕੇ ਦੀ ਨੌਕਰੀ ਕਰਦਿਆਂ ਨੂੰ 3 ਸਾਲ ਲੰਘ ਗਏ। ਛੋਟਾ ਮੁੰਡਾ ਬਿਸ਼ੰਬਰ ਸੂਰਜੀਏ ਨੇ ਉਸ ਫੀਮ ਦੇ ਠੇਕੇਦਾਰ ਗੰਡਾਮਲ ਦੇ ਕਹਿਣ ਤੇ ਤਪਾ ਮੰਡੀ ਉਹਨਾਂ ਦੀ ਦੁਕਾਨ ਤੇ ਹੀ ਤੋਰ ਦਿੱਤਾ ਸੀ। ਇਹ ਆੜਤ ਦੀ ਦੁਕਾਨ ਸੀ। ਪਿੰਡ ਵਿੱਚ ਸੂਰਜੀਏ ਦੀ ਉਹੀ ਛੋਟੀ ਦੁਕਾਨ ਸੀ, ਜਿਹਨੂੰ ਉਹ ਪਹਿਲਾਂ ਵਾਂਗ ਹੀ ਚਲਾਈ ਜਾਂਦਾ। ਦੋਵੇਂ ਮੁੰਡਿਆਂ ਦੀ ਕਮਾਈ ਨਾਲ ਹੁਣ ਉਹਨੂੰ ਖਾਸਾ ਸਹਾਰਾ ਸੀ। ਬਿਸ਼ੰਬਰ ਨਿੱਤ ਨਹੀਂ ਆਉਂਦਾ ਸੀ। ਤਪੇ ਦੁਕਾਨ ਤੇ ਹੀ ਰਹਿੰਦਾ।
ਰੋਟੀ ਟੁੱਕ ਉਹਨਾਂ ਦੇ ਸਿਰੋਂ ਸੀ। ਗੰਡਾ ਮੱਲ ਜੀ ਨੂੰ ਕਦੇ ਕਦੇ ਪਿੰਡਾਂ ਦੇ ਲੋਕ ਗੈਂਡਾ ਬਾਣੀਆਂ ਵੀ ਆਖਦੇ। ਉਹਦੇ ਕਈ ਪਿੰਡਾਂ 'ਚ ਫੀਮ ਦੇ ਠੇਕੇ ਸੀ। ਹਰ ਥਾਂ ਉਹਦੇ ਆਪਣੇ ਖਾਸ ਬੰਦੇ ਛੱਡੇ ਹੁੰਦੇ। ਉਹਦੇ ਕੋਲ ਇੱਕ ਪੁਰਾਣੀ ਫੌਜੀ ਜੀਪ ਸੀ ਜੋ ਕੱਚੇ ਰਾਹਾਂ 'ਚ ਵੀ ਬਿਨਾਂ ਰੋਕ ਟੋਕ ਉੱਡਦੀ ਤੁਰੀ ਜਾਂਦੀ। ਉਹ ਨਵਾਂ ਮਾਲ ਆਪ ਜੀਪ 'ਚ ਰੱਖ ਕੇ ਪਿੰਡਾਂ 'ਚ ਦੇ ਕੇ ਆਉਂਦਾ। ਉਹ ਇੱਕ ਤਰ੍ਹਾਂ ਦਾ ਗਾੜਾ ਗਾੜਾ ਤਰਲ ਪਦਾਰਥ ਹੁੰਦਾ ਸੀ ਜੋ ਰਾਜਸਥਾਨ 'ਚ ਪੋਸਤ ਦੇ ਡੋਡਿਆਂ ਤੋਂ ਪੱਛ ਲਾ ਕੇ ਤਿਆਰ ਕੀਤਾ ਜਾਂਦਾ ਸੀ। ਬੰਦ ਪੀਪੀਆਂ ਵਿੱਚ ਆਉਂਦਾ। ਇੱਧਰ ਪੰਜਾਬ ਦੇ ਠੇਕਿਆਂ 'ਚ ਲਿਆ ਕੇ ਉਹਨੂੰ ਅੱਗ ਉੱਤੇ ਪਕਾਇਆ ਜਾਂਦਾ। ਦੁੱਧ ਤੋਂ ਫੀਮ ਬਣਦਿਆਂ ਇਸ ਪਦਾਰਥ 'ਚ ਖਾਸੀਆਂ ਤਬਦੀਲੀਆਂ ਆਉਂਦੀਆਂ। ਇਹ ਸ਼ੁੱਧ ਪਦਾਰਥ ਨਹੀਂ ਰਹਿੰਦਾ ਸੀ। ਠੇਕੇਦਾਰ ਆਪਣਾ ਕਰਤੱਵ ਕਰਦੇ ਤੇ ਫੀਮ 'ਚ ਮਿਲਾਵਟ ਕਰ ਦਿੰਦੇ ਤਾਂ ਕਿ ਮਾਲ ਦੇ ਵੱਧ ਤੋਂ ਵੱਧ ਪੈਸੇ ਵੱਟੇ ਜਾ ਸਕਣ। ਤਰਲੋਕ ਦਾ ਕੰਮ ਤੇ ਇਮਾਨਦਾਰੀ ਨੂੰ ਦੇਖ ਕੇ ਗੰਡਾ ਮੱਲ ਨੇ ਧਰਮਗੜ੍ਹ ਦਾ ਠੇਕਾ ਉਸੇ ਨੂੰ ਸੰਭਾਲ ਦਿੱਤਾ ਤੇ ਸੌਣ ਨੂੰ ਹੋਰ ਥਾਂ ਭੇਜ ਦਿੱਤਾ ਜਿੱਥੇ ਉਹਨਾਂ ਦਾ ਪਹਿਲਾ ਬੰਦਾ ਕਿਸੇ ਕਾਰਨ ਠੇਕਾ ਛੱਡ ਕੇ ਭੱਜ ਗਿਆ ਸੀ। ਗੰਡਾ ਮੱਲ ਤਪੇ ਵਾਲੇ ਮੁੰਡੇ ਉੱਤੇ ਵੀ ਖੁਸ਼ ਸੀ। ਉਹ ਦਿਨਾਂ ਵਿੱਚ ਹੀ ਦੁਕਾਨ ਦਾ ਸਾਰਾ ਕਾਰੋਬਾਰ ਸਮਝ ਗਿਆ। ਹੁਣ ਉਹੀ ਸਾਂਭਦਾ ਸੀ ਸਭ ਕੰਮ ਨੂੰ। ਅਸਲ 'ਚ ਗੰਡਾ ਮੱਲ ਦਾ ਆਪਣਾ ਮੁੰਡਾ ਤਿੱਪਰ ਚੰਦ ਪੂਰਾ ਲੋਲਾ ਸੀ। ਉਹ ਤਿੱਖੀ ਬੁੱਧੀ ਦਾ ਮਾਲਕ ਨਹੀਂ ਸੀ। ਉਹਨੂੰ ਕੰਮ ਆਪ ਨਹੀਂ ਫੁਰਦਾ ਸੀ। ਦੱਸਣਾ ਸਮਝਾਉਣਾ ਪੈਂਦਾ। ਗੰਡਾ ਮੱਲ ਨੂੰ ਤਾਂ ਬਾਹਰ ਪਿੰਡਾਂ 'ਚ ਫੀਮ ਦੇ ਠੇਕਿਆਂ ਦਾ ਤੋਰਾ ਫੇਰਾ ਰਹਿੰਦਾ। ਹੋਰ 100 ਓਹਲੇ ਕਰਨੇ ਪੈਂਦੇ। ਜੇ ਪਿੱਛੋਂ ਬਿਸ਼ੰਬਰ ਨਾ ਹੋਵੇ ਤਾਂ ਤਿੱਪਰ ਇਕੱਲਾ ਆੜ ਦਾ ਕੰਮ ਸਾਂਭ ਨਹੀਂ ਸਕਦਾ ਸੀ। ਜ਼ਿਮੀਂਦਾਰਾਂ ਨੂੰ 100 ਝੂਠ ਤੂਫਾਨ ਬੋਲਣਾ ਹੁੰਦਾ। ਲਾਰੇ ਲਾਉਣੇ ਪੈਂਦੇ। ਥੋੜੇ ਦੇ ਕੇ ਸਚਾਉਣਾ ਪੈਂਦਾ। ਇਹ ਸਭ ਢੰਗ ਤਰੀਕੇ ਬਿਸ਼ੰਬਰ ਜਾਣਦਾ ਸੀ, ਤਿੱਪਰ ਨਹੀਂ। ਤਿੱਪਰ ਤਾਂ ਸੱਚ ਪੁੱਤਰ ਸੀ। ਉਹ ਝੂਠ ਬੋਲ ਹੀ ਨਹੀਂ ਸੀ ਸਕਦਾ। ਜਦ ਕਿ ਆੜਤ ਦੀ ਦੁਕਾਨ ਸਭ ਝੂਠ ਦਾ ਪਲੰਦਾ ਹੁੰਦੀ ਹੈ। ਜ਼ਿਮੀਂਦਾਰ ਨਾਲ ਝੂਠ, ਬੈਂਕਾਂ ਨਾਲ ਝੂਠ, ਸਾਥੀ ਆੜਤੀਆਂ ਸਾਹਮਣੇ ਕੋਰਾ ਝੂਠ ਤੇ ਦਮਗਜੇ। ਇੱਕ ਦਿਨ ਗੰਡਾ ਮੱਲ ਜੀਪ ਲੈ ਕੇ ਆਥਣੇ ਜੇ ਧਰਮਗੜ੍ਹ ਆਇਆ। ਠੇਕੇ ਦਾ ਹਿਸਾਬ ਕਿਤਾਬ ਤੇ ਬਚਿਆ ਮਾਲ ਦੇਖ ਕੇ ਸੂਰਜੀਏ ਦੀ ਦੁਕਾਨ ਤੇ ਚਲਾ ਗਿਆ। ਸੂਰਜੀਆ ਬਹੁਤ ਆਨੰਦ ਪ੍ਰਸੰਨ। ਉਹਨੂੰ ਸੁਝਦਾ ਨਹੀਂ ਸੀ ਕਿ ਸੇਠ ਨੂੰ ਕਿੱਥੇ ਬਿਠਾਵੇ। ਅਖੀਰ ਉਹਨੂੰ ਅੰਦਰ ਵਰਾਂਡੇ 'ਚ ਹੀ ਲੈ ਗਿਆ ਤੇ ਛੋਟੀ ਮੰਜੀ ਡਾਹਤੀ। ਮੂਹਰੇ ਲੱਕੜ ਦਾ ਸਟੂਲ ਰੱਖਤਾ। ਪਹਿਲਾਂ ਪਾਣੀ ਦਿੱਤਾ। ਫਿਰ ਸੂਰਜੀਏ ਦੀ ਘਰ ਵਾਲੀ ਚਾਹ ਦਾ ਇੰਤਜ਼ਾਮ ਕਰਨ ਲੱਗੀ। ਗੰਡਾ ਮੱਲ ਜਿਵੇਂ ਚਾਹ ਪੀਣੀ ਤੇ ਗੱਲਾਂ ਕਰਨੀਆਂ ਪਹਿਲਾਂ ਹੀ ਮਿੱਥ ਕੇ ਆਇਆ ਹੋਵੇ। ਮੰਜੀ ਉੱਤੇ ਬੈਠਾ ਇੱਧਰ ਉੱਧਰ ਦੀਆਂ ਗੱਲਾਂ ਕਰੀ ਗਿਆ। ਸੂਰਜੀਆ ਉਹਦੇ ਸਾਹਮਣੇ ਇੱਕ ਇੱਟ ਲੈ ਕੇ ਬੈਠ ਗਿਆ ਸੀ ਤੇ ਹੱਥ ਬੰਨ੍ਹ ਲਏ ਸਨ। ਗੰਡਾ ਮੱਲ ਜੋ ਵੀ ਗੱਲ ਕਰਦਾ ਉਹ ਸੱਤ ਬਚਨ ਆ ਕੇ ਹੁੰਗਾਰਾ ਭਰਦਾ। ਕਿਉਂ ਸੂਰਜਮਲ, ਤੇਰੀ ਦੁਕਾਨ ਕੰਨੀ ਨਿਗਾਹ ਮਾਰ ਲਈ ਮੈਂ। ਐਵੇਂ ਰਿਹਾੜ ਜੀ ਕਰੀ ਬੈਠਾ। ਮੈਨੂੰ ਕੁਛ ਪੱਲੇ ਪੈਂਦਾ ਤਾਂ ਲੱਗਦਾ ਨਹੀਂ। ਗੰਡਾ ਮੱਲ ਨੇ ਤਰੀਕੇ ਜਿਹੇ ਨਾਲ ਗੱਲ ਕੀਤੀ। ਹੋਰ ਮਹਾਰਾਜ ਲਾਲਾ ਜੀ ਕੀ ਕਰੀਏ, ਪਰਦੇਸੀ ਆ। ਢਿੱਡ ਦਾ ਭਰਨਾ ਹੋਇਆ। ਸੂਰਜੀਏ ਨੇ ਬੰਨੇ ਹੱਥ ਇੱਧਰ ਉੱਧਰ ਘੁਮਾਏ। ਮੈਂ ਤੈਨੂੰ ਸਲਾਹ ਦਿੰਦਾ, ਗਾਹਾਂ ਤੇਰੀ ਮਰਜ਼ੀ ਹੈ। ਦੱਸੋ ਮਾਪਿਓ, ਤੂੰ ਐਂ ਕਰ, ਤਪੇ ਚੱਲ, ਚੱਕ ਲੈ ਇੱਥੋਂ ਸਾਰਾ ਲਗਾ ਤੁਕਾ। ਉਹਨਾਂ ਤੋਂ ਸਮਾਰ ਕੇ ਕੰਮ ਨਹੀਂ ਚੱਲਦਾ। ਮੈਂ ਤਾਂ ਹੁਣ ਬਾਹਰ ਹੀ ਰਹਿਣਾ। ਤੈਨੂੰ ਗਿਆਨ ਹੈ ਸਾਰਾ। ਦੁਕਾਨ ਤੇ ਇੱਕ ਸਿਆਣਾ ਬੰਦਾ ਚਾਹੀਦਾ ਹੈ। ਉਹ ਤਾਂ ਦੋਵੇਂ ਮੁੰਡੇ ਨੇ, ਕੀ ਉਮਰ ਹੈ ਉਹਨਾਂ ਦੀ। ਠੀਕ ਹੈ ਮਹਾਰਾਜ, ਜਿਵੇਂ ਆਖਦੇ ਹੋ। ਮੈਂ ਤੈਨੂੰ ਤਨਖਾਹ ਦੇਊਂਗਾ। ਜਿੰਨੇ ਤੂੰ ਇੱਥੇ ਦੁਕਾਨ 'ਚੋਂ ਕੱਢਦਾ ਉਨੀ ਨੇੜੇ ਤੇੜੇ ਤੈਨੂੰ ਤਨਖਾਹ ਮਿਲ ਜਾਇਆ ਕਰੂ। ਫਿਰ ਮਕਾਨ ਲੈ ਦੇਣਾ ਤੁਹਾਨੂੰ। ਦਸੰਬਰ ਘਰੇ ਰੋਟੀ ਖਾਇਆ ਕਰੂ ਮਾਂ ਦੇ ਹੱਥ ਦੀ। ਕੀ ਦੱਸਾਂ ਸੇਠ ਜੀ, ਜ਼ਿਮੀਂਦਾਰਾਂ 'ਚ ਉਧਾਰ ਬਹੁਤ ਪੈ ਜਾਂਦਾ। ਹਾੜੀ ਸੌਣੇ ਮਸਾਂ ਨਿਬੜਦੇ ਨੇ। ਬਸ ਇੱਕ ਬੈਠਾ ਮੈਂ ਅੱਡਾ ਬਣਾਈ, ਨਹੀਂ ਤਾਂ ਕੋਈ ਜੂਨ ਨਹੀਂ ਮੇਰੀ। ਇੱਥੇ ਤਰਲੋਕ ਹੈ ਤੁਹਾਡੇ ਕੋਲ, ਉੱਥੇ ਤਪੇ ਦਸੰਬਰ ਹੈ। ਫਿਰ ਇੱਕ ਮੁੰਡਾ ਤੁਹਾਡੇ ਕੋਲ, ਤੁਹਾਨੂੰ ਫਰਕ ਕੋਈ ਨਹੀਂ ਪੈਣਾ। ਮੈਂ ਤਾਂ ਤੇਰੇ ਫਾਇਦੇ ਦੀ ਗੱਲ ਕਰਦਾ। ਠੀਕ ਹੈ ਜੀ, ਮੈਂ ਰਾਜੀ ਹਾਂ। ਤੁਸੀਂ ਤਾਂ ਮੇਰਾ ਚੰਗਾ ਹੀ ਸੋਚੋਗੇ। ਪਹਿਲਾਂ ਦੋਵੇਂ ਮੁੰਡੇ ਮੇਰੇ ਟੁਕੜੇ ਪਾਏ ਹੋਏ ਨੇ। ਤੁਹਾਡਾ ਦਿੱਤਾ ਹੀ ਖਾਨੇ ਆ ਮਾਲਕ। ਗੰਡਾ ਮੱਲ ਨੇ ਤਪਾ ਪਿੰਡ ਵਿੱਚ ਸੂਰਜੀਏ ਨੂੰ ਇੱਕ ਕਮਰੇ ਦਾ ਛੋਟਾ ਜਿਹਾ ਮਕਾਨ ਲੈ ਦਿੱਤਾ। ਇਹ ਮੁਫਤ ਵਾਂਗ ਹੀ ਸੀ। ਵਿਹੜਾ ਵੀ ਸੀ, ਇੱਕ ਪਾਸੇ ਰਸੋਈ ਸੀ ਤੇ ਗੁਸਲਖਾਨਾ ਵੀ। ਕਮਰੇ ਅੱਗੇ ਵਰਾਂਡੇ ਦਾ ਜੁਗਾੜ ਸੀ। ਦੂਜੇ ਤੀਜੇ ਦਿਨ ਹੀ ਧਰਮਗੜ੍ਹ ਫੀਮ ਦਾ ਠੇਕਾ ਸੂਰਜੀਏ ਦੇ ਘਰ 'ਚ ਧਰ ਲਿਆ ਗਿਆ। ਅੱਧੀ ਬੈਠਕ 'ਚ ਬੰਦੇ ਦੇ ਕੱਦ ਜਿੰਨੀ ਉੱਚੀ ਚੌਂਕੜੀ ਬਣਾਈ ਗਈ। ਚੌਂਕੜੀ ਨੂੰ ਪੌੜੀਆਂ ਚੜ੍ਹਦੀਆਂ ਸੀ। ਚੌਂਕੜੀ ਉੱਤੇ ਇੱਟਾਂ ਦਾ ਪੱਕਾ ਫਰਸ਼ ਸੀ। ਫਰਸ਼ ਉੱਤੇ ਸੀਮੈਂਟ ਬਰੇਤੀ ਦਾ ਘੋੜੂਆ ਪਾਤਾ ਗਿਆ। ਗਧੈਲਾ ਦਰੀ ਵਿਛਾ ਕੇ ਚਿੱਟੀ ਚਾਦਰ ਵਿਛਾਈ ਗਈ। ਇੱਥੇ ਹੀ ਗੱਲਾ ਰੱਖਿਆ ਗਿਆ ਤੇ ਫੀਮ ਦੀ ਟਰੰਕੀ ਵੀ। ਕੀਚਰ ਅਮਲੀ ਪਹਿਲਾਂ ਸੋਹਣ ਦਾ ਖਾਸ ਬੰਦਾ ਸੀ। ਹੁਣ ਉਹ ਤਰਲੋਕ ਦਾ ਖਾਸ ਬੰਦਾ ਬਣ ਗਿਆ। ਉਹ ਜਾਤ ਦਾ ਝਿਓਰ ਸੀ। ਉਹਦਾ ਪਿਓ ਬੋਹੜ ਵਾਲੇ ਖੂਹ ਤੇ ਚੜ੍ਹਦਾ ਹੁੰਦਾ, ਬੋਕੇ ਲਾਉਂਦਾ। 3 ਅਗਵਾੜ ਉਹਦੇ ਖੂਹ ਤੋਂ ਪਾਣੀ ਭਰਦੇ ਸੀ। ਤੜਕੇ ਸਦਿਆਂ ਪੌ ਫੁੱਟਦੀ ਨਾਲ ਹੀ ਖੂਹ ਤੇ ਆ ਜਾਂਦਾ। ਉਹ ਕੀਚਰ ਨੂੰ ਆਪਣੇ ਨਾਲ ਹੀ ਉਠਾ ਲਿਆਉਂਦਾ ਸੀ। ਉਦੋਂ ਤੱਕ ਕੀਚਰ 15-16 ਸਾਲ ਦਾ ਹੋ ਚੁੱਕਿਆ ਸੀ। ਪੂਰਾ ਜਵਾਨ ਸੀ। ਉਹ ਕਿੱਲੀ ਛੱਡਦਾ ਸੀ, ਝੋਟੇ ਨੂੰ ਮੋੜ ਕੇ ਲਿਆਉਂਦਾ। ਭਰੇ ਬੋਕੇ ਨੂੰ ਖਿੱਚਣ ਵੇਲੇ ਕੀਚਰ ਲਾਸ ਦੀ ਕਿੱਲੀ ਅੜਾਉਂਦਾ
ਜਦੋਂ ਲਾਸ ਐਨ ਪੂਰੀ ਤਣ ਜਾਂਦੀ ਤਾਂ ਉਹ ਛਾਲ ਮਾਰ ਕੇ ਲਾਸ ਉੱਤੇ ਬੈਠ ਜਾਂਦਾ। ਕੋਈ ਗੀਤ ਛੇੜਦਾ। ਇਸ ਤਰ੍ਹਾਂ ਦੇ ਕਈ ਇਲਾਹੀ ਟੱਪੇ ਉਹਦੇ ਪਿਓ ਨੇ ਉਹਨੂੰ ਸਿਖਾਏ ਹੋਏ ਸੀ। ਜ਼ਮਾਨਾ ਬਦਲਿਆ ਤੇ ਜਦੋਂ ਵਾਟਰ ਪੰਪ ਲੱਗਣ ਲੱਗੇ ਤਾਂ ਖੂਹ ਤੇ ਚੜ੍ਹਨਾ ਉਹਨਾਂ ਨੇ ਬੰਦ ਕਰ ਦਿੱਤਾ। ਲੋਕਾਂ ਨੂੰ ਖੂਹ ਦੀ ਲੋੜ ਹੀ ਨਹੀਂ ਰਹਿ ਗਈ ਸੀ। ਘਰ ਘਰ ਨਲਕਾ ਲੱਗਦਾ ਜਾ ਰਿਹਾ ਸੀ। ਜਿਸ ਘਰ ਨਹੀਂ ਸੀ ਉਹ ਗੁਆਂਢੀਆਂ ਦੇ ਨਲਕੇ ਤੋਂ ਪਾਣੀ ਭਰ ਲੈਂਦਾ। 2-2, 3-3 ਘਰਾਂ ਨੇ ਰਲ ਕੇ ਵੀ ਨਲਕੇ ਸਾਂਝੇ ਥਾਂ ਲਗਵਾ ਲਏ ਸਨ। ਕੀਚਰ ਦੇ ਪਿਓ ਨੇ ਆਪਣਾ ਕੰਮ ਬਦਲ ਲਿਆ ਤੇ ਉਹ ਦੁੱਧ ਦੀਆਂ ਛਟੀਆਂ ਦੇ ਟੋਕਰੇ ਬਣਾਉਣ ਲੱਗਿਆ। ਕੀਚਰ ਵੀ ਇਹ ਕੰਮ ਸਿੱਖ ਗਿਆ। ਕੀਚਰ ਦਾ ਪਿਓ ਫੀਮ ਖਾਂਦਾ ਸੀ। ਜਦੋਂ 23-24 ਸਾਲ ਦੀ ਉਮਰ 'ਚ ਕੀਚਰ ਦਾ ਵਿਆਹ ਹੋ ਗਿਆ ਤਾਂ ਉਹ ਵੀ ਫੀਮ ਖਾਣ ਲੱਗਿਆ। ਕੀਚਰ ਦਾ ਪਿਓ ਚਿਲਮ ਪੀਂਦਾ ਸੀ। ਕੀਚਰ ਵੀ ਚਿਲਮ ਪੀਣ ਲੱਗਿਆ। ਬੁੜੇ ਨੂੰ ਤਾਂ ਵਧੀਆ ਸੀ। ਕੀਚਰ ਨਵਾਂ ਤਮਾਕੂ ਪਾ ਕੇ ਚਿਲਮ ਚੱਗ ਧਰ ਲਿਆਉਂਦਾ। ਚਿਲਮ ਦੀ ਸਾਫੀ ਗਿੱਲੀ ਕਰਦਾ। ਬਾਪੂ ਖਾਤਰ ਉਹ ਬਾਜ਼ਾਰ ਜਾ ਕੇ ਠੇਕੇ ਤੋਂ ਫੀਮ ਵੀ ਲੈ ਕੇ ਆਉਂਦਾ। ਠੇਕੇਦਾਰ ਨਾਲ ਲਿਹਾਜ਼ ਪਾ ਰੱਖੀ ਸੀ। ਉਹਨੂੰ ਚੰਗੀ ਫੀਮ ਦਿੰਦੇ। ਬੁੜਾ ਬੁੜੀ ਕਦੋਂ ਦੇ ਮਰ ਚੁੱਕੇ ਸਨ। ਕੀਚਰ ਦੀ ਬਹੂ ਨਿਹਾਲੋ ਖੇਤੀ ਦਾ ਕੰਮ ਕਰਨ ਵਾਲੇ ਟੱਬਰ ਦੀ ਧੀ ਸੀ। ਇਹਨਾਂ ਦਿਨਾਂ 'ਚ ਉਹਨਾਂ ਦੇ ਘਰ 'ਚ ਬਹਾਰਾਂ ਸਨ। ਮਕਾਨ ਪੱਕਾ ਬਣਾ ਲਿਆ ਸੀ। ਉੱਠਣ ਬੈਠਣ ਨੂੰ ਇੱਕ ਅਲੱਗ ਬੈਠਕ ਸੀ। ਇੱਕ ਪਾਸੇ ਵਿਹੜੇ 'ਚ ਛੱਤਣਾ ਸੀ ਜਿਸ ਥੱਲੇ ਮੈਸ ਖੜਦੀ ਸੀ। ਉੱਥੇ ਉਹਦੀ ਖੁਰਲੀ ਸੀ। ਕੀਚਰ ਦੇ 2 ਮੁੰਡੇ ਸੀ। ਖਾਸੇ ਉਡਾਰ ਸਨ। ਭੱਜੇ ਫਿਰਦੇ, ਮਾਂ ਪਿਓ ਦੇ ਨਿੱਕੇ ਨਿੱਕੇ ਕੰਮ ਕਰਦੇ। ਉਹਨਾਂ ਦੇ ਚੀਕ ਚਹਾੜੇ ਕਰਕੇ ਘਰ ਭਰਿਆ ਭਰਿਆ ਲੱਗਦਾ। ਨਿਹਾਲੋ ਰੰਗ ਦੀ ਕਾਲੀ ਪਰ ਨੈਣ ਨਕਸ਼ ਤਿੱਖੇ ਸੀ। ਅੰਗਾਂ ਪੈਰਾਂ 'ਚ ਜਿਵੇਂ ਬਿਜਲੀ ਦਾ ਕਰੰਟ ਭਰਿਆ ਹੋਵੇ। ਉਹ ਕੀਚਰ ਨੂੰ ਥਕਾ ਦਿੰਦੀ। ਇਸੇ ਕਰਕੇ ਉਹ ਫੀਮ ਖਾਣ ਲੱਗਿਆ ਸੀ। ਹੁਣ ਤਾਂ ਫੀਮ ਹੀ ਉਹਦਾ ਧੰਦਾ ਸੀ। ਫੀਮ ਹੀ ਉਹਦਾ ਰੁਜ਼ਗਾਰ ਸੀ। ਫਿਰ ਉਹ ਬੋਲਦਾ ਧਨ ਸੀ। ਗੱਲਾਂ ਪਤੰਦਰ ਕੋਲ ਪਤਾ ਨਹੀਂ ਕਿੱਥੋਂ ਦਿਮਾਗ ਪਾੜ ਪਾੜ ਆਉਂਦੀਆਂ। ਉਹ ਗੱਲਾਂ ਦੀ ਖੱਟੀ ਖਾਂਦਾ ਸੀ। ਚੁਸਤ ਇੰਨਾ ਕਿ ਬੰਦਿਆਂ ਨੂੰ ਵੇਚ ਕੇ ਕਿਹੜਾ ਨਾ ਖਾ ਜਾਏ। ਅਗਲੇ ਨੇ ਅੱਖ ਭਰੇ ਕੀਤੀ ਨਹੀਂ ਕਿ ਬਸ ਠੱਗਿਆ ਜਾਂਦਾ। ਕੀਚਰ ਨੇ ਸਿਰ ਦੇ ਵਾਲ ਰੱਖੇ ਹੋਏ ਸਨ। ਜੂੜਾ ਕਰਕੇ ਰੱਖਦਾ। 2.5-3 ਗਜ਼ ਦਾ ਚਾਰਖਾਨਾ ਸਿਰ ਨੂੰ ਵਲੇਟ ਲੈਂਦਾ। ਖੁੱਲੇ ਗਲਮੇ ਵਾਲਾ ਮਲਗਰਦਨੀ ਕੁੜਤਾ ਪਹਿਨਦਾ। ਸਾਬਤ ਬਾਹਾਂ ਵਾਲਾ ਤੇੜ ਕੋਈ ਰੰਗਦਾਰ ਚਾਦਰਾ ਪਿੰਜੜੀਆਂ ਤੱਕ ਬੰਨ੍ਹ ਕੇ ਰੱਖਦਾ। ਕੁੜਤੇ ਥੱਲੇ ਦੀ ਮੋਟੇ ਲੱਠੇ ਦੀ ਜਾਕਟ ਪਾਉਂਦਾ ਜਿਹਦੇ 2 ਵੱਡੀਆਂ ਵੱਡੀਆਂ ਜੇਬਾਂ ਹੁੰਦੀਆਂ। ਇੱਕ ਜੇਬ 'ਚ ਪੈਸੇ ਰੱਖਦਾ। ਦੂਜੀ ਜੇਬ 'ਚ ਫੀਮ ਦਾ ਪੁੜਾ ਹੁੰਦਾ, ਮੋਮੀ ਕਾਗਜ਼ 'ਚ ਵਲੇਟਿਆ ਹੋਇਆ। ਪੈਰਾਂ 'ਚ ਚੰਮ ਦੀ ਜੁੱਤੀ ਘਸੀ ਪੁਰਾਣੀ ਜਿਹਦੀਆਂ ਅੱਡੀਆਂ ਬੈਠੀਆਂ ਬੈਠੀਆਂ ਦਿਸਦੀਆਂ। ਉਹ ਬਥੇਰਾ ਪੱਬ ਚੁੱਕ ਕੇ ਕਾਹਲਾ ਕਾਹਲਾ ਤੁਰਦਾ ਸੀ। ਪਰ ਜੁੱਤੀ ਜ਼ਮੀਨ ਨਾਲ ਘਿਸੜਦੀ ਜਾਂਦੀ। ਪਿੰਡ ਦੀਆਂ ਗਲੀਆਂ 'ਚ ਤੁਰਿਆ ਜਾਂਦਾ ਵੀ ਚਿਲਮ ਮੂੰਹ ਨੂੰ ਲਾ ਕੇ ਰੱਖਦਾ। ਉਹਦੇ ਮੂੰਹ 'ਚੋਂ ਕਦੇ ਕਦੇ ਬਹੁਤਾ ਥੋੜ੍ਹਾ ਧੂੰਆਂ ਨਿਕਲਦਾ। ਚਿਲਮ ਨੂੰ ਇੱਕੋ ਹੱਥ ਪਾਉਂਦਾ। ਅਸਲ 'ਚ ਗੰਡਾ ਮਲ ਦੀ ਇਹ ਵੀ ਇੱਕ ਚੁਸਤੀ ਸੀ ਕਿ ਉਹਨੇ ਧਰਮਗੜ੍ਹ ਪੁਰਾਣੇ ਠੇਕੇ ਦਾ ਉਹ ਨਿੱਕਾ ਕਮਰਾ ਛੱਡ ਕੇ ਹੁਣ ਸੂਰਜੀਏ ਦੇ ਪੂਰੇ ਮਕਾਨ ਨੂੰ ਠੇਕੇ 'ਚ ਬਦਲ ਲਿਆ। ਜਦੋਂ ਲੋਹੇ ਦੇ ਚੁੱਲ੍ਹੇ ਉੱਤੇ ਕੜਾਹੀ ਰੱਖ ਕੇ ਫੀਮ ਪਕਾਈ ਜਾਂਦੀ ਤਾਂ ਪਿੰਡ ਦੇ ਸਾਰੇ ਅਮਲੀ ਇਕੱਠੇ ਹੋ ਜਾਂਦੇ। ਆਖਦੇ ਸਨ ਸਾਡੇ ਸਾਹਮਣੇ ਫੀਮ ਪਕਾ ਕੇ ਦਿਓ ਸਾਨੂੰ। ਪਿੱਛੋਂ ਤਾਂ ਪਤਾ ਨਹੀਂ ਤੁਸੀਂ ਇਹਦੇ 'ਚ ਕੀ ਅੱਗ ਸੁਆਹ ਪਾ ਕੇ ਦਿੰਦੇ ਹੋ। ਠੇਕੇ ਦਾ ਉਹ ਨਿੱਕਾ ਕਮਰਾ ਹੋਣ ਕਰਕੇ ਅਮਲੀ ਕੜਾਹੀ ਦੁਆਲੇ ਇਉਂ ਖੜੇ ਰਹਿੰਦੇ ਜਿਵੇਂ ਪੁਲਿਸ ਸਿਪਾਹੀ ਕਿਸੇ ਮੁਜਰਮ ਨੂੰ ਘੇਰਾ ਪਾ ਕੇ ਰੱਖਦੇ ਹੋਣ। ਉਸ ਕਮਰੇ 'ਚ ਫੀਮ 'ਚ ਕੋਈ ਗੜਬੜ ਕਰਨੀ ਬਹੁਤ ਮੁਸ਼ਕਲ ਸੀ। ਅੱਖ ਬਚਾ ਕੇ ਵੱਧ ਤੋਂ ਵੱਧ ਸੌਣ ਕੜਾਹੀ 'ਚ ਫਿੱਕੇ ਪੁਰਾਣੇ ਬਿਸਕਿਟ ਸੁੱਟ ਜਾਂਦਾ ਸੀ। ਬਿਸਕੁਟਾਂ ਦੀ ਮਿਲਾਵਟ ਨਾਲ ਕੋਈ ਖਾਸ ਭਾਰ ਨਹੀਂ ਵੱਧਦਾ ਸੀ। ਹੁਣ ਸੂਰਜੀਏ ਦੇ ਮਕਾਨ 'ਚ ਠੇਕਾ ਆਉਣ ਕਰਕੇ ਫੀਮ ਦੀ ਕੜਾਹੀ ਚਾੜ੍ਹਨ ਲਈ ਪੂਰੀ ਖੁੱਲ੍ਹ ਸੀ। ਵਰਾਂਡੇ ਦੇ ਇੱਕ ਪਾਸੇ ਉੱਚੀ ਭੱਠੀ ਬਣਾਈ ਗਈ। ਭੱਠੀ ਦੇ ਮੂੰਹ ਤੇ ਲੋਹੇ ਦਾ ਮੋਟਾ ਕੜਾ ਰੱਖ ਕੇ ਕੜਾਹੀ ਧਰੀ ਜਾਂਦੀ ਤਾਂ ਕਿ ਕੜਾਹੀ ਠੀਕ ਟਿਕੀ ਰਹੇ ਤੇ ਕੜਾਹੀ ਥੱਲਿਓਂ ਅੱਗ ਦੀਆਂ ਲਾਟਾਂ ਥੋੜ੍ਹੀਆਂ ਥੋੜ੍ਹੀਆਂ ਬਾਹਰ ਨਿਕਲਦੀਆਂ ਦਿਸਦੀਆਂ ਰਹਿਣ। ਬਾਹਰ ਨਿਕਲਦੀਆਂ ਲਾਟਾਂ ਥੱਲੇ ਦੀ ਅੱਗ ਨੂੰ ਮੱਠੀ ਨਹੀਂ ਪੈਣ ਦਿੰਦੀਆਂ ਸੀ। ਭੱਠੀ 'ਚ ਖਲਪਾੜਾਂ ਬਲਦੀਆਂ 2-3 ਇਕੱਠੀਆਂ ਲੱਕੜਾਂ ਜਿਨ੍ਹਾਂ ਦਾ ਬੱਝਵਾਂ ਸੇਕ ਕੜਾਹੀ ਦੇ ਥੱਲੇ ਤੱਕ ਪਹੁੰਚਦਾ ਸੀ। ਵਰਾਂਡੇ ਦੇ ਦੂਜੇ ਪਾਸੇ ਬੋਰੀਆਂ ਵਿਛੀਆਂ ਰਹਿੰਦੀਆਂ ਜਿਨ੍ਹਾਂ ਉੱਤੇ ਅਮਲੀ ਆ ਕੇ ਬੈਠਦੇ। ਤਾਸ਼ ਰੱਖੀ ਹੁੰਦੀ। ਅਮਲੀ ਤਾਸ਼ ਖੇਡਣ ਲੱਗ ਪੈਂਦੇ। 4 ਖੇਡਦੇ, 8-10 ਜਣੇ ਉਹਨਾਂ ਨੂੰ ਖੇਡਦੇ ਦੇਖਣ ਲੱਗਦੇ। ਵੱਡਾ ਰੇਡੀਓ ਪਿਆ ਹੁੰਦਾ ਜਿਹੜਾ ਬੈਟਰੀ ਦੇ ਸੈੱਲਾਂ ਨਾਲ ਚੱਲਦਾ। ਏਰੀਅਲ ਕੋਠੇ ਉੱਤੇ ਸੀ। ਠੇਕੇਦਾਰ ਦੇ 2-3 ਅਮਲੀ ਇਕੱਠੇ ਹੋਏ ਸੀ ਜਿਹੜੇ ਗੱਲਾਂ ਸੁਣਾਉਣ 'ਚ ਮਾਹਰ ਹੁੰਦੇ। ਗੱਲ ਸ਼ੁਰੂ ਕਰਦੇ ਤੇ ਲੜੀ ਟੁੱਟਣ ਹੀ ਨਹੀਂ ਦਿੰਦੇ। 2.5 ਨਾਲ 2.5 ਲਾਈ ਜਾਂਦੇ। ਇੰਨਾ ਨਾਟਕੀ ਅੰਦਾਜ਼ ਗੱਲ ਕਰਨ ਦਾ ਕਿ ਮਜਾਲ ਹੈ ਸੁਣਨ ਵਾਲਾ ਕੰਨ ਪਰੇ ਕਰ ਲਏ। ਉਹ ਸਾਰਾ ਸਮਾਨ ਅਮਲੀਆਂ ਨੂੰ ਕੜਾਹੀ ਵੱਲ ਜਾਣ ਤੋਂ ਰੋਕਦਾ ਸੀ। ਉਹ ਸਮਝਦੇ ਅੱਗ ਬਲ ਰਹੀ ਹੈ, ਕੜਾਹੀ 'ਚ ਉਹਨਾਂ ਦਾ ਮਾਲ ਪੱਕ ਰਿਹਾ, ਸਭ ਉਹਨਾਂ ਦੇ ਸਾਹਮਣੇ ਹੋ ਰਿਹਾ। ਕੋਈ ਅਮਲੀ ਬੋਰੀਆਂ ਤੋਂ ਉੱਠਦਾ, ਕੜਾਹੀ 'ਚ ਖੁਰਚਣਾ ਮਾਰ ਆਉਂਦਾ। ਇਹ ਦੇਖਣ ਜਾਂਦਾ ਕਿ ਫੀਮ ਪੱਕਣ 'ਚ ਕਿੰਨੀ ਕੁ ਕਸਰ ਬਾਕੀ ਰਹਿ ਗਈ।
ਕੀਚਰ ਨੂੰ ਪਹਿਲਾਂ ਪਤਾ ਹੁੰਦਾ ਕਿ ਅੱਜ ਕੜਾਹੀ ਚੜੀ ਹੋਈ ਹੈ। ਤਰਲੋਕ ਉਹਨੂੰ ਸੁਨੇਹਾ ਭੇਜ ਕੇ ਘਰੋਂ ਬੁਲਾ ਲੈਂਦਾ ਸੀ ਤੇ ਸਭ ਕੁਝ ਸਮਝਾ ਦਿੰਦਾ। ਕੀਚਰ ਆਮ ਅਮਲੀਆਂ ਚ ਆ ਕੇ ਨਹੀਂ ਬੈਠਦਾ ਸੀ, ਉਹਨਾਂ ਨਾਲ ਗੱਲ ਹੀ ਨਾ ਕਰਦਾ। ਉਹ ਜਦੋਂ ਠੇਕੇ ਚ ਆਉਂਦਾ ਕੜਾਹੀ ਦਾ ਅੱਧਾ ਦੁੱਧ ਕੱਢ ਚੁੱਕਿਆ ਹੁੰਦਾ ਤੇ ਭਾਫਾਂ ਉੱਠ ਰਹੀਆਂ ਹੁੰਦੀਆਂ। ਭੱਠੀ ਚ ਮੱਠੀ ਮੱਠੀ ਅੱਗ ਬਲ ਰਹੀ ਹੁੰਦੀ। ਭੱਠੀ ਮੂਹਰੇ ਨੌਕਰ ਬੈਠਾ ਹੁੰਦਾ ਜਿਹੜਾ ਅੱਗ ਦੀ ਨਿਗਾਹ ਰੱਖਦਾ ਸੀ। ਤਰਲੋਕ ਇੱਧਰ ਉੱਧਰ ਕਿਧਰੇ ਫਿਰ ਤੁਰ ਰਿਹਾ ਹੁੰਦਾ। ਠੇਕੇ ਦਾ ਸਾਰਾ ਮਾਹੌਲ ਉਹਦੀ ਨਜ਼ਰ ਥੱਲੇ ਹੁੰਦਾ। ਤਰਲੋਕ ਕੀਚਰ ਨੂੰ ਆਇਆ ਖੜਾ ਦੇਖ ਕੇ ਅੱਖ ਦਾ ਇਸ਼ਾਰਾ ਕਰਦਾ ਤੇ ਫਿਰ ਉਹ ਕੜਾਹੀ ਚ ਖੁਰਚਣਾ ਘੁਮਾਉਣ ਲੱਗਦਾ। ਸੱਜੇ ਹੱਥ ਨਾਲ ਖੁਰਚਣਾ ਘੁਮਾਉਂਦਾ ਤਾਂ ਚਿਲਮ ਖੱਬੇ ਹੱਥ ਨਾਲ ਫੜ ਕੇ ਉਹ ਤਾਂ ਚੁੱਕੀ ਹੁੰਦੀ। ਖੱਬਾ ਹੱਥ ਖੁਰਚਣਾ ਘੁਮਾਉਂਦਾ, ਚਿਲਮ ਸੱਜੇ ਹੱਥ ਚ ਆ ਜਾਂਦੀ। ਅਸਲ 'ਚ ਗੱਲ ਇਹ ਸੀ ਕਿ ਕੀਚਰ ਕੂਹਣੀਆਂ ਤੋਂ ਲੈ ਕੇ ਗੁੱਟਾਂ ਤੱਕ ਆਪਣੇ ਕੁੜਤੇ ਦੀਆਂ ਦੋਵੇਂ ਬਾਹਾਂ ਪਾਈਆ ਪਾਈਆ ਖੰਡ ਨਾਲ ਭਰ ਕੇ ਲਿਆਉਂਦਾ ਸੀ। ਚਿਲਮ ਪੀਣ ਦੇ ਬਹਾਨੇ ਦੋਵੇਂ ਹੱਥਾਂ ਨੂੰ ਤਾਂ ਨੱਕ ਤੱਕ ਚੱਕੀ ਰੱਖਦਾ। ਉਹਦੇ ਮੰਤਰ ਮਾਰਨ ਨਾਲ ਫੀਮ ਦਾ ਵਜ਼ਨ ਅੱਧ ਸਿਰ ਹੋਰ ਵੱਧ ਜਾਂਦਾ। ਕੀਚਰ ਅਮਲੀ ਸਾਰੇ ਪਿੰਡ ਦਾ ਜੀ ਪਰਚਾ ਕੇ ਰੱਖਦਾ। ਸਭ ਨੂੰ ਪਤਾ ਸੀ ਕਿ ਫੀਮ ਉਹਦੇ ਕੋਲ ਹਰ ਵਕਤ ਹੁੰਦੀ ਹੈ। ਉਹਦੇ ਹੱਥ ਹਾੜੇ ਹੋਏ ਸਨ। ਪੈਸੇ ਲੈਂਦਾ, ਹਿਸਾਬ ਨਾਲ ਉਨੀ ਕੁ ਫੀਮ ਦੀ ਗੋਲੀ ਵੱਟ ਕੇ ਅਗਲੇ ਨੂੰ ਫੜਾ ਦਿੰਦਾ, ਚਾਹੇ ਅਗਲਾ ਤੁਲਵਾ ਕੇ ਦੇਖ ਲੈਂਦਾ। ਉਹਦੇ ਹੱਥਾਂ ਦਾ ਤੋਲ ਪੂਰਾ ਉਤਰਦਾ ਸੀ। ਵੱਧ ਬੇਸ਼ੱਕ ਹੁੰਦਾ, ਉਹ ਘੱਟ ਨਹੀਂ ਦਿੰਦਾ ਸੀ। ਕਈਆਂ ਨੇ ਕਈ ਵਾਰ ਪਰਖ ਕੀਤੀ ਸੀ। ਬੁੜੀਆਂ ਉਹਨੂੰ ਤੁਰੇ ਜਾਂਦੇ ਨੂੰ ਬੋਲ ਮਾਰ ਲੈਂਦੀਆਂ, ਵੇ ਕੀਚਰਾ, ਵੇ ਖੜੀ ਵੇ, ਤੇਰੇ ਕੋਲ ਹੈਗਾ ਭੋਰਾ ਤਾਂ ਦੇ ਮੈਨੂੰ। 2 ਦਿਨ ਹੋ ਗਏ ਨੱਕ ਚੋਂ ਪਾਣੀ ਵਗਣੋਂ ਨਹੀਂ ਹਟਦਾ, ਸਿਰ ਵੀ ਘੁੰਮਦਾ, ਜੈ ਖਾਣਾ। ਉਹ ਜੇਬ 'ਚ ਹੱਥ ਮਾਰਦਾ, ਪਿੰਨੇ ਨਾਲੋਂ ਇੱਕ ਤਾਰ ਜੀ ਤੋੜ ਕੇ ਬੁੜੀ ਨੂੰ ਫੜਾ ਦਿੰਦਾ। ਗੋਲੀ ਉਹ ਆਪੇ ਵੱਟਦੀ ਫਿਰਦੀ। ਉਹ ਕਿਸੇ ਵੈਦ ਡਾਕਟਰ ਵਾਂਗ ਹਿਦਾਇਤ ਕਰਦਾ, ਪਾਣੀ ਨਾਲ ਅੰਦਰ ਸਿੱਟ ਲੈ ਤਾਈ, ਉੱਤੋਂ ਦੀ ਚਾਹ ਪੀ ਲਈ, ਕੱਪੜਾ ਲੈ ਕੇ ਪੈ ਜਾ, ਘੰਟੇ ਨੂੰ 9 ਬਰ 9। ਗੇਬੂ ਲੰਮਾ ਜੇ ਕਦੇ ਉਹਨੂੰ ਰਾਹ 'ਚ ਟੱਕਰ ਜਾਂਦਾ ਤਾਂ ਉਹਦਾ ਹੱਥ ਜਾਕਟ ਦੀ ਜੇਬ ਨੂੰ ਆਪਣੇ ਆਪ ਚਲਿਆ ਜਾਂਦਾ। ਉਹ ਮੱਕੀ ਦੇ ਦਾਣੇ ਜਿੰਨੀ ਫੀਮ ਤੋੜਦਾ ਤੇ ਗੋਲੀ ਬਣਾ ਕੇ ਉਹਨੂੰ ਫੜਾ ਦਿੰਦਾ। ਹੱਸ ਕੇ ਆਖਦਾ, ਲੈ ਗੁਰਦੇਵ ਸਿਆਂ, ਤੇਰੇ ਨੱਕ ਦਾ ਤਾਂ ਇਹੀ ਇਲਾਜ ਹੈ। 2 ਡੰਗ ਦੀ ਬਹੁਤ ਹੈ, ਨੱਕ ਤੇਰਾ ਇੰਨਾ ਖੁਸ਼ਕ ਹੋ ਜੂ, ਰੇਸ਼ਾ ਕਿਧਰੇ ਹੀ ਚੱਕਿਆ ਜਾਊ। ਗੇਬੂ ਦੇ ਕੰਨਾਂ 'ਚ ਹਰ ਵੇਲੇ ਖੁਰਕ ਰਹਿੰਦੀ ਸੀ। ਉਹ ਅਖਬਾਰ ਦੇ ਕਾਗਜ਼ ਦੀ ਪੀਪਣੀ ਜੀ ਬਣਾ ਕੇ ਕੰਨਾਂ 'ਚ ਫੇਰਦਾ ਰਹਿੰਦਾ। ਕੀਚਰ ਨੂੰ ਆਖਦਾ, ਕਿਤੇ ਫੀਮ ਖਾਣ ਹੀ ਨਾ ਲਾ ਦੀ ਪਤੰਦਰਾ, ਇੱਕੋ ਅਮਲ ਬਹੁਤ ਹੁੰਦਾ, ਉਹ ਦਾਰੂ ਤਾਂ ਪਹਿਲਾਂ ਹੈਗਾ ਆਪਾਂ ਨੂੰ। ਕੀਚਰ ਜਾਂਦਾ ਜਾਂਦਾ ਬੋਲਦਾ, ਉਹ ਗੁਰਦੇਵ ਸਿਆਂ, ਇਹ ਅਮਲ ਨਹੀਂ, ਦਵਾਈ ਹੈ, ਬੂਟੀ ਹੈ ਸ਼ਿਵਾਂ ਦੀ। ਸਾਰੇ ਪਿੰਡ 'ਚ ਗੇਬੂ ਲੰਮੇ ਵਰਗੇ ਜਿਹੜੇ ਸੱਥਾਂ ਦਾ ਸ਼ਿੰਗਾਰ ਸਨ, ਉਹਨਾਂ ਨੂੰ ਕੀਚਰ ਖੁਸ਼ ਕਰਕੇ ਰੱਖਦਾ। ਮਨ 'ਚ ਆਖਦਾ, ਜੇ ਕਦੇ ਕੋਈ ਔਟਾ ਪੈ ਗਿਆ ਤਾਂ ਇਹੀ ਲੋਕ ਕੰਮ ਆਉਣਗੇ। ਕੀਚਰ ਦਾ ਫੀਮ ਦਾ ਧੰਦਾ ਕਿੰਨੇ ਹੀ ਸਾਲਾਂ ਤੋਂ ਵਧੀਆ ਚੱਲ ਰਿਹਾ ਸੀ। ਜੇ ਉਹ ਬਾਣੀਆਂ ਦਾ ਫਾਇਦਾ ਕਰਦਾ ਸੀ ਤੇ ਇਸੇ 'ਚ ਉਹਦਾ ਆਪਣਾ ਲਾਭ ਵੀ ਸੀ। ਉਹਦੀ ਪੂਰੀ ਕਮਾਈ ਸੀ। ਦੋਵੇਂ ਮੁੰਡੇ ਉਹਨੇ ਪੜ੍ਹਨ ਨਹੀਂ ਲਾਏ। ਆਖਦਾ ਸੀ, ਪੜ੍ਹ ਕੇ ਕੀ ਫਿਰ ਤਹਿਸੀਲਦਾਰ ਲੱਗ ਜਾਣਗੇ, ਆਪਦੇ ਕੰਮ ਤੋਂ ਵੀ ਜਾਣਗੇ, ਗਰੀਬਾਂ ਨੂੰ ਪੜ੍ਹਾਈਆਂ ਕੀ ਆਖਣ ਭਾਈ, ਇਹ ਤਾਂ ਰੱਜੇ ਪੁੱਜੇ ਘਰਾਂ ਦੇ ਮੁੰਡੇ ਪੜ੍ਹਦੇ ਐ। ਉਹਦੇ ਮੁੰਡੇ 14 15 ਸਾਲਾਂ ਦੇ ਹੋਏ ਤਾਂ ਉਹਨਾਂ ਨੂੰ ਜੱਟਾਂ ਦੇ ਪਾਲੀ ਰਲਾਤਾ। ਉਹਦੀ ਸਕੀਮ ਸੀ ਕਿ ਉਹ ਜਦੋਂ ਪਾਲੀ ਦੇ ਕਿੱਤੇ ਵਿੱਚ ਪੱਕ ਗਏ, 18 20 ਸਾਲਾਂ ਦੇ ਹੋਏ ਤਾਂ ਫਿਰ ਜੱਟਾਂ ਦੇ ਸੀਰੀ ਰਲਣ ਲੱਗਣਗੇ। ਇਸ ਤਰ੍ਹਾਂ ਖੇਤੀ ਦਾ ਸਾਰਾ ਕੰਮ ਸਿੱਖ ਜਾਣਗੇ। ਅਗਾਂਹ ਫਿਰ ਉਹ ਚਿੱਤ ਨਾਲ ਹੀ ਗੱਲਾਂ ਕਰਦਾ। ਅੱਗੇ ਜਾ ਕੇ ਦੇਖਦੇ ਹਾਂ ਰੱਬ ਕਿਹੜੀਆਂ ਗੱਲਾਂ ਤੋਂ ਰਾਜੀ ਹੈ। ਪੰਜਾਬ ਸਰਕਾਰ ਨੇ ਜਿਵੇਂ ਕਦੇ ਪਹਿਲਾਂ ਤੰਬਾਕੂ ਦੇ ਠੇਕੇ ਬੰਦ ਕੀਤੇ ਸੀ, ਹੁਣ ਫੀਮ ਦੇ ਠੇਕੇ ਵੀ ਬੰਦ ਕਰਤੇ। ਪਿੰਡਾਂ ਦੇ ਜਿਹੜੇ ਬੰਦੇ ਪੱਕੇ ਅਮਲੀ ਸੀ, ਉਹਨਾਂ ਦੇ ਕਾਰਡ ਬਣਾਤੇ। ਉਹਨਾਂ ਨੂੰ ਮਹੀਨੇ ਦੇ ਮਹੀਨੇ ਸਰਕਾਰ ਵੱਲੋਂ ਫੀਮ ਦਾ ਕੋਟਾ ਮਿਲਦਾ। ਇਹ ਉਹ ਸਨ ਜਿਨ੍ਹਾਂ ਨੂੰ ਸਰਕਾਰੀ ਡਾਕਟਰ ਲਿਖ ਕੇ ਦਿੰਦੇ ਕਿ ਇਹ ਜੇ ਫੀਮ ਛੱਡ ਗਿਆ ਤਾਂ ਇਹਨੂੰ ਕੋਈ ਭਿਆਨਕ ਰੋਗ ਲੱਗ ਸਕਦਾ ਹੈ ਜਾਂ ਇਹ ਮਰ ਵੀ ਸਕਦਾ ਹੈ। ਉਦੋਂ ਤੱਕ ਤਰਲੋਕ ਦਾ ਵਿਆਹ ਹੋ ਚੁੱਕਿਆ ਸੀ। ਧਰਮਗੜ੍ਹ ਉਹਨਾਂ ਦੇ ਮਕਾਨ 'ਚੋਂ ਫੀਮ ਦੇ ਠੇਕੇ ਦਾ ਸਾਰਾ ਸਮਾਨ ਬਾਹਰ ਕੱਢਤਾ। ਗੰਡਾ ਮਲ ਦਾ ਮੁੰਡਾ ਹੁਣ ਤਿੱਪਰ ਚੰਦ ਲੈ ਗਿਆ। ਬੈਠਕ ਦੀ ਉੱਚੀ ਚੌਕੜੀ ਢਾਹ ਕੇ ਸਾਫ਼ ਕਰਤੀ ਗਈ ਤੇ ਵਰਾਂਡੇ 'ਚ ਭੱਠੀ ਵੀ ਚੱਕਤੀ। ਤਰਲੋਕ ਦੀ ਘਰ ਵਾਲੀ ਉੱਧਰੋਂ ਕਿੱਧਰੋਂ ਸੀ, ਬੀਕਾਨੇਰ ਵੱਲ ਦੀ, ਕੰਮ 'ਚ ਸੁਹੰਡਰੀ ਤੇ ਤਕੜੀ ਸੀ। ਉਹਨੇ ਦਿਨਾਂ 'ਚ ਹੀ ਮਕਾਨ ਸੰਭਰ ਸੂਰ ਕੇ ਐਨ ਚਮਕਾਤਾ। ਤਪੇ ਵਾਲਾ ਮੁੰਡਾ ਬਿਸ਼ੰਬਰ ਵੀ ਵਿਆਹਿਆ ਗਿਆ ਸੀ। ਉਹਨਾਂ ਕੋਲ ਉਹੀ ਪੁਰਾਣਾ ਮਕਾਨ ਸੀ, ਤਪਾ ਪਿੰਡ ਵਾਲਾ, ਜਿਹੜਾ ਉਹਨਾਂ ਨੇ ਹੁਣ ਮੁੱਲ ਲੈ ਲਿਆ ਸੀ। ਇਹ ਕਿਸੇ ਜੱਟ ਦਾ ਮਕਾਨ ਸੀ ਜਿਹੜਾ ਫੇਰ ਰਾਮਪੁਰ ਫੂਲ ਜਾ ਵਸਿਆ ਸੀ। ਮੁੰਡਾ ਕਿਸੇ ਮਹਿਕਮੇ 'ਚ ਸਰਕਾਰੀ ਨੌਕਰ ਸੀ। ਸੂਰਜੀਆ ਤੇ ਉਹਦੀ ਘਰ ਵਾਲੀ ਕਾਫੀ ਬੁੱਢੇ ਹੋ ਚੁੱਕੇ ਸੀ, ਘਰੇ ਰਹਿੰਦੇ ਸੀ। ਸੂਰਜੀਏ ਨੇ ਲਾਲਿਆਂ ਦੀ ਦੁਕਾਨ ਤੇ ਜਾਣਾ ਛੱਡਤਾ ਸੀ। ਆੜਤ ਦੀ ਦੁਕਾਨ ਸਵਾਰ ਕੇ ਚੱਲ ਨਹੀਂ ਰਹੀ ਸੀ। ਹੁਣ ਉਹ ਪੁਰਾਣੇ ਜ਼ਮਾਨੇ ਨਹੀਂ ਰਹੇ। ਪਿੰਡਾਂ ਦੇ ਜੱਟ ਬੈਂਕਾਂ ਤੋਂ ਕਰਜ਼ਾ ਲੈਣ ਲੱਗ ਪਏ ਸੀ।
ਦਿਨੋਂ ਦਿਨ ਟੁੱਟਦੇ ਜਾ ਰਹੇ ਸਨ। ਬਾਣੀਆਂ ਦਾ ਕਰਜ਼ਾ ਮੋੜਨ ਦੀ ਉਹਨਾਂ 'ਚ ਪਹੁੰਚ ਨਹੀਂ ਰਹੀ ਸੀ। ਪੁਰਾਣੀ ਅਕਸ਼ਰਮ ਵੀ ਨਹੀਂ ਸੀ। ਆੜਤੀਏ ਪਿੰਡਾਂ ਤੋਂ ਬੇਇੱਜ਼ਤੀ ਕਰਵਾ ਕੇ ਮੁੜਦੇ। ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ ਸੀ। ਅਦਾਲਤਾਂ 'ਚ ਭੌਂਕਣਾ, ਆਪਣੇ ਆਪ ਨੂੰ ਤਬਾਹ ਕਰਨਾ। ਗੰਡਾ ਮੱਲ ਉਰਫ ਗੈਂਡੇ ਬਾਣੀਏ ਨੇ ਧੰਦਾ ਹੀ ਬਦਲਤਾ। ਫੀਮ ਦਾ ਠੇਕੇਦਾਰ ਤਾਂ ਪਹਿਲਾਂ ਉਹ ਸੀ, ਹੁਣ ਠੇਕੇ ਟੁੱਟਿਆਂ ਤੋਂ ਫੀਮ ਦਾ ਕਾਰੋਬਾਰ ਹੀ ਕਰਨ ਲੱਗਿਆ। ਗੰਡਾ ਮੱਲ ਦੀ ਦੁਕਾਨ ਤੇ ਨਾ ਹੁਣ ਕੋਈ ਜੱਟ ਪੈਸੇ ਲੈਣ ਆਉਂਦਾ ਤੇ ਨਾ ਕੋਈ ਆਪਣੀ ਫਸਲ ਲਿਆਉਂਦਾ। ਪਰ ਗੰਡਾ ਮੱਲ ਨੇ ਦੁਕਾਨ ਤੋਂ ਆੜਤ ਦਾ ਫੱਟਾ ਨਹੀਂ ਉਤਾਰਿਆ। ਉਹ ਉਵੇਂ ਜਿਵੇਂ ਲੱਗਿਆ ਹੋਇਆ ਸੀ। ਗੰਡਾ ਮੱਲ ਤਿੱਪਰ ਚੰਦ ਕਮਿਸ਼ਨ ਏਜੰਟ ਸਤਪਾ ਮੰਡੀ। ਗੰਡਾ ਮੱਲ ਆਪ ਗੱਦੀ ਤੇ ਬਹਿੰਦਾ ਸੀ। ਉਹ ਕਿਧਰੇ ਨਹੀਂ ਜਾਂਦਾ ਸੀ। ਤਿੱਪਰ ਚੰਦ ਵੀ ਦੁਕਾਨ ਤੇ ਹੁੰਦਾ। ਗੰਡਾ ਮੱਲ ਉਹਨੂੰ ਜਾਣ ਕੇ ਕਿਧਰੇ ਨਹੀਂ ਤੁਰਦਾ ਸੀ। ਉਹਨੂੰ ਸੂਹ ਥੋੜੀ ਸੀ। ਫੀਮ ਦਾ ਧੰਦਾ ਸੋਹਣੀ ਤੇ ਬਿਸ਼ੰਬਰ ਕਰਦੇ। ਸੋਹਣੀ ਜੀਪ ਚਲਾਉਣ ਵੀ ਜਾਣਦਾ ਸੀ। 15-20 ਦਿਨਾਂ ਬਾਅਦ ਹੀ ਰਾਤ ਬਰਾਤੇ ਇੱਕ ਜੀਪ ਕਿੱਧਰੋਂ ਆਉਂਦੀ ਸੀ। ਤਿੱਪਰ ਦੁਕਾਨ ਅੰਦਰ ਹੀ ਸੁੱਤਾ ਪਿਆ ਹੁੰਦਾ। ਤਿੱਪਰ ਘਰ ਨੂੰ ਚਲਿਆ ਜਾਂਦਾ ਤਾਂ ਗੰਡਾ ਮੱਲ ਆਪ ਉੱਥੇ ਹੀ ਪੈਂਦਾ। ਜੀਪ ਵਾਲਿਆਂ ਦਾ ਪਤਾ ਨਹੀਂ ਸੀ ਕਦੋਂ ਕਿੱਧਰੋਂ ਆ ਜਾਣ। ਉਹ ਆਉਣ ਸਾਰ ਦੁਕਾਨ ਦਾ ਸ਼ਟਰ ਖੜਕਾਉਂਦੇ। ਸ਼ਟਰ ਉਤਾਂਹ ਚੁੱਕਿਆ ਜਾਂਦਾ ਤਾਂ ਜੀਪ ਵਾਲੇ ਬੋਰੀ ਅੰਦਰ ਧਰ ਜਾਂਦੇ। ਬਸ ਇੰਨਾ ਦੱਸਦੇ ਕਿ ਇਹ ਇੰਨੇ ਕਿਲੋ ਹੈ। ਕਿਸੇ ਨੇ ਕਿਹੜਾ ਉਹਨੂੰ ਕੰਡੇ ਤੇ ਜੋਕ ਕੇ ਦੇਖਣਾ ਹੁੰਦਾ ਸੀ। ਮਾਤਬਰੀ ਦੇ ਸੌਦੇ ਸਨ। ਗੰਡਾ ਮੱਲ ਜਾਂ ਤਿੱਪਰ ਚੰਦ ਨੇ ਉਸੇ ਵੇਲੇ ਲੋਹੇ ਦੀ ਵੱਡੀ ਸੇਫ ਖੋਲ ਕੇ ਨੋਟ ਦੇਣੇ ਹੁੰਦੇ। ਇਹ ਸਾਰਾ ਕੰਮ 10 ਮਿੰਟਾਂ ਦੇ ਵਿੱਚ ਨਿਬੜ ਜਾਂਦਾ। ਜੀਪ ਵਾਲੇ ਹੋ ਜਾਂਦੇ। ਬੋਰੀ ਅੰਦਰ ਕਿਧਰੇ ਪਈ ਹੁੰਦੀ। ਸੋਹਣੀ ਵੀ ਤਪਈ ਰਹਿਣ ਲੱਗ ਪਿਆ ਸੀ। ਦੋਵਾਂ ਦੇ ਘਰ ਟੈਲੀਫੋਨ ਸਨ। ਦਿਨ ਚੜ੍ਹਨ ਤੋਂ ਪਹਿਲਾਂ ਉਹਨਾਂ ਦੇ ਘਰੇ ਫੋਨ ਆ ਜਾਂਦਾ ਕਿ ਆ ਜਾਓ। ਉਹ ਸਮਝ ਆਉਂਦੇ ਰਾਤ ਜੀਪ ਆਈ ਹੋਏਗੀ। ਸੋਹਣੀ ਬਿਸ਼ੰਬਰ ਹਵਾ ਵਾਂਗ ਆਪਣੇ ਸਕੂਟਰ ਲਿਆ ਖੜਾਉਂਦੇ। ਪਿਛਲੇ ਦਰਵਾਜ਼ੇ ਵਿੱਚ ਦੀ ਜਾ ਕੇ ਮਾਲ ਦੇਖਦੇ ਤੇ ਤੁਰੰਤ ਹੀ ਅਲੱਗ-ਅਲੱਗ ਮੋਮੀ ਕਾਗਜ਼ਾਂ ਦੇ ਲਿਫਾਫੇ ਬਣਾਉਣ ਲੱਗਦੇ। ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਪਿੰਡ ਕਿੰਨੀ ਦੇਣੀ ਹੈ। 12 ਪਿੰਡਾਂ 'ਚ ਉਹਨਾਂ ਦਾ ਕਾਰੋਬਾਰ ਸੀ। 12 ਲਿਫਾਫੇ ਲੈ ਕੇ ਉਹ ਜੀਪ ਅੰਦਰ ਰੱਖਦੇ, ਤੁਰ ਪੈਂਦੇ। ਉਹ ਮੇਨ ਸੜਕਾਂ ਉੱਤੇ ਘੱਟ ਚੱਲਦੇ ਪਿੰਡ ਦੀਆਂ ਲਿੰਕ ਸੜਕਾਂ ਉੱਤੇ ਉਹਨਾਂ ਦੀ ਜੀਪ ਦੌੜਦੀ ਫਿਰਦੀ। ਆਥਣ ਤੱਕ 12 ਦੇ 12 ਪਿੰਡ ਕੱਢ ਦਿੰਦੇ ਸੀ। ਬਸ ਤੁਰਤ ਫੁਰਤ ਦਾ ਕੰਮ ਸੀ। ਲਿਫਾਫਾ ਅਗਲੇ ਨੂੰ ਇੱਕ ਹੱਥ ਦਿੰਦੇ, ਦੂਜੇ ਹੱਥ ਰਕਮ ਫੜੀ ਜਾਂਦੇ। ਕੋਈ ਸਾਲਾ ਲੰਡਾ ਲਾਟ ਉਹਨਾਂ ਦੀ ਜੀਪ ਨੂੰ ਹੱਥ ਨਹੀਂ ਪਾਉਂਦਾ ਸੀ। ਇਲਾਕੇ ਦੀ ਪੁਲਿਸ ਨੂੰ ਜਦੋਂ ਉਹਨਾਂ ਦਾ ਮਹੀਨਾ ਪਹੁੰਚਦਾ ਸੀ, ਉਹਨਾਂ ਲਈ ਪੂਰੀਆਂ ਖੁੱਲ੍ਹਾਂ ਸਨ। ਧਰਮਗੜ੍ਹ ਦਾ ਤਰਲੋਕ ਉਹਨਾਂ ਦਾ ਪੱਕਾ ਅੱਡਾ ਸੀ। ਉੱਥੇ ਤੋਂ ਪਾਣੀ ਧਾਣੀ ਵੀ ਪੀ ਲੈਂਦੇ ਸੀ। ਬਿਸ਼ੰਬਰ ਜਵਾਕਾਂ ਨੂੰ ਮਿਲ ਆਉਂਦਾ। ਚਾਚਾ ਕਰਦੇ ਫਿਰਦੇ। ਰੋਟੀ ਦਾ ਵੇਲਾ ਹੁੰਦਾ ਤਾਂ ਤਰਲੋਕ ਰੋਟੀ ਖਾਧੇ ਬਗੈਰ ਉਹਨਾਂ ਨੂੰ ਜਾਣ ਨਹੀਂ ਦਿੰਦਾ ਸੀ। ਬਹੁਤੇ ਲੋਕਾਂ ਨੂੰ ਇਹ ਅੰਦਾਜ਼ਾ ਸੀ ਕਿ ਤਰਲੋਕ ਦਾ ਛੋਟਾ ਭਾਈ ਉਹਨੂੰ ਮਿਲਣ ਆਉਂਦਾ। ਇਹ ਤਪੇ ਰਹਿੰਦਾ ਹੈ, ਇਹਦਾ ਵੀ ਕੋਈ ਚੰਗਾ ਕਾਰੋਬਾਰ ਹੈ। ਤਰਲੋਕ ਨੇ ਮਕਾਨ ਦੀ ਬੈਠਕ 'ਚ ਆਪਣੇ ਪਿਤਾ ਵਾਂਗ ਛੋਟੀ ਜਿਹੀ ਦੁਕਾਨ ਬਣਾ ਰੱਖੀ ਸੀ, ਜਿਸ 'ਚ ਬਹੁਤਾ ਕਰਕੇ ਤਰਲੋਕ ਦੀ ਘਰ ਵਾਲੀ ਬੈਠਦੀ ਤੇ ਸੌਦਾ ਸੂਤ ਗਾਹਕਾਂ ਨੂੰ ਦਿੰਦੀ ਰਹਿੰਦੀ। ਦੁਕਾਨ 'ਚ ਛੋਟੀਆਂ ਚੀਜ਼ਾਂ ਸਨ। ਮੋਟੇ ਦਾਣੇ ਦੀ ਖੁੱਲ੍ਹੀ ਖੰਡ, ਚਾਹ ਪੱਤੀ ਦੀਆਂ ਪੁੜੀਆਂ, ਸਸਤੀ ਕਿਸਮ ਦੇ ਬਿਸਕੁਟਾਂ ਦੇ ਪੈਕਟ, ਬੀਕਾਨੇਰੀ ਭੁਜੀਆ, ਸਿਗਰਟਾਂ ਦੀਆਂ ਡੱਬੀਆਂ, ਬੀੜੀਆਂ ਦੇ ਬੰਡਲ, ਜ਼ਰਦੇ ਦੀਆਂ ਪੁੜੀਆਂ, ਸਕੂਲੀ ਕਾਪੀਆਂ, ਟੀਨ ਦੀਆਂ ਸਲੇਟਾਂ, ਕਲਮਾਂ, ਪੈਨਸਲਾਂ, ਕਾਲੀ ਸਿਆਹੀ, ਔਰਤਾਂ ਲਈ ਸੁਰਖੀ, ਨਹੁ ਪਾਲਿਸ਼ ਤੇ ਵਾਲ ਸਫਾ ਸਾਬਣਾਂ ਸਨ। ਤਿਰਲੋਕ ਦਾ ਪੂੰਝਿਆ ਸਵਾਰਿਆ ਤੇ ਉੱਤੇ ਕੱਪੜਾ ਦੇ ਕੇ ਰੱਖਿਆ ਰਾਜਦੂਤ ਮੋਟਰਸਾਈਕਲ ਬਰਾਂਡੇ 'ਚ ਖੜਾ ਰਹਿੰਦਾ ਸੀ। ਸੋਹਣੀ ਤੇ ਬਿਸ਼ੰਬਰ ਜਦੋਂ ਜੀਪ ਲੈ ਕੇ ਤੁਰ ਜਾਂਦੇ ਤਾਂ ਤਿਰਲੋਕ ਕੀਚਰ ਦੇ ਘਰ ਜਾਂਦਾ। ਕੀਚਰ ਦੀ ਘਰ ਵਾਲੀ ਦਾ ਹਾਲ ਚਾਲ ਪੁੱਛਦਾ। ਚਾਚੀ ਆਖਦਾ। ਉਹਨੂੰ ਪਤਾ ਹੁੰਦਾ ਸੀ ਤਿਰਲੋਕ ਉਹਨਾਂ ਦੇ ਘਰ ਕਿਸ ਕੰਮ ਆਇਆ। ਚਾਹ ਪਾਣੀ ਨਹੀਂ ਪੀਂਦਾ ਸੀ। ਚਾਚੀ ਬਹੁਤ ਜ਼ੋਰ ਲਾਉਂਦੀ। ਉਹ ਕੀਚਰ ਨੂੰ ਨਾਲ ਲੈ ਕੇ ਤੁਰ ਪੈਂਦਾ। ਤਿਰਲੋਕ ਨੇ ਉਹਦੀ ਚਿਲਮ ਛੁਡਵਾਤੀ ਸੀ। ਤਲਬ ਲੱਗੀ ਤੋਂ ਹੁਣ ਬੀੜੀ ਪੀਂਦਾ। ਸਿਗਰਟ ਨਾਲੋਂ ਬੀੜੀ ਸਸਤੀ ਪੈਂਦੀ ਤੇ ਸਿਹਤ ਲਈ ਬਹੁਤ ਮਾੜੀ ਨਹੀਂ ਸੀ। ਉਹਨਾਂ ਕੋਲ 7 ਪਿੰਡ ਸਨ। ਉਹ 8 ਢੇਰੀਆਂ ਪਾ ਲੈਂਦੇ। ਤਰਲੋਕ ਦੇ ਘਰ ਛੋਟਾ ਮਸ਼ੀਨੀ ਕੰਡਾ ਸੀ, ਜੋਕ ਕੇ ਮੋਮੀ ਕਾਗਜ਼ਾਂ ਦੇ ਲਿਫਾਫਿਆਂ 'ਚ ਪਾਈ ਜਾਂਦੇ। ਇੱਕ ਲਿਫਾਫਾ ਕੀਚਰ ਉਦੋਂ ਹੀ ਆਪਣੇ ਘਰ ਨੂੰ ਲੈ ਜਾਂਦਾ। ਬਾਕੀ 7 ਲਿਫਾਫੇ ਲੈ ਕੇ ਉਹ ਅਗਲੇ ਦਿਨ ਵੱਡੇ ਤੜਕੇ ਤੁਰਦੇ। ਤਰਲੋਕ ਆਪਣੇ ਮੋਟਰਸਾਈਕਲ ਨੂੰ ਹਵਾ ਬਣਾ ਦਿੰਦਾ ਸੀ। ਉਹਦੀ ਜੀਨ ਦੀ ਮਗਰਲੀ ਖੱਬੀ ਜੇਬ 'ਚ ਛੋਟਾ ਅਮਰੀਕੀ ਰਿਵਾਲਵਰ ਹੁੰਦਾ। ਇਹਦੀ ਮੈਗਜ਼ੀਨ 'ਚ 6 ਗੋਲੀਆਂ ਭਰੀਆਂ ਹੁੰਦੀਆਂ। ਉਹਨਾਂ ਨੂੰ ਪੁਲਿਸ ਦਾ ਇੰਨਾ ਡਰ ਨਹੀਂ ਸੀ ਜਿੰਨਾ ਡਰ ਕਿਸੇ ਗੈਰ ਬੰਦੇ ਦਾ ਹੁੰਦਾ। ਮੁੜਨ ਵੇਲੇ ਉਹਨਾਂ ਕੋਲ ਖਾਸੀ ਭਾਰੀ ਰਕਮ ਹੁੰਦੀ ਸੀ। ਕੀ ਪਤਾ ਸੀ ਕਿਸੇ ਦਾ। ਰਾਜਸਥਾਨੀ ਮੁੰਡਾ ਪੂਰਾ ਤਿੱਖਾ ਸੀ। ਉਹ ਅਗਲੇ ਉੱਤੇ ਬਾਜ ਵਾਂਗ ਝਪਟ ਸਕਦਾ ਸੀ। ਕੀਚਰ ਤਰਲੋਕ ਦੇ ਮਗਰ ਬੈਠਦਾ। ਰਾਹ 'ਚ ਉਹ ਘੱਟ ਹੀ ਕੋਈ ਗੱਲਬਾਤ ਕਰਦੇ। 7 ਪਿੰਡਾਂ ਵਿੱਚ ਉਹਨਾਂ ਦੇ ਪੱਕੇ ਅੱਡੇ ਸਨ। 7 ਲਿਫਾਫੇ ਮੋਟਰਸਾਈਕਲ ਦੇ ਥੈਲੇ 'ਚ ਕੀਚਰ ਦੇ ਪੱਟ ਥੱਲੇ ਦੱਬੇ ਹੁੰਦੇ। ਅਗਲੇ ਦੇ ਬਾਰ ਮੂਹਰੇ ਜਾ ਕੇ ਉਹ ਹਾਰਨ ਨਹੀਂ ਵਜਾਉਂਦੇ ਸੀ। ਹੌਲੀ ਹੌਲੀ ਬਾਰ ਦਾ ਬਾਹਰਲਾ ਕੁੰਡਾ ਖੜਕਾਉਂਦੇ
ਤਰਲੋਕ ਮੋਟਰਸਾਈਕਲ ਉੱਤੇ ਹੀ ਬੈਠਾ ਰਹਿੰਦਾ। ਕੀਚਰ ਇੱਕ ਲਿਫਾਫਾ ਕੱਢਦਾ, ਅਗਲੇ ਨੂੰ ਅੰਦਰ ਜਾ ਕੇ ਫੜਾ ਦਿੰਦਾ। ਉਹ ਪਹਿਲਾਂ ਹੀ ਰਕਮ ਤਿਆਰ ਕਰੀ ਬੈਠਾ ਹੁੰਦਾ ਸੀ। ਉਹ ਤਾਂ ਸਗੋਂ ਉਹਨਾਂ ਨੂੰ ਉਡੀਕ ਰਿਹਾ ਹੁੰਦਾ। ਉਹਨੂੰ ਪਹਿਲਾਂ ਪਤਾ ਹੁੰਦਾ ਕਿ ਉਹ ਅੱਜ ਭਲਕੇ ਆਉਣ ਵਾਲੇ ਹਨ। ਸਾਰਾ ਕੰਮ ਉਹ 5-7 ਮਿੰਟਾਂ 'ਚ ਹੀ ਨਿਬੇੜ ਕੇ ਪਿੰਡੋਂ ਨਿਕਲ ਜਾਂਦੇ। ਇਹ ਦੋਵੇਂ ਧਿਰਾਂ ਦੀ ਇਮਾਨਦਾਰੀ ਸੀ ਤੇ ਮਾਤਬਰੀ ਕਿ ਨਾ ਤਾਂ ਅਗਲਾ ਲਿਫਾਫਾ ਤੋਲ ਕੇ ਦੇਖਦਾ ਤੇ ਨਾ ਉਹਦੇ ਨੋਟਾਂ ਦੀ ਥਈ ਗਿਣਦੇ। ਕੋਈ ਚਾਹ ਪਾਣੀ ਦਾ ਨਾਂ ਨਹੀਂ। ਲਿਫਾਫਾ ਫੜਾਉਣ ਵੇਲੇ ਸਿਰਫ ਆਹੀ ਵਾਰਤਾਲਾਪ ਹੁੰਦੀ, ਕਿੰਨੀ ਹੈ, ਇੰਨੀ, ਤੇ ਬਸ। ਨੋਟਾਂ ਦੀ ਥਈ ਫੜਨ ਵੇਲੇ ਕਿੰਨੇ ਨੇ, ਇੰਨੇ, ਤੇ ਬਸ। ਫੀਮ ਦੇ ਇਸ ਧੰਦੇ 'ਚ ਉਹਨਾਂ ਦਾ ਅੱਧੋ ਅੱਧ ਸੀ। ਤਰਲੋਕ ਦਾ ਜਿੱਥੇ ਮੋਟਰਸਾਈਕਲ ਸੀ ਤੇ ਉਹਦਾ ਪੈਟਰੋਲ ਬਚਦਾ ਸੀ, ਉੱਥੇ ਕੀਚਰ ਧਰਮਗੜ੍ਹ ਵਿੱਚ ਗਾਹਕਾਂ ਨੂੰ ਭੁਗਤਾਉਂਦਾ ਸੀ, ਨਵੇਂ ਗਾਹਕ ਪੈਦਾ ਕਰਦਾ। ਇਸ ਕੁੱਤੇ ਭਕਾਈ ਦਾ ਕੀ ਮੁੱਲ ਸੀ? ਦੂਜੀ ਗੱਲ, ਕੀਚਰ ਪਿੰਡ ਦਾ ਬੰਦਾ ਸੀ। ਤਰਲੋਕ ਫੇਰ ਵੀ ਪਰਦੇਸੀ ਸੀ। ਧਰਮਗੜ੍ਹ ਤੇ ਹੋਰ ਪਿੰਡਾਂ 'ਚ ਤਰਲੋਕ ਦੀ ਹਾਲੇ ਇੰਨੀ ਪਰਚੋਨੀ ਬਣੀ ਸੀ। ਇਸ ਕਾਰੋਬਾਰ 'ਚ ਨਗਦ ਪੈਸੇ ਤੁਰੰਤ ਦੇਣੇ ਪੈਂਦੇ ਤੇ ਪਿੰਡਾਂ 'ਚੋਂ ਨਗਦ ਪੈਸੇ ਹੀ ਉਹ ਲਿਆਉਂਦੇ। ਉਧਾਰ ਪੈਂਦਾ ਸੀ ਤਾਂ ਸਿਰਫ ਧਰਮਗੜ੍ਹ ਪਿੰਡ 'ਚ ਗਾਹਕਾਂ ਦਾ, ਜਿਹਦਾ ਕੀਚਰ ਆਪ ਜ਼ਿੰਮੇਵਾਰ ਸੀ। ਇੱਕ ਵਾਰੀ ਆਈ ਫੀਮ ਦਾ ਉਹ 5-7 ਦਿਨਾਂ 'ਚ ਹੀ ਹਿਸਾਬ ਕਿਤਾਬ ਕਰਦੇ ਤੇ ਪੈਸੇ ਵੰਡ ਲੈਂਦੇ ਸਨ। ਉਹਨਾਂ ਦੋਵਾਂ ਕੋਲ ਖਾਸੇ ਪੈਸੇ ਹੋ ਗਏ ਸਨ। ਉਹ ਕਈ ਸਾਲਾਂ ਤੋਂ ਇਹ ਧੰਦਾ ਕਰ ਰਹੇ ਸਨ। ਹਰ ਮਹੀਨੇ ਰਿਪੋਰਟ ਜੁੜਦੀ ਤੁਰੀ ਜਾਂਦੀ। ਉਹ ਪੁਲਿਸ ਨੂੰ ਮਹੀਨਾ ਵੀ ਦਿੰਦੇ, ਤਪੇ ਵਾਲੇ ਅਲੱਗ ਆਪਣਾ ਮਹੀਨਾ ਦਿੰਦੇ। ਤਰਲੋਕ ਅੱਡ ਦੇ ਕੇ ਆਉਂਦਾ। ਤਰਲੋਕ ਨੇ ਇੱਕ ਦਿਨ ਵੀ ਕਦੇ ਢਿੱਲ ਨਹੀਂ ਕੀਤੀ ਸੀ। ਪੁਲਿਸ ਛਾਪਾ ਉਦੋਂ ਹੀ ਮਾਰਦੀ ਸੀ ਤੇ ਫੀਮ ਫੜ ਕੇ ਮੁਕੱਦਮਾ ਪੇਸ਼ ਕਰ ਦਿੰਦੀ ਜਦੋਂ ਉਹਨਾਂ ਦਾ ਮਹੀਨਾ ਬੰਦ ਹੋ ਜਾਂਦਾ ਸੀ। ਪੁਲਿਸ ਨੇ ਆਪਣੀ ਪੀਰੀ ਵੀ ਦਿਖਾਉਣੀ ਹੁੰਦੀ, ਪਰ ਤਰਲੋਕ ਦੀ ਦੁਕਾਨ ਤੇ ਕਦੇ ਇੱਕ ਵਾਰ ਵੀ ਛਾਪਾ ਨਹੀਂ ਪਿਆ ਸੀ। ਦੋਵਾਂ ਨੇ ਇੱਕ ਦਿਨ ਬੈਠ ਕੇ ਸਲਾਹ ਕੀਤੀ ਕਿ ਰੁਪਇਆ ਪਿਆ ਕੀ ਕਰਦਾ, ਕਿਉਂ ਨਾ ਇਹਨੂੰ ਕਿਸੇ ਲੇਖੇ ਲਾਇਆ ਜਾਵੇ, ਚੰਗੇ ਕੰਮ 'ਚ ਵਰਤ ਲਿਆ ਜਾਏ। ਪਿੰਡ 'ਚ ਜ਼ਮੀਨਾਂ ਦਾ ਲੈਣ ਦੇਣ ਚੱਲਦਾ ਰਹਿੰਦਾ ਸੀ। ਜ਼ਮੀਨ ਗਹਿਣੇ ਤਾਮ ਰੱਖੀ ਜਾਂਦੀ, ਬੈਅ ਵੀ ਕੀਤੀ ਜਾਂਦੀ ਸੀ। ਜਿੱਥੇ ਪਿੰਡ 'ਚ ਥੋੜ੍ਹੇ ਟੁੱਟੇ ਕਿਸਾਨ ਸਨ, ਉੱਥੇ ਧਨੀ ਕਿਸਾਨ ਵੀ ਸਨ। ਉਹਨਾਂ ਧਨੀ ਕਿਸਾਨਾਂ ਕੋਲ ਮਾੜੇ ਜੱਟਾਂ ਦੀ ਜ਼ਮੀਨ ਇਕੱਠੀ ਹੁੰਦੀ ਜਾ ਰਹੀ ਸੀ। ਕੀਚਰ ਦੇ ਇੱਕ ਦਿਨ ਕੰਨ ਬਲੇਲ ਪਈ ਕਿ ਕਾਹਨੂੰ ਦਾ ਧਨਸੂ 4 ਕਿੱਲੇ ਜ਼ਮੀਨ ਬੈਅ ਕਰਨ ਨੂੰ ਫਿਰਦਾ। ਉਹ ਝੱਟ ਧਨਸੂ ਦੇ ਘਰ ਗਿਆ ਤੇ ਗੱਲ ਤੋਰੀ। ਕੀਚਰ ਪਹਿਲਾਂ ਵੀ ਉਹਦੇ ਘਰ ਫੀਮ ਦੇਣ ਜਾਂਦਾ ਹੁੰਦਾ। ਉਸ ਦਿਨ ਖਾਸ ਤੌਰ ਤੇ ਗਿਆ। ਧਨਸੂ, ਜਿਹਨੂੰ ਧਨੀ ਵੀ ਕਿਹਾ ਜਾਂਦਾ, ਉਹਦਾ ਬਚਪਨ ਦਾ ਨਾਂ ਸੀ, ਜਿਹੜਾ ਹੁਣ ਤੱਕ ਬਹੁਤ ਪੱਕ ਗਿਆ ਸੀ। ਹੱਸ ਕੇ ਉਹਨੇ ਕੀਚਰ ਨੂੰ ਕਿਹਾ, ਓਏ ਹਾਲੇ ਤਾਂ ਹੈਗੀ, ਤੂੰ ਪਹਿਲਾਂ ਹੀ ਆ ਗਿਆ। ਨਹੀਂ, ਮੈਂ ਇਹ ਕੰਮ ਨਹੀਂ ਆਇਆ। ਕੀਚਰ ਨੇ ਘਰ ਦਾ ਆਲਾ ਦੁਆਲਾ ਟੋਇਆ। ਘਰ 'ਚ ਹੋਰ ਕੋਈ ਨਹੀਂ ਸੀ। ਜਵਾਕ ਜੱਲਾ ਸਾਰਾ ਉਹਨਾਂ ਦੇ ਬਾਹਰਲੇ ਘਰ ਸੀ। ਹੋਰ ਕੀ ਕੰਮ ਬਈ? ਧਨੀ ਦੀ ਉਤਸੁਕਤਾ ਜਾਗੀ। ਸੁਣਿਆ ਤੂੰ ਥੋੜ੍ਹੀ ਘਣੀ ਭੋਏ ਦੇਣ ਦਾ ਇਰਾਦਾ ਕੀਤਾ। ਹਾਂ, ਹੈਗੀ ਸਲਾਹ। ਤੈਨੂੰ ਕਿਹਨੇ ਦੱਸਿਆ ਬਈ? ਬਸ ਲੱਗ ਜਾਂਦਾ ਪਤਾ। ਕਿੰਨੀ ਦੇਣੀ ਹੈ? 4 ਕਿੱਲੇ। ਪਹਿਲਾਂ ਗਹਿਣੇ ਆ ਆਸਾ ਸੂਹ ਕੋਲ। ਉਹ ਬੈਅ ਹੋਰ ਲੈਂਦਾ ਨਹੀਂ, ਕਹਿੰਦਾ ਬਥੇਰੀ ਹੋ ਗਈ। ਪਤਾ ਨਹੀਂ ਭਾਈ, ਉਹਦੀ ਚਾਲ ਹੈ ਕੋਈ, ਵੀ ਬੈਅ ਸਸਤੀ ਭਾਲਦਾ ਹੋਵੇ। ਇਹੀ ਗੱਲ ਹੈ, ਜ਼ਮੀਨ ਕਿਹਨੇ ਤਿਆਗੀ ਹੈ। ਜੱਟ ਜ਼ਮੀਨ ਲੈਣੋਂ ਨਹੀਂ ਹਟਦਾ ਹੁੰਦਾ, ਚਾਹੇ ਬਾਣੀਏ ਤੋਂ ਵਿਆਜੂ ਫੜ ਕੇ ਦੇਵੇ। ਚੱਲ ਛੱਡ ਆਸਾ ਸੂਹ ਨੂੰ, ਉਹ ਤਾਂ ਗਿਰਜ ਹੈ ਮੇਰਾ ਸਾਲਾ, ਮਾਸ ਖਾਂਦਾ ਜੱਟਾਂ ਦਾ। ਤੂੰ 4 ਕਿੱਲੇ ਦਾ ਬੈਅ ਦੱਸ, ਕਿੰਨੇ ਮੰਗਦਾ ਕਿੱਲੇ ਦੇ? ਗੱਲ ਇਹ ਹੈ ਕੀਚਰ ਸਿਆਂ, ਤੂੰ ਆਪ ਸਿਆਣਾ। ਆਸਾ ਸੂਹ ਗਹਿਣੇ ਤੇ ਹੋਰ ਪੈਸੇ ਦਿੰਦਾ ਨਹੀਂ। ਪੈਸਿਆਂ ਬਗੈਰ ਮੈਨੂੰ ਸਰਦਾ ਨਹੀਂ। ਕਬੀਲਦਾਰੀ ਹੈ, ਬੈਅ ਉਹ ਐਵੇਂ ਭਾਲਦਾ। ਕਿੰਨਾ ਹੋ ਗਿਆ ਗਹਿਣਾ? 1 ਲੱਖ। ਹੋਰ ਕਿੰਨੇ ਦਿੰਦਾ? ਕਹਿੰਦਾ ਮੈਂ ਤਾਂ 20 ਤੋਂ ਵੱਧ ਨਹੀਂ ਦੇ ਸਕਦਾ। ਹੋਰ ਕਿਸੇ ਨੂੰ ਦੇ ਦੇ, ਬਸ਼ੱਕ ਦੀ। ਮੇਰਾ ਗਹਿਣਾ ਮੋੜ। ਮੈਂ 50,000 ਤੱਪੇ ਵੀ ਵਿਆਜੂ ਦੇਣਾ। ਆੜਤੀਏ ਦਾ? ਉਹ ਮੇਰਾ ਸਾਲਾ ਕਰਿਆੜ ਨਿੱਤ ਖੂੰਡੀ ਲੈ ਕੇ ਆ ਖੜਦਾ। ਆਖੜਦਾ, ਕਹਿੰਦਾ ਮੂਲ ਵਿਆਜ ਸਾਰਾ ਨਿਬੇੜ। ਕਿਕੂ ਕਰਾਂ ਯਾਰ, ਜਾਨ ਕੜਕੀ ਚਾਈ ਪਈ ਹੈ। ਧਨੀ ਨੇ ਸਾਰੀ ਕਹਾਣੀ ਦੱਸੀ। ਕੀਚਰ ਨੇ ਬੁੱਲਾਂ ਤੇ ਜੀਭ ਫੇਰੀ, ਕਹਿੰਦਾ ਲੈ ਇੱਕੋ ਮੁਕਾ ਦਿਆਂ? ਹਾਂ, ਤੂੰ ਵੀ ਦੱਸ ਦੇ। ਅਸੀਂ ਤੈਨੂੰ 2 ਲੱਖ ਦੇ ਦਿਆਂਗੇ। ਮੈਂ ਤੇ ਤਰਲੋਕ ਦੋਹਾਂ ਦੇ ਨਾਂ ਰਜਿਸਟਰੀ ਹੋਊਗੀ। ਸਾਰਾ ਸਰਜੂ ਤੇਰਾ। ਆਸੇ ਨੂੰ ਮੁਕਾ ਦੀ, ਤਪੇ ਦਾ ਵੀ ਜੂੜ ਵੱਢ ਦੀ। ਤੈਨੂੰ 50,000 ਬਚ ਰਹੂ। ਮੌਜਾਂ ਕਰੀ। ਜਿੰਨੇ ਸਾਲ ਕਬੀਲਦਾਰੀ ਦੇ ਟੱਪਣਗੇ ਉਨੇ ਭਲੇ। ਤੇ ਜੱਟ ਦੀ ਕਬੀਲਦਾਰੀ ਤਾਂ ਪਾਣੀ ਦਾ ਉਛਾਲ ਹੈ, ਕਦੇ ਉਹ ਕਦੇ ਉੱਤੇ ਕਦੇ ਥੱਲੇ। ਕੋਈ ਨਹੀਂ, ਰੱਬ ਫੇਰ ਭਲੀ ਕਰੂਗਾ, ਸੱਚਾ ਪਾਤਸ਼ਾਹ। ਧਨੀ ਉਹਦੇ ਵੱਲ ਚੌੜੀਆਂ ਅੱਖਾਂ ਕਰਕੇ ਝਾਕ ਰਿਹਾ ਸੀ। ਚੰਗਾ, ਚੱਲਿਆ ਮੈਂ ਤਾਂ। ਏਦੂ ਵੱਧ ਇੱਕ ਪੈਸਾ ਨਹੀਂ। ਪਿੰਡ 'ਚ ਇਹੀ ਭਾਅ ਹੈ, ਉੱਚੇ ਤੋਂ ਉੱਚਾ। ਕਿਤੋਂ ਪਤਾ ਕਰ ਲੈ। ਸਲਾਹ ਬਣਦੀ ਹੈ ਤਾਂ ਦੱਸ ਦੇ। ਅੱਜ ਆਥਣ ਨੂੰ ਦੱਸ ਦੇ, ਕੱਲ ਨੂੰ ਦੱਸ ਦੇ। ਅਸੀਂ ਜ਼ਮੀਨ ਲੈਣੀ ਜ਼ਰੂਰ ਹੈ, ਇਹਨਾਂ ਦਿਨਾਂ 'ਚ ਹੀ। ਤੇਰੀ ਨਹੀਂ ਤਾਂ ਹੋਰ ਕਿਸੇ ਦੀ ਲੈ ਲਾਂਗੇ। ਕੀਚਰ ਉਹਦੇ ਘਰੋਂ ਤੁਰਨ ਲੱਗਿਆ।
ਮਗਰੋਂ ਹਾਕ ਮਾਰੀ ਧਨੀ ਨੇ, ਓਏ ਸੁਣ ਮੇਰੀ ਗੱਲ। ਹਾਂ ਦੱਸ, ਕੀਚਰ ਨੇ ਮੂੰਹ ਭੁਆ ਕੇ ਕਿਹਾ। ਰਕਮ ਤਿਆਰ ਹੈ ਸਾਰੀ? ਹੋਰ ਪੈਸੇ ਪਹਿਲਾਂ ਪਹਿਲਾਂ ਸਾਰੀ ਰਕਮ ਤਾਰ ਕੇ ਫੇਰ ਚੱਲਾਂਗੇ ਬਰਨਾਲੇ ਤਹਿਸੀਲਦਾਰ ਦੇ। ਕੀਚਰ ਨੇ ਪੈਰ ਗੱਡ ਕੇ ਜਵਾਬ ਦਿੱਤਾ। ਕੀਚਰ ਤੇ ਧਨੀ ਹੱਥ ਨੂੰ ਪਟਵਾਰੀ ਦੇ ਘਰ ਵੱਲ ਜਾਂਦੇ ਦੇਖੇ ਗਏ। ਅਗਲਾ ਦਿਨ ਰਜਿਸਟਰੀਆਂ ਦਾ ਸੀ। ਪਟਵਾਰੀ, ਨੰਬਰਦਾਰ ਤੇ 2 ਹੋਰ ਬੰਦੇ ਉਹਨਾਂ ਦੇ ਨਾਲ ਬਰਨਾਲੇ ਗਏ। ਪਟਵਾਰੀ ਨੇ ਆਪਣੀ ਸਰਕਾਰੀ ਤੇ ਗੈਰ ਸਰਕਾਰੀ ਫੀਸ ਕੀਚਰ ਹੋਰਾਂ ਤੋਂ ਲੈ ਲਈ ਸੀ। ਪਟਵਾਰੀ ਦੇ ਘਰ ਹੀ 2 ਲੱਖ ਦਿੱਤਾ ਗਿਆ, ਜਿਹੜਾ ਧਨੀ ਨੇ ਆਪਣੇ ਘਰ ਨਹੀਂ ਰੱਖਿਆ। ਪਿੰਡ ਦੇ ਇੱਕ ਬਾਣੀਏ ਨੂੰ ਅਮਾਨਤ ਵਜੋਂ ਫੜਾਇਆ ਗਿਆ। ਤ੍ਰਿਲੋਕ ਚੰਦ ਤੇ ਕੀਚਰ ਸਿੰਘ ਦੇ ਨਾਂ ਅੱਧੋ ਅੱਧ ਰਜਿਸਟਰੀ ਹੋ ਗਈ। ਤਹਿਸੀਲਦਾਰ ਦਾ ਹਿੱਸਾ ਰਜਿਸਟਰੀ ਤੋਂ ਪਹਿਲਾਂ ਹੀ ਅਰਜੀ ਨਵੀਸ ਨੇ ਫੜ ਲਿਆ ਸੀ। ਅਰਜੀ ਨਵੀਸ ਨੇ ਇੰਤਕਾਲ ਵੀ ਤਾਂ ਤਹਿਸੀਲਦਾਰ ਤੋਂ ਕਰਵਾ ਕੇ ਦੇਣਾ ਸੀ। ਖਰੀਦਦਾਰਾਂ ਵੱਲੋਂ ਸਭ ਨੂੰ ਸਰਚਾ ਦਿੱਤਾ ਗਿਆ ਸੀ। ਤ੍ਰਿਲੋਕ ਤੇ ਕੀਚਰ ਨੇ ਕੁਝ ਰਕਮ ਤਪਿਓਂ ਗੰਡਾਮਲ ਤੋਂ ਹੱਥ ਉਧਾਰ ਵੀ ਫੜੀ ਸੀ। ਉਹਨਾਂ 'ਚ ਆਪਸਦਾਰੀ ਸੀ, ਖਤਰੇ ਵਾਲੀ ਗੱਲ ਨਹੀਂ ਸੀ। ਅਗਲੇ ਸਾਲ ਕੀਚਰ ਅਮਲੀ ਦੇ ਦੋਵੇਂ ਮੁੰਡਿਆਂ ਨੇ ਜੱਟਾਂ ਦਾ ਸੀਰ ਛੱਡਤਾ ਤੇ ਧਨੀ ਵਾਲੀ 4 ਕਿੱਲੇ ਜ਼ਮੀਨ 'ਚ ਖੇਤੀ ਦਾ ਕੰਮ ਆਪ ਕਰਨ ਲੱਗੇ। ਉਹਨਾਂ ਨੇ 4 ਕਿੱਲੇ ਹੋਰ ਹਿੱਸੇ ਉੱਤੇ ਲੈ ਲਈ ਸੀ। ਤਰਲੋਕ ਨੂੰ ਅੱਧ ਦਾ ਹਿੱਸਾ ਦਿੰਦੇ। ਤਰਲੋਕ ਤੇ ਕੀਚਰ ਦਾ ਆਪਣਾ ਧੰਦਾ ਜਾਰੀ ਸੀ। ਅਗਲਾ ਅੰਗ ਹੈ ਮਾਊਂ ਟਿੱਡਿਆਂ ਦੀ ਖੇਤੀ। ਕਾਨੂੰ ਉਰਫ ਕਾਨ ਸਿੰਘ ਮਾਂ ਦਾ ਇਕੱਲਾ ਪੁੱਤ ਸੀ। ਉਹਦਾ ਬਾਪ ਵੀ ਨਹੀਂ ਸੀ। 20-22 ਸਾਲ ਦਾ ਜਵਾਨ ਹੋਇਆ ਤਾਂ ਮਾਂ ਦੀ ਮਰਜ਼ੀ ਦੇ ਉਲਟ ਫੌਜ 'ਚ ਭਰਤੀ ਹੋ ਗਿਆ। ਇਹ ਪਹਿਲੀ ਵੱਡੀ ਲੜਾਈ ਦਾ ਜ਼ਮਾਨਾ ਸੀ। ਉਹ ਅਨਪੜ੍ਹ ਸੀ ਤੇ ਸਿਪਾਹੀ ਭਰਤੀ ਹੋਇਆ ਸੀ। ਜਦੋਂ ਕੁਝ ਪੈਰਾਂ ਸਿਰ ਹੋਇਆ ਤਾਂ ਮਾਂ ਨੂੰ ਮਨੀ ਆਰਡਰ ਭੇਜਦਾ। ਰੁਪਈਏ ਜੇਬ 'ਚ ਪਾ ਕੇ ਵੀ ਮਾਂ ਹੌਕਾ ਲੈਂਦੀ। ਖਬਰੇ ਕਿੱਥੇ ਪਰਦੇਸਾਂ 'ਚ ਰੁਲਦਾ ਫਿਰਦਾ, ਪੈਸਿਆਂ ਦਾ ਮੈਨੂੰ ਕੀ ਨਗਿਆਸ। ਲੜਾਈ ਦਾ ਸਿਰਫ 4 ਸਾਲ ਰਹੀ। ਜਦੋਂ ਨੌਕਰੀ ਪੂਰੀ ਕਰਕੇ ਹੌਲਦਾਰੀ ਪੈਨਸ਼ਨ ਆਇਆ, ਮਾਂ ਮਰ ਚੁੱਕੀ ਸੀ। ਉਹਨੂੰ ਉਡੀਕਦੀ ਮੁੱਕ ਗਈ। ਬੁੜੀ ਦੇ ਮਨ 'ਚ ਕੀ ਪਤਾ ਕਿੰਨੇ ਸੁਪਨੇ ਹੋਣਗੇ। ਉਹ ਕਾਨੂੰ ਦਾ ਵਿਆਹ ਕਰੇਗੀ, ਜਵਾਕ ਜੰਮਣਗੇ, ਘਰ ਭਰਿਆ ਭਰਿਆ ਲੱਗੇਗਾ। ਪਰ ਕਾਨੂੰ ਨੂੰ ਜਿਹੜਾ ਇਕੱਠਾ ਪੈਸਾ ਮਿਲਿਆ, ਪਿੰਡ ਆ ਕੇ ਉਹਨੇ ਸਸਤੇ ਮੁੱਲ ਦੀ ਜ਼ਮੀਨ ਖਰੀਦ ਲਈ। ਕੁਝ ਪੈਸੇ ਉਹਨੇ ਤਨਖਾਹਾਂ ਜੋੜ ਵੀ ਜਮ੍ਹਾਂ ਕੀਤੇ ਹੋਏ ਸੀ। ਉਹਦੇ ਆਪਣੇ ਸੁਪਨੇ ਸਨ। ਦੇਹ ਉਹਦੀ ਬਗਾਨੀ ਧਰਤੀ ਉੱਤੇ ਬਨਵਾਸ ਕੱਟਦੀ ਸੀ। ਮਨ ਉਡਾਰੀਆਂ ਮਾਰ ਕੇ ਪਿੰਡ ਪਹੁੰਚਿਆ ਹੁੰਦਾ। ਉਹ ਸ਼ਰੀਕਾਂ 'ਚ ਆਪਣੇ ਮਰ ਮੁੱਕ ਚੁੱਕੇ ਬਾਪ ਦਾ ਨਾਂ ਵੀ ਤਾਜ਼ਾ ਕਰਨਾ ਚਾਹੁੰਦਾ ਸੀ। ਵਿਆਹ ਕਰਵਾ ਕੇ ਨਰਕ ਭੁੱਲਣਾ ਸੀ ਉਹਨੇ। ਉਹ ਜੱਟਾਂ 'ਚ ਜੱਟ ਹੋਣਾ ਲੋਚਦਾ। ਉਹਨੇ ਇਹ ਬੇਆਬਾਦ ਜ਼ਮੀਨ ਖਰੀਦੀ ਸੀ। ਇਸ 'ਚ ਪਤਾ ਨਹੀਂ ਕਿੰਨੇ ਸਾਲਾਂ ਤੋਂ ਖੇਤੀ ਨਹੀਂ ਹੁੰਦੀ ਸੀ। ਕਿਸੇ ਘੋਰੀ ਟੱਬਰ ਦੀ ਜ਼ਮੀਨ ਸੀ ਇਹ। ਇਸ 'ਚ ਅੱਕ, ਬੂਈਆਂ, ਮਲੇ, ਕਰੀਰ, ਚੂੜੀ, ਸਲੇਟ, ਪੋਲੀ ਤੇ ਭਖੜਾ ਲਿਹਾ ਉੱਗਿਆ ਹੋਇਆ ਸੀ। ਇੱਕ ਤਰ੍ਹਾਂ ਨਾਲ ਝੱਲ ਬਣੀ ਹੋਈ ਸੀ ਇਹ ਧਰਤੀ। ਮਿੱਟੀ ਤਾਂ ਕਿਧਰੇ ਦਿਸਦੀ ਨਹੀਂ ਸੀ ਕਾਹਨੂੰ। ਫੇਰ ਵੀ ਜੱਟ ਦਾ ਪੁੱਤ ਸੀ। ਉਹਨੇ ਕਈ ਥਾਵਾਂ ਤੋਂ ਮਿੱਟੀ ਪੁੱਟ ਕੇ ਦੇਖੀ ਸੀ। ਮਿੱਟੀ ਉਪਜਾਊ ਲੱਗਦੀ ਸੀ। ਇਸ 'ਚ ਕਣਕ, ਮੱਕੀ ਤੇ ਕਪਾਹਾਂ ਹੁੰਦੀਆਂ ਹੋਣਗੀਆਂ ਕਦੇ। ਕਾਨੂੰ ਜਦੋਂ ਪੈਨਸ਼ਨ ਆਇਆ, ਉਹਦੀ ਉਮਰ 44-45 ਨੂੰ ਟੱਪ ਗਈ ਸੀ। ਪਰ ਉਹ ਇੰਨਾ ਲੱਗਦਾ ਨਹੀਂ ਸੀ। ਫੌਜ 'ਚ ਰਿਹਾ ਹੋਣ ਕਰਕੇ ਉਹਦਾ ਸਰੀਰ ਗਠਿਆ ਹੋਇਆ ਸੀ। ਮੋਟਾਪਾ ਕਿਧਰੇ ਵੀ ਨਹੀਂ ਸੀ ਦਿਸਦਾ। ਦਾੜੀ, ਮੁੱਛਾਂ ਤੇ ਸਿਰ ਦੇ ਵਾਲਾਂ 'ਚ ਕੋਈ ਧੌਲਾ ਸੀ। ਧੌਲਿਆਂ ਨੂੰ ਉਹ ਦਿਸਣ ਨਹੀਂ ਦਿੰਦਾ ਸੀ। ਸਿਰ ਤੇ ਤਾਂ ਪਗੜੀ ਹੁੰਦੀ, ਦਾੜੀ ਮੁੱਛਾਂ ਨੂੰ ਹਮੇਸ਼ਾ ਰੰਗ ਕੇ ਰੱਖਦਾ। ਉਹਦੇ 'ਚ ਪਹਿਲਾਂ ਜਿੰਨੀ ਤਾਕਤ ਸੀ। ਕਹੀ ਦਾ ਕੰਮ ਕਰ ਸਕਦਾ। ਉਹ ਨਿੱਤ 10 ਦਿਹਾੜੀਏ ਲੈ ਕੇ ਜਾਂਦਾ। ਮਜ਼੍ਹਬੀ ਰਾਮਦਾਸੀਆਂ ਦੇ ਇਹ ਨੌਜਵਾਨ ਤੇ ਤਕੜੇ ਮੁੰਡੇ ਹੁੰਦੇ। ਆਪ ਵੀ ਉਹਨਾਂ ਨਾਲ ਲੱਗਦਾ, ਸਗੋਂ ਉਹਨਾਂ ਸਾਰਿਆਂ ਨਾਲੋਂ ਜ਼ਿਆਦਾ ਕੰਮ ਕਰਦਾ ਸੀ। 15-20 ਦਿਨਾਂ ਅੰਦਰ ਹੀ ਉਹਨਾਂ ਨੇ ਸਾਰਾ ਵਾਹਣ ਐਨ ਖੁੱਗ ਦਿੱਤਾ। ਕਿਧਰੇ ਕੋਈ ਘਾਹ ਬੂਟਾ ਵੀ ਨਹੀਂ ਛੱਡਿਆ। ਦਿਹਾੜੀਆਂ ਨੂੰ ਖੁੱਲ੍ਹ ਸੀ ਕਿ ਆਥਣ ਨੂੰ ਬਾਲਣ ਦੀਆਂ ਲੱਕੜਾਂ ਭਰੀਆਂ ਬੰਨ੍ਹ ਕੇ ਘਰਾਂ ਨੂੰ ਲਿਜਾ ਸਕਦੇ। ਮੋਟੀਆਂ ਲੱਕੜਾਂ ਦਾ ਢੇਰ ਖੇਤ ਦੇ ਇੱਕ ਪਾਸੇ ਲਾ ਦਿੱਤਾ ਗਿਆ। ਗੋਡੇ ਮਿੱਟੀ ਥੱਲੇ ਉੱਤੇ ਆ ਗਈ ਸੀ। ਸੁਹਾਗਾ ਮਾਰ ਕੇ ਜ਼ਮੀਨ ਪੱਧਰ ਕਰਤੀ ਗਈ। ਡੂੰਘਾ ਹਲ ਚਲਾਇਆ ਗਿਆ ਤੇ ਫਿਰ ਸੁਹਾਗਾ ਮਾਰਿਆ ਗਿਆ। ਪਹਿਲੇ ਸਾਲ ਹੀ ਸਾਰੀ ਜ਼ਮੀਨ 'ਚ ਛੋਲੇ ਬੀਜੇ ਗਏ। ਛੋਲਿਆਂ ਦਾ ਨਿਕਾਲ ਇੰਨਾ ਨਿਕਲਿਆ ਤੇ ਛੋਲੇ ਵੀ ਇੰਨੇ ਮੋਟੇ ਕਿ ਅਗਵਾੜ ਦੇ ਲੋਕ ਦੰਗ ਰਹਿ ਗਏ ਫੌਜੀ ਦੀ ਅਕਲ ਉੱਤੇ। ਇਸ ਵਾਹਣ ਨੂੰ ਕੱਸੀ ਦਾ ਪਾਣੀ ਵੀ ਸੀ, ਜਿਹੜਾ ਕਦੇ ਕਿਸੇ ਨੇ ਲਾਇਆ ਨਹੀਂ ਸੀ। ਵਾਰੀ ਜ਼ਰੂਰ ਸੀ। ਉਹਨਾਂ ਦਿਨਾਂ 'ਚ ਪੈਸੇ ਦੇ ਕੇ ਰਿਸ਼ਤਾ ਹੋ ਜਾਂਦਾ। ਇੱਕ ਤਾਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਕਮੀ ਬਹੁਤ ਸੀ। ਦੂਜੇ ਲੋਕਾਂ 'ਚ ਗਰੀਬੀ ਬੇਅੰਤ ਸੀ। ਭੁੱਖ ਸਾਹਮਣੇ ਸੱਭਿਆਚਾਰ ਨੂੰ ਵਲ ਪੈਂਦੇ ਤੁਰੇ ਜਾ ਰਹੇ ਸਨ। ਇਹ ਸਾਰੀਆਂ ਗੱਲਾਂ ਵਿਚੋਲਿਆਂ ਰਾਹੀਂ ਅੰਦਰਗਤੀ ਹੁੰਦੀਆਂ ਸਨ। ਕਾਨੂੰ ਨੂੰ ਵੀ ਸਾਕ ਹੋ ਗਿਆ। ਕੁੜੀ 23-24 ਸਾਲ ਦੀ ਉਮਰ 'ਚ ਉਹ ਤੋਂ ਅੱਧੀ ਸੀ। ਫੌਜੀ ਤਾਂ ਜਿਵੇਂ ਹਾਬੜਿਆ ਪਿਆ ਹੋਵੇ। ਉਹ ਭਰ ਜਵਾਨ ਮੁੰਡਿਆਂ ਨਾਲੋਂ ਵਾਧੂ ਸੀ। ਉਹਦੇ ਕੋਲ ਖੇਤੀ ਦਾ ਸੰਦ ਸੰਧੇੜਾ ਕੋਈ ਨਹੀਂ ਸੀ।
ਇਹ ਵਾਹਣ ਨੂੰ ਹਿੱਸੇ ਉੱਤੇ ਦਿੰਦਾ, ਖੇਤ ਦਾ ਗੇੜਾ ਫੇੜਾ ਰੱਖਦਾ ਸੀ। ਮੈਸ ਰੱਖੀ ਹੋਈ ਸੀ, ਕੱਖ ਭਿਜਵਾ ਲੈਂਦਾ, ਖੇਤੋਂ ਆਪ ਕੱਖਾਂ ਦੀ ਭਰੀ ਸਿਰ ਤੇ ਚੁੱਕ ਕੇ ਲਿਆਉਂਦਾ। ਉਹਦੇ ਘਰ ਵਾਲੀ ਤੇਜੋ ਰੁੱਗ ਲਾਉਂਦੀ, ਉਹ ਆਪ ਕੁਤਰੇ ਵਾਲੀ ਮਸ਼ੀਨ ਫੇਰਦਾ। ਫਿਰ ਉਹਨੇ ਚਮਿਆਰਾਂ ਦਾ ਇੱਕ ਮੁੰਡਾ ਪਾਲੀ ਰੱਖ ਲਿਆ ਸੀ। ਉਹੀ ਖੇਤੋਂ ਕੱਖਾਂ ਦੀ ਭਰੀ ਲਿਆਉਂਦਾ, ਉਹੀ ਉਹਦੇ ਨਾਲ ਕੁਤਰਾ ਕਰਾਉਂਦਾ। ਉਹ ਮੈਸ ਨੂੰ ਖੇਤਾਂ 'ਚ ਵੀ ਲੈ ਕੇ ਜਾਂਦਾ ਸੀ। ਤੇਜੋ ਨੇ ਮੁੰਡਾ ਜੰਮਿਆ, ਮੁੰਡੇ ਦਾ ਨਾਂ ਰੱਖਿਆ ਗਿਆ ਧਨ ਸਿੰਘ। ਪਿਆਰ ਨਾਲ ਉਹਨੂੰ ਧਨੀ ਆਖਦੇ। ਖੇਤੋਂ ਫਸਲ ਚੰਗੀ ਆ ਜਾਂਦੀ। ਕਣਕ ਕੱਢਣ ਵੇਲੇ ਉਹ ਪਿੜਾਂ 'ਚ ਆਪ ਜਾ ਕੇ ਖੜਦਾ। ਫਸਲਾਂ ਦੀ ਬਿਜਾਈ ਵੇਲੇ ਵੀ ਜਾਂਦਾ ਸੀ। ਉਹਦਾ ਖੇਤ ਦਾ ਗੇੜਾ ਨਿੱਤ ਵਾਂਗ ਹੀ ਸੀ। ਕਦੇ ਖੇਤ ਨਾ ਜਾਂਦਾ ਤਾਂ ਉਹਨੂੰ ਚੈਨ ਨਹੀਂ ਸੀ। ਖੇਤ ਜਾਏ ਬਗੈਰ ਉਹਨੂੰ ਰੋਟੀ ਹਜ਼ਮ ਨਹੀਂ ਆਉਂਦੀ ਸੀ। ਮੁੰਡਾ ਹੋਣ ਕਰਕੇ ਉਹਨੂੰ ਥੋੜਾ ਥੋੜਾ ਗੁਮਾਨ ਹੁੰਦਾ ਜਾਂਦਾ ਸੀ। ਉਹ ਸੱਥ 'ਚ ਸ਼ਰੀਕਾਂ ਬਰਾਬਰ ਬੈਠਣ ਜੋਗਾ ਹੋ ਗਿਆ ਸੀ। ਉਹਦੀ ਪੈਨਸ਼ਨ 15 ਰੁਪਏ ਮਹੀਨਾ ਸੀ। ਹਰ ਮਹੀਨੇ ਤਪਾ ਮੰਡੀ ਪੈਨਸ਼ਨ ਲੈਣ ਜਾਂਦਾ। ਉੱਥੋਂ ਦੇ ਡਾਕਖਾਨੇ 'ਚ ਉਹਨੂੰ ਪੈਨਸ਼ਨ ਮਿਲਦੀ ਹੁੰਦੀ। ਉਹਨਾਂ ਦਿਨਾਂ 'ਚ 15 ਰੁਪਏ ਬਹੁਤ ਜ਼ਿਆਦਾ ਰਕਮ ਸੀ। ਤਪਿਓਂ ਪੈਨਸ਼ਨ ਲੈ ਕੇ ਮੁੜਦਾ ਉਹ ਬਾਜ਼ਾਰ 'ਚੋਂ ਖਾਸਾ ਕੁਝ ਖਰੀਦ ਕੇ ਲਿਆਉਂਦਾ। ਬਹੁਤ ਭਾਰ ਹੁੰਦਾ ਤਾਂ ਕਿਸੇ ਦੇ ਗੱਡੇ ਤੇ ਬੈਠ ਜਾਂਦਾ। ਥੋੜਾ ਕੁਝ ਹੁੰਦਾ ਤਾਂ ਉਹਨੂੰ ਮੋਢੇ ਲਟਕਾ ਕੇ ਤੁਰ ਕੇ ਹੀ ਪਿੰਡ ਪਹੁੰਚ ਜਾਂਦਾ। ਉਹ ਸੱਥ 'ਚ ਚੌੜਾ ਹੋ ਬੈਠਦਾ ਸੀ। ਉਹਨੂੰ ਖੰਘੂਰ ਮਾਰ ਕੇ ਗੱਲ ਕਰਨ ਦੀ ਆਦਤ ਸੀ। ਕਦੇ ਕਦੇ ਅਭਿਮਾਨ ਜਿਹੇ ਨਾਲ ਬੋਲਦਾ, ਆਹੂੰ ਮਖੌਲ ਦੀ ਘੱਗਰੀ ਹੈ, ਅੰਗਰੇਜ਼ ਦੀ ਨੌਕਰੀ ਕੀਤੀ ਹੈ, ਤੜਕੇ ਨੂੰ ਉੱਠੀਦਾ ਤਾਂ ਵਿਹੜੇ 'ਚ ਅਠਿਆਨੀ ਡਿੱਗੀ ਪਈ ਹੁੰਦੀ ਹੈ। ਸੁਣਨ ਵਾਲੇ ਉਹਦੀ ਇਸ ਗੱਲ ਤੇ ਹੱਸਦੇ ਵੀ, ਪਰ ਅੰਦਰੋਂ ਅੰਦਰੀ ਗੁੱਸਾ ਮੰਨਦੇ। ਧਨੀ ਉਡਾਰ ਹੁੰਦਾ ਜਾ ਰਿਹਾ ਸੀ। ਉਹਨੂੰ ਸਕੂਲ ਪੜ੍ਹਨ ਨਹੀਂ ਲਾਇਆ ਗਿਆ। ਨਾ ਤਾਂ ਉਹਨਾਂ ਦਿਨਾਂ 'ਚ ਧਰਮਗੜ੍ਹ ਸਕੂਲ ਸੀ ਤੇ ਨਾ ਉਹਦੇ ਨਾਨਕੀ ਜੇਠੂਕੇ। ਉਹ ਜਦੋਂ 10-12 ਸਾਲ ਦਾ ਹੋਇਆ ਤਾਂ ਕਦੇ ਕਦੇ ਜੇਠੂਕੇ ਜਾ ਕੇ ਰਹਿੰਦਾ ਸੀ। ਉਹਦਾ ਮਾਮਾ ਉਹਨੂੰ ਬਹੁਤ ਚਾਹੁੰਦਾ ਸੀ ਤੇ ਪਿਆਰ ਕਰਦਾ। ਮਾਮਾ ਫੀਮੀ ਭੰਗੀ ਸੀ। ਥੋੜੀ ਘਣੀ ਜ਼ਮੀਨ ਜਿਹੜੀ ਪਿਓ ਦਾਦੇ ਦੀ ਸੀ ਸਾਰੀ ਫੂਕੀ ਬੈਠਾ ਸੀ। ਇਸੇ ਕਰਕੇ ਉਹਨੇ ਭੈਣ ਦੇ ਪੈਸੇ ਲਏ ਸਨ। ਪਰ ਭੈਣ ਭਾਈ ਦਾ ਪਿਆਰ ਬੜਾ ਸੀ। ਤੇਜੋ ਖੁਸ਼ ਸੀ ਕਿ ਉਹ ਖਾਂਦੇ ਪੀਂਦੇ ਘਰ ਗਈ ਹੈ। ਕੀ ਹੋਇਆ ਜੇ ਉਹਦੇ ਭਰਾ ਨੇ 4 ਛਿੱਲੜ ਲੈ ਲਏ। ਉਹ ਧਰਮਗੜ੍ਹ ਚੰਗਾ ਖਾਂਦੀ ਪੀਂਦੀ ਤਾਂ ਹੈ, ਮੌਜਾਂ ਕਰਦੀ ਹੈ। ਮੁੰਡਾ ਹੋ ਗਿਆ ਉਹਦਾ। ਫੌਜੀ ਉਹਨੂੰ ਕਿੰਨਾ ਹਿੱਕ ਨਾਲ ਲਾ ਕੇ ਰੱਖਦਾ। ਧਨੀ ਦਾ ਜੇਠੂ ਕੇ ਜੀ ਬਹੁਤ ਲੱਗਦਾ ਸੀ। ਤੇਜੋ ਜਦੋਂ ਕਦੇ ਉਹਨੂੰ ਮਾਮੇ ਕੋਲ ਛੱਡਣ ਆਉਂਦੀ ਤਾਂ ਕਿੰਨੀਆਂ ਸਾਰੀਆਂ ਚੀਜ਼ਾਂ ਦੇ ਜਾਂਦੀ ਸੀ। ਮਹੀਨੇ 20 ਦਿਨਾਂ ਬਾਅਦ ਜਦੋਂ ਧਨੀ ਨੂੰ ਲੈਣ ਆਉਂਦੀ ਉਦੋਂ ਵੀ ਦੇ ਕੇ ਜਾਂਦੀ। ਉਹਦੀ ਜੇਬ 'ਚ ਚੋਰੀ ਦੇ ਪੈਸੇ ਪਾ ਜਾਂਦੀ। ਤੇਜੋ ਕਿੰਨੀ ਚੰਗੀ ਹੈ, ਗਊ ਹੈ। ਮੈਂਗਲ ਚਿੱਤ ਵਿੱਚ ਉਹਦੀ ਵਡਿਆਈ ਕਰਦਾ, ਆਪਣੇ ਆਪ ਉੱਤੇ ਲਾਹਣਤਾਂ ਪਾਉਂਦਾ। ਇਹੋ ਜਿਹੀ ਕੁੜੀ ਦੇ ਪੈਸੇ ਨਹੀਂ ਸੀ ਵੱਟਣੇ ਚਾਹੀਦੇ। ਤੇਜੋ ਦੀ ਭਰਜਾਈ ਉਹਨੂੰ ਬਹੁਤ ਲੋਚਦੀ, ਉਹਨੂੰ ਉਡੀਕਦੀ ਰਹਿੰਦੀ। ਬਹਾਨਾ ਤਾਂ ਉਹ ਧਨੀ ਦੇ ਮੋਹ ਦਾ ਕਰਦੀ, ਅਸਲ 'ਚ ਤੇਜੋ ਦੀਆਂ ਚੀਜ਼ਾਂ ਨੂੰ ਉਡੀਕਦੀ ਸੀ। ਮੋਹ ਪਿਆਰ ਦੇ ਆਲਮ 'ਚ ਮੈਂਗਲ ਨੇ ਧਨੀ ਨੂੰ ਫੀਮ ਖਾਣ ਲਾ ਲਿਆ, ਸਿਗਰਟ ਪੀਣ ਲਾ ਲਿਆ। ਮਾਮਾ ਭਾਂਜਾ ਦਾਰੂ ਪੀ ਲੈਂਦੇ। ਧਨੀ ਚਾਅ 'ਚ ਬਾਜਰੇ ਦੇ ਦਾਣੇ ਜਿੰਨੀ ਫੀਮ ਮੂੰਹ 'ਚ ਪਾ ਕੇ ਸੁੱਕੀ ਅੰਦਰ ਲੰਘਾ ਲੈਂਦਾ। ਉਹ ਮਾਮੇ ਦੀ ਸਿਗਰਟ ਦਾ ਬਚਿਆ ਟੋਟਾ ਪੀ ਕੇ ਦੇਖਦਾ। ਦਾਰੂ ਵੇਲੇ ਮੈਂਗਲ ਉਹਨੂੰ ਖਾਸਾ ਸਾਰਾ ਪਾਣੀ ਪਾ ਕੇ ਗਲਾਸ ਫੜਾਉਂਦਾ, ਡਰਦਾ ਕਿਤੇ ਜਵਾਕ ਦਾ ਕਾਲਜਾ ਨਾ ਮੱਚ ਜਾਏ ਬਹੁਤ ਤਿੱਖੀ ਸ਼ਰਾਬ ਨਾਲ। 18-20 ਸਾਲ ਦਾ ਹੋ ਕੇ ਵੀ ਧਨੀ ਹਾਲੇ ਮਾਂ ਦਾ ਲਾਡਲਾ ਸੀ। ਅਸਲ 'ਚ ਲੰਡਰ ਕੁੱਤਾ ਬਣ ਚੁੱਕਿਆ ਸੀ। ਚਾਹੇ ਉਹਨੂੰ ਫੀਮ ਦਾ ਕੋਈ ਅਮਲ ਨਹੀਂ ਪਿਆ ਸੀ, ਪਰ ਉਹ ਕਦੇ ਕਦੇ ਜੇ ਮਿਲ ਜਾਂਦੀ ਤਾਂ ਖਾ ਲੈਂਦਾ, ਨਾ ਖਾਂਦਾ ਤਾਂ ਉਹਦਾ ਸਰੀਰ ਨਹੀਂ ਟੁੱਟਦਾ ਸੀ। ਸਿਗਰਟ ਵੀ ਸ਼ੌਕ ਵਜੋਂ ਪੀਂਦਾ। ਅਗਵਾੜ ਦੇ ਮੁੰਡਿਆਂ ਨਾਲ ਕਦੇ ਦਾਰੂ ਪੀ ਕੇ ਘਰ ਵੜਦਾ ਤਾਂ ਕਾਨੂੰ ਉਹਦੇ ਨਾਲ ਬੋਲਦਾ ਨਹੀਂ ਸੀ। ਤੇਜੋ ਹੀ ਰੋਟੀ ਟੁੱਕ ਦਿੰਦੀ। ਤੇਜੋ ਦੇ ਮੁੜ ਕੇ ਹੋਰ ਕੋਈ ਜਵਾਕ ਨਹੀਂ ਹੋਇਆ ਸੀ। ਇਹੀ ਸੀ ਬਸ 1.25 ਲੱਖ। ਇਸੇ ਕਰਕੇ ਉਹ ਚੰਬਲਿਆ ਰਹਿੰਦਾ। ਫੌਜੀ ਨੇ ਉਹਨੂੰ 2-4 ਵਾਰ ਕੁੱਟਿਆ ਵੀ ਸੀ। ਸੋਟੀਆਂ ਮਾਰ ਮਾਰ ਉਹਦੇ ਗਿੱਟੇ ਭੰਨਤੇ। ਜਦੋਂ ਵੀ ਕਾਨੂੰ ਉਹਨੂੰ ਘੂਰ ਘੱਪ ਕਰਦਾ ਉਹ ਰੁੱਸ ਕੇ ਜੇਠੂਕਿਆਂ ਨੂੰ ਭੱਜ ਜਾਂਦਾ। 5-7 ਦਿਨ ਉੱਥੇ ਰਹਿੰਦਾ, ਫਿਰ ਆਪ ਹੀ ਪਿੰਡ ਨੂੰ ਮੁੜ ਆਉਂਦਾ। ਤੇ ਜੋ ਉਹਨੂੰ ਹਿੱਕ ਨਾਲ ਲਾ ਲੈਂਦੀ, ਮੈਂਗਲ ਦਾ ਹਾਲ ਚਾਲ ਪੁੱਛਣ ਲੱਗਦੀ। ਉਹ ਖੇਤੀ ਦਾ ਕੰਮ ਨਹੀਂ ਕਰਦਾ ਸੀ ਕਿਉਂਕਿ ਖੇਤੀ ਵਾਲਾ ਇਹ ਘਰ ਹੀ ਨਹੀਂ ਸੀ। ਕਾਨੂੰ ਨੇ ਉਹਨੂੰ ਫੌਜ 'ਚ ਭਰਤੀ ਕਰਾਉਣਾ ਚਾਹਿਆ। ਇਹ ਵੀ ਸੀ ਕਿ ਫੌਜ 'ਚ ਜਾ ਕੇ ਉਹ ਸੁਧਰ ਜਾਏਗਾ, ਨਸ਼ਿਆਂ ਤੋਂ ਦੂਰ ਚਲਿਆ ਜਾਏਗਾ, ਬੰਦਾ ਬਣ ਜਾਏਗਾ, 4 ਪੈਸੇ ਕਮਾਉਣ ਲੱਗੇਗਾ, ਕਦੇ ਉਹਦਾ ਵਿਆਹ ਵੀ ਹੋ ਜਾਏਗਾ। ਪਰ ਫੌਜ ਦੇ ਨਾਂ ਨੂੰ ਤੇਜੋ ਤੜਪ ਉੱਠਦੀ। ਆਖਦੀ, ਇੱਕ ਤਾਂ ਮੇਰਾ ਜਵਾਕ, ਕਿਉਂ ਉਹਨੂੰ ਭੱਠੀ 'ਚ ਝੋਕਦੇ ਆ? ਫੌਜੀਆਂ ਦੀ ਕੋਈ ਜੂਨ ਹੁੰਦੀ ਆ? ਨਾ ਬਾਬਾ, ਇਹ ਤਾਂ ਘਰੇ ਚੰਗਾ ਹੈ। ਕੋਈ ਹੋਰ ਅਜਿਹਾ ਕੰਮ ਨਹੀਂ ਸੀ ਜਿਸ 'ਚ ਧਨੀ ਪੈ ਸਕਦਾ। ਅਨਪੜ੍ਹ ਡੰਗਰ ਸੀ। ਉਹਦੇ ਹੱਥਾਂ 'ਚ ਕੋਈ ਹੁਨਰ ਵੀ ਨਹੀਂ ਸੀ। ਕਾਨੂੰ ਨੇ ਉਹਨੂੰ ਨੱਥਣਾ ਚਾਹਿਆ। ਵਿਆਹ ਹੋ ਜਾਏ ਤਾਂ ਬਗਾਨੀ ਧੀ ਘਰ ਆ ਕੇ ਆਪੇ ਉਹਨੂੰ ਸੁਧਾਰ ਲਏਗੀ। ਸਾਰੇ ਪਿੰਡ ਨੂੰ ਪਤਾ ਸੀ ਕਾਨਸੂ ਫੌਜੀ ਦਾ ਮੁੰਡਾ ਲੰਡਰ ਹੈ, ਕੰਮ ਨਹੀਂ ਕਰਦਾ, ਫੀਮ ਦਾ ਗੋਲਾ ਖਾ ਕੇ ਬਾਜ਼ਾਰ 'ਚ ਜੰਡ ਥੱਲੇ ਬੈਠਾ ਰਹਿੰਦਾ, ਤਾਸ਼ ਖੇਡਣ ਵਾਲਿਆਂ ਵੱਲ ਮੁੱਤਰ ਮੁੱਤਰ ਝਾਕਦਾ ਰਹਿੰਦਾ, ਰੋਟੀ ਖਾਣ ਵੇਲੇ ਜਾਂ ਚਾਹ ਵੇਲੇ ਉੱਠ ਕੇ ਘਰ ਨੂੰ ਤੁਰ ਜਾਂਦਾ।
ਬਾਜ਼ਾਰ ਵਿੱਚ ਬੈਠਾ ਸ਼ਰੇਆਮ ਸਿਗਰਟ ਪੀਂਦਾ। ਜੱਟਾਂ ਦਾ ਮੁੰਡਾ ਹੋ ਕੇ ਉਹਨੂੰ ਸਿਗਰਟ ਕੀ ਆਖੇ ਪਈ। ਇੱਕ ਬਸ ਆਪਣੇ ਫੌਜੀ ਪਿਓ ਤੋਂ ਡਰਦਾ, ਨਹੀਂ ਤਾਂ ਉਹਨੂੰ ਕਿਸੇ ਦੀ ਕੋਈ ਸ਼ਰਮ ਨਹੀਂ। ਮਾਂ ਨਾਲ ਸਿਹੜੀ ਸਿਆਪਾ ਪਾ ਕੇ ਘਰੋਂ ਪੈਸੇ ਲੈ ਆਉਂਦਾ ਹੈ, ਮਨ ਆਈਆਂ ਕਰਦਾ। ਲੋਕ ਸੱਥ 'ਚ ਹੱਸਣ ਲੱਗਦੇ। ਨਾ ਧਰਾ ਛੱਡਿਆ ਕਿ ਧੰਨ ਸਿੰਘ, ਪੱਲੇ ਅਕਲ ਦੀ ਕੌਡੀ ਵੀ ਨਹੀਂ। ਕਾਹਦਾ ਧਨੀ ਹੈ? ਬਸ ਫੀਮ ਦਾ ਧਨੀ ਹੈ ਜਾਂ ਸਿਗਰਟਾਂ ਦਾ ਧਨੀ। ਹੌਲਦਾਰ ਕਾਹਨ ਸਿੰਘ ਦਾ ਨਾਂ ਸੁਣ ਕੇ ਰਿਸ਼ਤਾ ਕਰਨ ਵਾਲੇ ਆਉਂਦੇ ਤਾਂ ਸਨ, ਪਰ ਪਿੰਡ 'ਚ ਆ ਕੇ ਮੁੰਡੇ ਦੀ ਹਵਾ ਲੈਂਦੇ ਤਾਂ 2-4 ਗੱਲਾਂ ਕਰਕੇ ਤਿਲਕ ਜਾਂਦੇ। ਵਿਚੋਲੇ ਦੀਆਂ ਵਧਾ ਚੜਾ ਕੇ ਕੀਤੀਆਂ ਗੱਲਾਂ ਦਾ ਪਾਜ ਖੁੱਲ ਜਾਂਦਾ। ਕਾਹਨੂੰ ਤੇ ਤੇਜੋ ਬਹੁਤ ਦੁਖੀ ਹੁੰਦੇ। ਕਾਹਨੂੰ ਆਖਦਾ, ਇਹ ਡੱਕਾ ਨਹੀਂ ਤੋੜਦਾ ਹੁੰਦਾ, ਸਾਕ ਤਾਂ ਮੇਰੇ ਮੂੰਹ ਨੂੰ ਤੇ ਜ਼ਮੀਨ ਨੂੰ ਹੋ ਜਾਣਾ ਸੀ। ਪਿੰਡ ਦਾ ਸਾਲਾ ਇੱਕ ਬੰਦਾ ਤਾਂ ਇਹਨੂੰ ਚੰਗਾ ਕਹਿੰਦਾ ਹੋਵੇ। ਇਹਦੀ ਬੂਥੜੀ ਦੱਸ ਦਿੰਦੀ ਹੈ ਵੀ ਇਹ ਫੀਮ ਦਾ ਆਦੀ ਹੈ, ਸਿਗਰਟਾਂ ਝੁਲਸਦਾ ਹੈ। ਫੌਜੀ ਦਾ ਆਖਰੀ ਹਥਿਆਰ ਪੈਸਾ ਸੀ। ਕੁੜੀ ਭਦੌੜਦੀ ਸੀ। ਜੱਟ ਖਾਸਾ ਟੁੱਟੇ ਹੋਏ ਸਨ। ਉਹਨਾਂ ਦੇ 2 ਕੁੜੀਆਂ ਸੀ। ਉਹਨਾਂ ਨੇ ਵੱਡੀ ਕੁੜੀ ਦੇ ਵੀ ਪੈਸੇ ਲਏ ਸੀ ਤੇ ਹੁਣ ਇਹ ਛੋਟੀ ਪੂਰੀ ਜਵਾਨ ਸੀ। ਐਡਾ ਵੱਡਾ ਕੱਦ, ਸੋਹਣਾ ਤੇ ਤਕੜਾ ਸਰੀਰ। ਉਹ ਧਨੀ ਤੋਂ 2 ਸਾਲ ਵੱਡੀ ਸੀ। ਵਿਚੋਲੇ ਨੇ ਉਹਨਾਂ ਨੂੰ ਸਭ ਸੱਚੋ ਸੱਚ ਦੱਸਿਆ ਸੀ। ਉਹਨਾਂ ਨੂੰ ਕੀ ਸੀ, ਖਾਂਦਾ ਹੋਵੇ ਫੀਮ, ਪੀਂਦਾ ਹੋਵੇ ਸਿਗਰਟਾਂ ਸ਼ਰਾਬ। ਮੁੰਡਾ ਤਾਂ ਹੈ, ਪਿਓ ਕੋਲ ਜ਼ਮੀਨ ਤਾਂ ਹੈ, ਖਾਂਦਾ ਪੀਂਦਾ ਟੱਬਰ ਤਾਂ ਹੈ। ਕੁੜੀ ਉਹਨਾਂ ਦੇ ਆਪਣੇ ਘਰ ਨਾਲੋਂ ਤਾਂ ਚੰਗੀ ਰੋਟੀ ਟੁੱਕ ਖਾਏਗੀ। ਫਿਰ ਕੱਲਾ ਮੁੰਡਾ, ਬੁੜਾ ਬੁੜੀ ਮਰ ਗਏ ਤਾਂ ਸਭ ਫਿਰ ਉਹਨਾਂ ਦੀ ਧੀ ਦਾ ਹੀ ਹੈ। ਉਹ ਫਿਰ ਵੀ ਕੁੜੀ ਨੂੰ ਆਨੀ ਬਹਾਨੀ ਲੁੱਟ ਖਾਣਗੇ। ਵਿਚੋਲੇ ਨੇ ਟਿੱਬਿਆਂ ਨੂੰ ਪਾਣੀ ਚੜਾਤਾ। ਪਾਣੀ ਦਾ ਅਸਲ ਵਿੱਚ ਪੈਸੇ ਨੂੰ ਚੜਾਇਆ ਸੀ। ਕਾਨਸੂ ਨੇ ਭਦੌੜ ਵਾਲਿਆਂ ਦਾ ਢਿੱਡ ਭਰਨ ਲਈ ਆਪਣੇ ਘਰ ਦੀ ਸਾਰੀ ਰਿਣੀ ਚਿਣੀ ਇਕੱਠੀ ਕੀਤੀ। ਸੋਚਦਾ ਸੀ ਇੱਕ ਵਾਰ ਨੂੰਹ ਘਰ ਆ ਜਾਏ, ਉਹਦੀ ਤੇ ਤੇਜੋ ਦੀ ਆਤਮਾ ਠਰ ਜਾਏ, ਬਹੂ ਦੇ 2 ਜਵਾਕ ਹੋ ਜਾਣ। ਪੈਸੇ ਦਾ ਕੀ ਹੈ, ਇਹ ਤਾਂ ਹੱਥਾਂ ਦੀ ਮੈਲ ਹੈ। ਉਹ ਦਿਨਾਂ 'ਚ ਹੀ ਇੰਨਾ ਪੈਸਾ ਹੋਰ ਇਕੱਠਾ ਕਰ ਦਿਖਾ ਦੇਗਾ। ਜ਼ਿੰਦਗੀ ਚਾਹੀਦੀ ਹੈ ਬੰਦੇ ਨੂੰ। ਭੈਣ ਦੇ ਨੇ ਸੈਂਸੀ ਜੇ ਦੀ ਇੰਨੀ ਸੋਹਣੀ ਤੀਵੀਂ ਹੋਏ, ਹਾਣ ਦੇ ਮੁੰਡੇ ਦੰਦ ਵੱਢਦੇ। ਉਹ ਭਾਈ ਪੈਸੇ ਦੀ ਖੇਡ ਆ ਸਾਰੀ। ਇਹ ਕਿਹੜਾ ਪੁੰਨ ਦਾ ਸੀ, ਪੈਸੇ ਵੱਟ ਕੇ ਅਗਲਿਆਂ ਨੇ ਕੁੜੀ ਰੂੜੀ ਤੇ ਸਿੱਟਦੀ। ਕੰਜਰਾਂ ਨੇ ਕੋਈ ਸਿਆਣਾ ਜਵਾਬ ਦਿੰਦਾ, ਇਹਦੇ ਟਿਕਦੀ ਤਾਂ ਨਹੀਂ ਭੰਗੀ ਪੋਸਤੀ ਦੀ। ਇਹਨੂੰ ਤਾਂ ਕੋਈ ਡੰਡੇ ਵਰਗਾ ਨਰੋਆ ਜਵਾਨ ਚਾਹੀਦਾ ਸੀ। ਕਿੰਨੀ ਸੋਹਣੀ ਆ ਜ਼ਾਰ। ਇਹ ਗੱਲ ਨਹੀਂ ਭਾਈ, ਤੇਜੋ ਬੁੜੀ ਸਮਝਦਾਰ ਹੈ, ਬਹੂ ਨੂੰ ਐਨ ਰੱਖੂ ਬੰਨ ਕੇ। ਉਹਨੇ ਆਪ ਵੀ ਤਾਂ ਇਹ ਦਿਨ ਦੇਖੇ ਸੀ। ਕਦੇ ਫੌਜੀ ਉਹ ਤੋਂ ਦੁੱਗਣਾ ਵੱਡਾ ਸੀ, ਫਿਰ ਵੀ ਕੱਟਿਆ ਵਿਚਾਰੀ ਨੇ। ਤੇਜੋ ਮਗਰ ਤੁਰੀ ਜਾਂਦੀ ਭਾਨੋ ਦੀ ਮੁੰਡੇ ਪਿੱਠ ਦੇਖਦੇ ਤਾਂ ਉਹਨਾਂ ਦਾ ਕਾਲਜਾ ਢੇਰੀ ਹੋਈ ਜਾਂਦਾ। ਉਹ ਸੱਸ ਉੱਤੇ ਜਿਵੇਂ ਚੜੀ ਜਾਂਦੀ ਹੋਵੇ। ਦੋਵੇਂ ਹੱਥਾਂ ਨਾਲ ਲੰਮਾ ਘੁੰਡ ਕੱਢਿਆ ਹੁੰਦਾ। ਹੱਥਾਂ ਦੀਆਂ ਲੰਮੀਆਂ ਲੰਮੀਆਂ ਉਂਗਲਾਂ ਬਾਹਰ ਦਿਸਦੀਆਂ। ਇਹ ਹੱਥਾਂ ਦੀਆਂ ਉਂਗਲਾਂ ਹੀ ਜਿਵੇਂ ਉਹਦਾ ਸਾਰਾ ਸਰੀਰ ਹੋਵੇ। ਧਨੀ ਫੀਮ ਤਾਂ ਖਾਂਦਾ ਸੀ, ਸਿਗਰਟ ਤਾਂ ਪੀਂਦਾ ਸੀ, ਹੱਥ ਨੇ ਕਿਧਰੋਂ ਸ਼ਰਾਬ ਵੀ ਪੀ ਕੇ ਆਉਂਦਾ। ਪਰ ਹੁਣ ਉਹਨੂੰ ਤੀਵੀਂ ਦਾ ਨਸ਼ਾ ਬਹੁਤਾ ਸੀ। ਐਬਾਂ ਨੂੰ ਮਾਂ ਉਹਨੂੰ ਪੈਸੇ ਦਿੰਦੀ। ਤੇਜੋ ਦਾ ਮਨ ਇਸ ਗੱਲ ਦਾ ਟਿਕਾਣੇ ਰਹਿੰਦਾ ਕਿ ਮੁੰਡਾ ਬਹੂ ਨੂੰ ਖੁਸ਼ ਰੱਖੇ ਤਾਂ ਕਿ ਉਹ ਟਿਕੀ ਰਹੇ। ਧਨੀ ਜਿਵੇਂ ਇਸ ਘਰ ਦਾ ਪੁੱਤਰ ਨਹੀਂ, ਜਮਾਈ ਹੋਵੇ। ਉਹਨੂੰ ਖਾਸਾ ਦਿਨ ਚੜੇ ਜਗਾਇਆ ਜਾਂਦਾ। ਉੱਠਣ ਸਾਰ ਉਹ ਪਾਣੀ ਮੰਗਦਾ। ਨਿਰਨੇ ਕਾਲਜੇ ਪਾਣੀ ਨਾਲ ਫੀਮ ਦਾ ਕੰਡਾ ਅੰਦਰ ਸੁੱਟ ਲੈਂਦਾ। ਇੰਨਾ ਕਰੇ ਬਗੈਰ ਉਹਦੇ ਹੱਡ ਨਹੀਂ ਜੁੜਦੇ ਸੀ। ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਦਾਰੂ ਵਿੱਚ ਫੀਮ ਘੋਲ ਕੇ ਪੀਂਦਾ। ਇਹ ਨੁਸਖਾ ਉਹਦੇ ਕਿਸੇ ਮਿੱਤਰ ਬੇਲੀ ਨੇ ਉਹਨੂੰ ਦੱਸਤਾ ਸੀ। ਕਾਹਨੂੰ ਪੂਰਾ ਖੁਸ਼ ਸੀ ਕਿ ਘਰ 'ਚ ਨੂੰਹ ਹੈ। ਉਹ ਸੋਚਦਾ ਕਿਸੇ ਨੂੰ ਕੀ ਪਤਾ ਹੈ ਵੀ ਇਹ ਪੈਸਿਆਂ ਦਾ ਸਾਕ ਹੈ। ਉਹਨੂੰ ਇਹ ਵੀ ਤਸੱਲੀ ਸੀ ਕਿ ਧਨੀ ਹੁਣ ਘਰੋਂ ਬਾਹਰ ਕਿਧਰੇ ਘੱਟ ਹੀ ਜਾਂਦਾ। ਬਹੂ ਨੇ ਜਿਵੇਂ ਉਹਨੂੰ ਸੁਧਾਰ ਲਿਆ ਹੋਵੇ। ਹੌਲਦਾਰ ਕਾਹਨ ਸਿੰਘ 17 ਨੂੰ ਹੱਥ ਲਾਉਣ ਵਾਲਾ ਸੀ। ਬਹੂ ਦੇ ਨਿਆਣਾ ਨਿੱਕਾ ਹੋਣ ਵਾਲਾ ਸੀ। ਜਵਾਕ ਹੋਏ ਤੋਂ ਕਾਹਨ ਮੁੜ ਕੇ ਨਵਾਂ ਨਰੋਆ ਬਣ ਜਾਣਾ ਸੀ। ਪਰ ਇਹ ਗੱਲ ਕੁਦਰਤ ਨੂੰ ਮਨਜ਼ੂਰ ਨਹੀਂ ਸੀ। ਉਹਨੇ ਪੋਤੇ ਪੋਤੀ ਦਾ ਮੂੰਹ ਨਹੀਂ ਦੇਖਣਾ ਸੀ। ਪਹਿਲਾਂ ਹੀ ਤੁਰਦਾ ਹੋਇਆ। ਮਰਨ ਤੋਂ ਪਹਿਲਾਂ ਉਹਨੂੰ ਕੋਈ ਝੋਰਾ ਨਹੀਂ ਲੱਗਦਾ ਸੀ। ਉਹ ਸਭ ਰੰਗ ਰਾਗ ਦੇਖ ਕੇ ਮਰਿਆ ਸੀ। ਉਹਨੇ ਘਰ ਦਾ ਬਣਾਇਆ ਹੀ ਬਣਾਇਆ ਸੀ, ਗਵਾਇਆ ਕੁਛ ਨਹੀਂ ਸੀ। ਭਾਨੋ ਨੇ ਕੁੜੀ ਜੰਮੀ, ਆਪਣੇ ਜਿਹੀ ਤੰਦਰੁਸਤ, ਜੰਮਦੀ ਹੱਥ ਪੈਰ ਪਟਕਾਉਂਦੀ, ਚੀਕਾਂ ਮਾਰਦੀ। ਤੇਜੋ ਫੇਰ ਵੀ ਖੁਸ਼ ਸੀ। ਕੰਨਿਆ ਦਾ ਆਪਣਾ ਭਾਗ ਨਾਲ ਲੈ ਕੇ ਆਈ। ਆਖਦੀ ਫਿਰਦੀ, ਕੀ ਹੈ ਫਿਰ, ਅਗਲੀ ਵਾਰ ਨੂੰ ਮੁੰਡਾ ਹੋ ਜਾਊਗਾ। ਭੈਣ ਵੀਰ ਨੂੰ ਲੈ ਕੇ ਆਊਗੀ। ਸਾਡਾ ਰੱਬ ਤਾਂ ਨਹੀਂ ਵੇਚਿਆ ਹੋਇਆ। ਮੁੰਡਾ ਸੀ ਜਾਂ ਕੁੜੀ ਸੀ, ਧਨੀ ਨੂੰ ਕੋਈ ਫਰਕ ਨਹੀਂ ਸੀ। ਤੇਜੋ ਅਜੇ 50 ਤੋਂ ਥੱਲੇ ਸੀ। ਉਹ ਉਮਰ ਔਰਤਾਂ ਦੀ ਜਵਾਨੀ ਢਲਣ ਦੀ ਉਮਰ ਹੁੰਦੀ ਹੈ, ਪਰ ਉਹ ਮਾਨਸਿਕ ਤੌਰ ਤੇ ਖਾਸਾ ਗਾਂਹ ਲੰਘ ਗਈ। ਕਾਹਨੂੰ ਸੂੰਹਦੇ ਗੁਜ਼ਰ ਜਾਣ ਕਰਕੇ ਤੇ ਘਰ 'ਚ ਨੂੰਹ ਆਉਣ ਬਾਅਦ ਉਹ ਬੁੜੀਆਂ 'ਚ ਸ਼ੁਮਾਰ ਹੋ ਗਈ। ਸਿਆਣੀ ਬੁੜੀ ਉਹਨੂੰ ਇਸ ਕਰਕੇ ਵੀ ਬਣਨਾ ਪੈ ਰਿਹਾ ਸੀ ਕਿਉਂਕਿ ਉਹਦਾ ਮੁੰਡਾ ਧਨੀ ਕੋਈ ਜ਼ਿੰਮੇਵਾਰੀ ਨਹੀਂ ਉੱਠਦਾ ਸੀ। ਜਿੰਨੇ ਵੀ ਫੌਜੀ ਵਾਲੇ ਕੰਮ ਸੀ ਉਹ ਸਾਰੇ ਹੁਣ ਤੇਜੋ ਨੂੰ ਨਿਭਾਉਣੇ ਪੈਂਦੇ। ਜਿਨ੍ਹਾਂ ਜੱਟਾਂ ਨੂੰ ਹਿੱਸੇ ਤੇ ਜ਼ਮੀਨ ਦਿੱਤੀ ਹੁੰਦੀ, ਉਹਨਾਂ ਨਾਲੋਂ ਕਰੜੀ ਬਣ ਕੇ ਰਹਿੰਦੀ। ਉਹਨੂੰ ਡਰ ਸੀ ਕਿਤੇ ਤੀਵੀਂ ਮਾਂ ਨਹੀਂ ਸਮਝ ਕੇ ਉਹ ਫਸਲ 'ਚ ਓਲਾ ਨਾ ਕਰਨ ਲੱਗ ਪੈਣ।
ਉਹ ਬੰਦਿਆਂ ਵਾਂਗ ਖੇਤ ਦਾ ਗੇੜਾ ਮਾਰਦੀ, ਬੰਦਿਆਂ ਵਾਂਗ ਉਹਨੂੰ ਸਵਾਲ ਕਰਨੇ ਪੈਂਦੇ, ਬੰਦਿਆਂ ਵਾਂਗ ਹੀ ਹਦਾਇਤਾਂ ਦਿੰਦੀ। ਉਹ ਰੋਹਬ ਚਾੜ ਦਿੰਦੀ, ਮੇਰੇ ਨਾਲ ਬੰਦੇ ਬਣ ਕੇ ਚੱਲੋ, ਨਹੀਂ ਤਾਂ ਅਗਲੇ ਸਾਲ ਜ਼ਮੀਨ ਬਦਲ ਦੂੰਗੀ ਮੈਂ। ਜੱਟ ਉਹਦੇ ਨਾਲ ਮਿੱਠਾ ਪਿਆਰਾ ਬਣ ਕੇ ਰਹਿੰਦਾ। ਮਿੱਠਾ ਪਿਆਰਾ ਹੋ ਕੇ ਉਹ ਤੇਜੋ ਨੂੰ ਖਾ ਸਕਦਾ ਸੀ। ਖੇਤ ਤਾਂ ਖੇਤ, ਦੂਜੀ ਜ਼ਿੰਮੇਵਾਰੀ ਸੀ ਨੂੰਹ ਦੀ। ਧਨੀ ਦਾ ਕੋਈ ਸੁਰਤ ਨਹੀਂ ਕਰਦਾ ਸੀ, ਉਹ ਨੂੰਹ ਦੀ ਰਾਖੀ ਰੱਖਦੀ। ਨਵੀਂ ਨਵੀਂ ਆਈ ਹੈ, ਇਹਨੂੰ ਨਿਆਣੀ ਨੂੰ ਕੀ ਪਤਾ ਹੈ ਦੁਨੀਆ ਦੇ ਕਾਂ ਅੱਖਾਂ ਲੱਗੀਆਂ। ਉਹ ਕਦੇ ਵੀ ਠੁੰਗ ਮਾਰ ਸਕਦੀ ਹੈ। ਮੈਂ ਤੀਵੀਂ ਮਾਂ ਨਹੀਂ, ਕੀ ਵਿਗਾੜ ਲਾਂਗੇ ਕਿਸੇ ਦਾ। ਇੱਜ਼ਤ ਮੁੜ ਕੇ ਹੱਥ ਨਹੀਂ ਆਉਂਦੀ। ਉਹ ਭਾਨੋ ਨੂੰ ਪਿਆਰ ਵੀ ਬਥੇਰਾ ਕਰਦੀ, ਤਾੜ ਕੇ ਵੀ ਰੱਖਦੀ, ਆਖਦੀ ਜਿਵੇਂ ਮੈਂ ਕੱਟਿਆ ਮੈਂ ਹੀ ਐਂ ਤੂੰ ਕੱਟ ਕੇ ਦਿਖਾ ਬੀਬੀ ਰਾਣੀ। ਤੁਹਾਡਾ ਪਿਓ ਤਾਂ ਵੱਡੀ ਉਮਰ ਦਾ ਸੀ, ਮੈਂ ਤਾਂ ਅੱਧੀ ਸੀ ਇਹ ਤੋਂ। ਐਂ ਤਾਂ ਮੂੰਹ ਚ ਪਾ ਜਾਂਦੇ ਮੈਨੂੰ ਗੁੜ ਦੀ ਰੋੜੀ ਸਮਝ ਕੇ, ਪਰ ਮੈਂ ਬੰਦਾ ਬਣ ਕੇ ਰਹੀ। ਮਜਾਲ ਹੈ ਤੁਹਾਡੇ ਬਾਪੂ ਨੂੰ ਕੋਈ ਮਿਹਣਾ ਦਵਾਇਆ ਹੋਵੇ ਕਦੇ। ਤੇਜੋ ਨੇ ਪੋਤੀ ਦਾ ਨਾਂ ਰੱਖਿਆ ਗੁਲਾਬੋ, ਗੁਲਾਬ ਕੌਰ। ਉਹਦਾ ਲਾਲ ਗੁਲਾਬ ਜਿਹਾ ਹੀ ਚਿਹਰੇ ਦਾ ਰੰਗ ਸੀ। ਗੁਲਾਬ ਵਾਂਗ ਹੀ ਖਿੜੀ ਰਹਿੰਦੀ, ਹੱਸਦੀ ਤਾਂ ਬਹੁਤ ਹੱਸਦੀ, ਰੋਂਦੀ ਤਾਂ ਬਹੁਤ ਰੋਂਦੀ, ਉੱਚੀਆਂ ਚੀਕਾਂ ਮਾਰਦੀ। ਗੁਲਾਬੋ 2 ਵਰ੍ਹਿਆਂ ਦੀ ਹੋ ਚੁੱਕੀ ਸੀ। ਭਾਨੋ ਦੇ ਢਿੱਡ ਫੇਰ ਜਵਾਕ ਪੈ ਗਿਆ। ਤੇਜੋ ਨੇ ਸ਼ੁਕਰ ਮਨਾਇਆ। ਉਹਨੂੰ ਉਮੀਦ ਵੱਝਣ ਲੱਗੀ, ਇਸ ਵਾਰ ਜ਼ਰੂਰ ਹੀ ਉਹਦੀ ਨੂੰਹ ਮੁੰਡਾ ਜੰਮੇਗੀ। ਉਹਨਾਂ ਦਿਨਾਂ ਚ ਅਲਟਰਾਸਾਊਂਡ ਮਸ਼ੀਨਾਂ ਨਹੀਂ ਸੀ ਕਿ ਪਤਾ ਕੀਤਾ ਜਾ ਸਕਦਾ। ਕੁੜੀ ਦੇਖ ਕੇ ਗਰਭ ਕਰਾਉਣ ਦਾ ਕੋਈ ਸਾਧਨ ਨਹੀਂ ਸੀ ਤੇ ਨਾ ਹੀ ਰਿਵਾਜ। ਰੱਬ ਉੱਤੇ ਡੋਰੀਆਂ ਸਨ। ਬੁੜੀਆਂ ਦੇ ਆਪਣੇ ਅੰਦਾਜ਼ੇ ਸਨ। 7ਵੇਂ-8ਵੇਂ ਮਹੀਨੇ ਦੇ ਜਵਾਕ ਨੂੰ ਬੁੜੀਆਂ ਪਰਖਣ ਲੱਗਦੀਆਂ। ਬਹੂ ਦਾ ਚਿਹਰਾ ਰੁੱਖਾ ਰੁੱਖਾ ਤੇ ਉਤਰਿਆ ਹੁੰਦਾ। ਉਹਦਾ ਢਿੱਡ ਪੇਡੂ ਕੋਲੋਂ ਥੱਲੇ ਨੂੰ ਢਿਲਕਵਾਂ ਹੁੰਦਾ, ਜਾਂ ਉਹ ਤੁਰਨ ਵੇਲੇ ਪਹਿਲਾਂ ਖੱਬਾ ਪੈਰ ਅੱਗੇ ਰੱਖਦੀ ਤਾਂ ਪੱਕਾ ਸਮਝ ਆ ਜਾਂਦਾ ਮੁੰਡਾ ਜੰਮੇਗੀ। ਚਿਹਰੇ ਤੇ ਰੌਣਕ ਰਹਿੰਦੀ। ਢਿੱਡ ਕਾਲਜੇ ਕੋਲੋਂ ਬਹੁਤਾ ਉੱਭਰਵਾਂ ਹੁੰਦਾ। ਤੁਰਨ ਵੇਲੇ ਉਹ ਸੱਜਾ ਪੈਰ ਅੱਗੇ ਕੱਢਦੀ ਤਾਂ ਪੱਕਾ ਲੱਛਣ ਸੀ ਉਹਦੇ ਪੇਟ 'ਚ ਕੁੜੀ ਹੈ। ਭਾਨੋ ਦੇ ਸਾਰੇ ਲੱਛਣ ਇਸ ਵਾਰ ਮੁੰਡੇ ਵਾਲੇ ਸਨ। ਗੁਲਾਬੋ ਉਹਨੇ ਭਦੌੜ ਜਾ ਕੇ ਜੰਮੀ ਸੀ। ਇਹ ਜਾਪਾ ਤੇਜੋ ਨੇ ਧਰਮਗਾੜੀ ਕਰਾਇਆ। 9 ਮਹੀਨਿਆਂ ਤੋਂ 5-4 ਦਿਨ ਉੱਤੇ ਚਲੇ ਗਏ ਸੀ। ਤੇਜੋ ਅਨੁਸਾਰ ਇੱਕ ਇਹੀ ਲੱਛਣ ਮਾੜਾ ਸੀ। ਉਹੀ ਗੱਲ ਹੋਈ, ਘਰ 'ਚ ਇੱਕ ਕੰਨਿਆ ਹੋਰ ਆ ਗਈ। ਤੇਜੋ ਦਾ ਇੱਕ ਵਾਰ ਚਿਹਰਾ ਤਾਂ ਉਤਰ ਗਿਆ, ਪਰ ਉਹਨੇ ਭਾਨੋ ਅੱਗੇ ਬੁਰਾ ਨਹੀਂ ਮਨਾਇਆ। ਆਖਰੀ ਸੀ, ਕੋਈ ਨਹੀਂ ਤੀ, ਰੱਬ ਕਦੇ ਤਾਂ ਝਾਕੂਗਾ। ਦੂਜੀ ਕੁੜੀ ਦਾ ਨਾਂ ਰੱਖਿਆ ਮਤਾਬੋ, ਮਹਿਤਾਬ ਕੌਰ। ਨਿਰਾ ਪੂਰਨਮਾਸ਼ੀ ਦਾ ਚੰਦ, ਮਤਾਬੀ ਡੱਬੀ ਦੀ ਸੀਖ ਦਾ ਚਾਨਣ। 3 ਕੁ ਸਾਲਾਂ ਬਾਅਦ ਭਾਨੋ ਨੇ ਇੱਕ ਕੰਨਿਆ ਹੋਰ ਜੰਮਤੀ। ਤੇਜੋ ਨੇ ਹੌਸਲਾ ਨਹੀਂ ਹਾਰਿਆ। ਉਹਨੂੰ ਕਿਸੇ ਨੇ ਦੱਸਿਆ ਸੀ, ਉਹਦਾ ਦਿਲ ਟਿਕਾਇਆ ਸੀ ਕਿ 3 ਕੁੜੀਆਂ ਬਾਅਦ ਤਾਂ ਮੁੰਡਾ ਜ਼ਰੂਰ ਹੁੰਦਾ। ਇਸ ਤੀਜੀ ਕੁੜੀ ਦਾ ਨਾਮ ਵੀ ਤੇਜੋ ਨੇ ਹੁੱਬ ਕੇ ਰੱਖਿਆ ਪੰਜਾਬੋ, ਪੰਜਾਬ ਕੌਰ। ਜਿਵੇਂ ਸਾਰੇ ਪੰਜਾਬ ਦਾ ਰੰਗ ਰੂਪ, ਸਾਰੇ ਪੰਜਾਬ ਦੀ ਸ਼ਕਤੀ, ਸਾਰੇ ਪੰਜਾਬ ਦੀ ਬਲਵਾਨ ਕਿਸਮਤ ਉਸ ਕੁੜੀ 'ਚ ਇਕੱਤਰ ਹੋ ਗਈ ਹੋਵੇ। ਤੀਜੀ ਕੁੜੀ ਪੰਜਾਬੋ 2 ਸਾਲ ਦੀ ਮਸਾਂ ਸੀ ਕਿ ਭਾਨੋ ਨੇ ਫੇਰ ਉਮੀਦਵਾਰੀ ਹੋ ਗਈ। ਇਸ ਵਾਰ ਤੇਜੋ ਡੇਰੇ ਜਾ ਕੇ ਬਾਬਿਆਂ ਤੋਂ ਮਹਿੰਗੇ ਮੁੱਲ ਦਾ ਤਵੀਤ ਕਰਾ ਕੇ ਲਿਆਈ ਤੇ ਉਹਨੂੰ ਚਾਂਦੀ 'ਚ ਮੜਾ ਕੇ ਭਾਨੋ ਦੇ ਖੱਬੇ ਡੋਲੇ ਨਾਲ ਬੰਨ੍ਹਤਾ। ਤੇਜੋ ਨੇ ਅਖੰਡ ਪਾਠ ਵੀ ਖਲਵਾਇਆ, ਪੁੰਨ ਦਾਨ ਕੀਤਾ, ਮਿੱਠੇ ਚੌਲਾਂ ਦਾ ਕੜਾਹਾ ਕੱਢਿਆ। ਪਿੰਡ ਦੀ ਕੁੱਲ ਮਾੜ ਮੰਗਤ ਤੇ ਅਗਵਾੜ ਦੇ ਛੋਟੇ ਜਵਾਕ ਚੌਲ ਖਾ ਕੇ ਗਏ। ਇੱਕ ਦਿਨ ਖਾਸਾ ਦਿਨ ਚੜੇ। ਧਨੀ ਖੇਸ ਦੀ ਬੁੱਕੜ ਮਾਰ ਕੇ ਸੱਥ 'ਚ ਚੌਕੜੀਆਂ ਤੇ ਆ ਬੈਠਾ। ਫੀਮ ਦੇ ਗੱਫੇ ਲੱਗੇ ਸੀ, ਅੱਖਾਂ ਮੀਟੀ ਬੈਠਾ ਸੀ। ਸਿਆਲਾਂ ਦੇ ਦਿਨ ਸੀ, ਕਣਕਾਂ ਨੂੰ 1-2 ਪਾਣੀ ਲੱਗਣੇ ਬਾਕੀ ਸੀ। ਇਹਨਾਂ ਦਿਨਾਂ 'ਚ ਖੇਤਾਂ ਦਾ ਕੋਈ ਖਾਸ ਕੰਮ ਨਹੀਂ ਹੁੰਦਾ। ਚੌਂਕੜੀਆਂ ਉੱਤੇ 2-3 ਬੁੜੇ ਬੈਠੇ ਗੱਲਾਂ ਕਰ ਰਹੇ ਸੀ। 2 ਮੁੰਡੇ ਜੋ ਧਨੀ ਦੇ ਹਾਣੀ ਸੀ, ਉਹਨਾਂ ਦੇ ਅਗਵਾੜ ਦੇ ਸੀ, ਆਏ ਤੇ ਹੱਸਦੇ ਖੇਡਦੇ ਜੇ ਧਨੀ ਦੇ ਕੋਲ ਆ ਕੇ ਬਹਿ ਗਏ। ਕੁਦਰਤੀ ਭਾਨੋ ਸੱਥ ਵਿੱਚ ਦੀ ਲੰਘੀ ਜਾ ਰਹੀ ਸੀ। ਘੁੰਡ ਕੱਢਿਆ ਹੋਇਆ ਸੀ। ਉਹਦਾ ਵਧਿਆ ਢਿੱਡ ਵੇਖ ਕੇ ਇੱਕ ਮੁੰਡਾ ਧਨੀ ਨੂੰ ਕਹਿੰਦਾ, ਭੈਣ ਦੇਣਿਆ ਕੋਈ ਕੰਮ ਵੀ ਕਰਿਆ ਕਰ, ਜਵਾਕ ਜੰਮ ਢੇਰ ਲਾਈ ਜਾਣਾ। ਕੰਮ ਕਰਦਾ ਤਾਂ ਹੈ ਵਿਚਾਰਾ, ਹੋਰ ਕੀ ਕਰੇ। ਦੂਜਾ ਮੁੰਡਾ ਬੋਲਿਆ, ਕੀ ਕੰਮ ਕਰਦਾ? ਇੱਕੋ ਦਾ ਕੰਮ ਹੈ ਇਹਦਾ। ਫੇਰ ਵੀ ਮੁੰਡੇ ਦੀ ਸਮਝ 'ਚ ਨਹੀਂ ਆਇਆ। ਆਹੀ ਜਵਾਕ ਜੰਮਣ ਦਾ ਕੰਮ। ਦੂਜੇ ਨੇ ਜਵਾਬ ਦਿੱਤਾ ਤੇ ਫਿਰ ਦੋਵੇਂ ਤਾੜੀਆਂ ਮਾਰ ਕੇ ਹੱਸ ਪਏ। ਧਨੀ ਨੂੰ ਫੀਮ ਦੀ ਘੂਕੀ ਸੀ। ਉਹ ਨਾ ਹੱਸਿਆ ਨਾ ਅੱਖਾਂ ਖੋਲੀਆਂ। ਮੁੰਡਿਆਂ ਦੀ ਗੱਲ ਤੇ ਬੁੜੇ ਵੀ ਨਿੱਕਾ ਨਿੱਕਾ ਹੱਸ ਰਹੇ ਸੀ। ਭਾਨੋ ਦੇ ਚੌਥਾ ਜਵਾਕ ਵੀ ਕੁੜੀ ਸੀ। ਤੇਜੋ ਨੂੰ ਸਾਹ ਨਹੀਂ, ਹੌਕੇ ਆਉਂਦੇ। ਉਹਦੇ ਸਾਹਸ ਟੁੱਟ ਚੁੱਕੇ ਸੀ। ਅੱਖਾਂ ਸਾਹਮਣੇ ਨੇਰ ਹੀ ਨੇਰ ਸੀ। ਵੱਡੀ ਕੁੜੀ ਗੁਲਾਬੋ ਹੀ ਭਾਨੋ ਨੂੰ ਪਾਣੀ ਧਾਣੀ ਦਿੰਦੀ। ਉਹ ਜੰਮਦੀ ਖਾਸੀ ਹੁੰਦੜ ਹੇਲ ਸੀ। ਭਾਨੋ ਨਾ ਮਰਿਆਂ 'ਚ ਨਾ ਜਿਉਂਦਿਆਂ 'ਚ, ਜਿਵੇਂ ਉਹ ਇਸ ਘਰ 'ਚ ਕੋਈ ਵਾਧੂ ਚੀਜ਼ ਹੋਵੇ। ਇੱਕ ਜ਼ਾਲਮ ਔਰਤ ਜਿਹੜੀ ਕੁੜੀਆਂ ਦੇ ਪੱਥਰ ਜੰਮ ਉਹਨਾਂ ਨੂੰ ਦੇ ਰਹੀ ਸੀ। ਧਨੀ ਨੂੰ ਫੇਰ ਵੀ ਕੋਈ ਫਰਕ ਨਹੀਂ ਸੀ। ਉਹਨੂੰ ਨਾ ਚੜ੍ਹੀ ਦਾ ਨਾ ਲੱਥੀ ਦਾ। ਉਹ ਭਾਨੋ ਕੋਲ ਅੰਦਰ ਸਬਾਤ ਚਾਹੁੰਦਾ। ਕੁੜੀ ਦੀਆਂ ਗੱਲਾਂ ਉੱਤੇ ਪੋਲਾ ਹੱਥ ਫੇਰ ਕੇ ਪੁੱਛ ਕਰਨ ਲੱਗਦਾ। ਭਾਨੋ ਨੂੰ ਉਹ ਬੁਰਾ ਲੱਗਦਾ ਸੀ। ਕਿੱਡਾ ਪਾਪੀ ਸੀ ਉਹ, ਜਿਹੜਾ ਹਰ ਦੂਜੇ-ਤੀਜੇ ਸਾਲ ਉਹਦੇ ਢਿੱਡ ਅੰਦਰ ਪੱਥਰ ਧਰ ਦਿੰਦਾ। ਕੁੜੀ 1.25 ਮਹੀਨੇ ਦੀ ਹੋ ਚੁੱਕੀ ਸੀ। ਭਾਨੋ ਘਰ ਦਾ ਚੁੱਕਣ ਧਰਨ ਕਰਨ ਲੱਗ ਪਈ।
ਉਸੇ ਨੇ ਕਰਨਾ ਸੀ। ਟੱਬਰ ਦੇ ਢਿੱਡ ਲੱਗੇ ਹੋਏ ਸੀ। ਇੱਕ ਦਿਨ ਭਾਨੋ ਨੇ ਤੇਜੋ ਨੂੰ ਪੁੱਛਿਆ, ਬੇਬੇ ਇਹ ਟਿੱਡੇ ਜੇ ਦਾ ਕੀ ਨਾਂ ਧਰੀਏ? ਤੇਜੋ ਨੇ ਮੱਥੇ ਨੂੰ ਉਂਗਲ ਲਾ ਕੇ ਥੋੜਾ ਸੋਚਿਆ, ਫਿਰ ਬੋਲੀ, ਟਿੱਡਾ ਹੀ ਠੀਕ ਹੈ। ਭਾਨੋ ਮਿੰਨਾ ਮਿੰਨਾ ਹੱਸੀ। ਮਜ਼ਾਕ 'ਚ ਉਹਨੇ ਕੁੜੀ ਦਾ ਢਿੱਡ ਮੱਥੇ ਨੂੰ ਨਾਲ ਲਿਆ ਤੇ ਬੋਲੀ, ਟਿੱਡਾ। ਉਦੋਂ ਤੋਂ ਕੁੜੀ ਦਾ ਨਾਂ ਟਿੱਡਾ ਪੱਕ ਗਿਆ। ਵੱਡੀਆਂ ਤਿੰਨੇ ਟਿੱਡਾ ਕਹਿ ਕੇ ਹੱਸਿਆ ਕਰਨ। ਤੇ ਜੋ ਹਾਲੇ 60 ਨੂੰ ਨਹੀਂ ਪਹੁੰਚੀ ਸੀ, ਉਹਦੀ ਉਮਰ ਮਰਨ ਦੀ ਕਿੱਥੇ ਸੀ, ਪਰ ਉਹ ਪੋਤੇ ਨੂੰ ਉਡੀਕਦੀ ਪਾਰ ਗਈ। 5ਵੀਂ ਕੁੜੀ ਹੋਈ ਤਾਂ ਉਹਦਾ ਕੋਈ ਨਾਂ ਨਹੀਂ ਸੀ। ਕੁਝ ਦੇਰ ਨਾਲ ਜਦੋਂ ਉਹਦੀ ਹੋਂਦ ਮਹਿਸੂਸ ਹੋਣ ਲੱਗੀ ਤਾਂ ਉਹਨੂੰ ਛੋਟੀ ਟਿੱਡਾ ਆਖਣ ਲੱਗ ਪਏ। ਛੋਟੀ ਟਿੱਡਾ, ਛੋਟੀ ਟਿੱਡਾ, ਇਹੀ ਉਹਨਾਂ ਦੇ ਅਸਲੀ ਨਾਂ ਸੀ। ਪਹਿਲਾਂ ਸੱਸ ਮੁੰਡੇ ਨੂੰ ਉਡੀਕਦੀ ਮੁੱਕ ਗਈ, ਹੁਣ ਭਾਨੋ ਮੁੰਡਾ ਉਡੀਕਣ ਲੱਗੀ। ਇਹ ਸਾਸ 'ਚ 2 ਕੁੜੀਆਂ ਹੋਰ ਜੰਮ ਧਰੀਆਂ। ਵੱਡੀ ਦਾ ਨਾਂ ਮਾਊ ਤੇ ਸਭ ਤੋਂ ਛੋਟੀ ਕੁੜੀ ਛੋਟੀ ਮਾਊ ਬਣ ਕੇ ਰਹਿ ਗਈ। ਭਾਨੋ ਦੀ ਵੱਡੀ ਭੈਣ ਗਿਆਨੋ ਮੌੜ ਮੰਡੀ ਕੋਲ ਮੌੜ ਕਲਾਂ ਪਿੰਡ 'ਚ ਵਿਆਹੀ ਹੋਈ ਸੀ। ਗਿਆਨੋ ਦੀ ਵੱਡੀ ਕੁੜੀ ਜੱਸੀ ਮਾਨਸਾ ਕੋਲ ਰਲੇ ਸੀ। ਜੱਸੀ ਭਾਨੋ ਤੋਂ ਥੋੜੀ ਛੋਟੀ ਸੀ। ਮਾਸੀ ਭਾਂਜੀ ਖੁੱਲੀਆਂ ਗੱਲਾਂ ਕਰ ਲੈਂਦੀਆਂ। ਬਾਕੀ ਕੁੜੀਆਂ ਨੂੰ ਧਰਮਗੜ੍ਹ ਉਹਨਾਂ ਦੇ ਪਿਓ ਕੋਲ ਘਰ ਛੱਡ ਕੇ ਇੱਕ ਦਿਨ ਛੋਟੀ ਮਾਊ ਨੂੰ ਲੈ ਕੇ ਉਹ ਰਲੇ ਜੱਸੀ ਕੋਲ ਗਈ। ਉਹਨੇ ਉੱਥੇ ਇੱਕ ਰਾਤ ਠਹਿਰਨਾ ਪੈ ਗਿਆ। ਸਾਧ ਦੇ ਡੇਰਿਓਂ ਜੱਸੀ ਨੇ ਭਾਨੋ ਨੂੰ ਇੱਕ ਦਵਾਈ ਲੈ ਕੇ ਦਿੱਤੀ। ਇਹ ਦੇਸੀ ਦਵਾਈ ਸੀ। 3 ਡੰਗ ਖਾਣੀ ਸੀ। ਮੁੜ ਕੇ ਭਾਨੋ ਦੇ ਜਵਾਬ ਢਿੱਡ ਨਹੀਂ ਪਿਆ। ਖੂਹ 'ਚ ਪਵੇ ਮੁੰਡੇ ਦੀ ਆਸ 'ਚੋਂ ਤਾਂ ਆਪ ਇੱਕ ਦਿਨ ਮੁੱਕ ਜੂਗੀ। ਉਹਨੇ ਜੱਸੀ ਕੋਲ ਆਪਣਾ ਦੁੱਖ ਦੱਸਿਆ। ਕੁੜੀਆਂ ਲਗਰਾਂ ਵਾਂਗ ਵੱਧਦੀਆਂ ਜਾ ਰਹੀਆਂ ਸੀਗੀਆਂ। ਗੁਲਾਬੋ ਤਾਂ ਪੂਰੀ ਜਵਾਨ ਸੀ। ਮਤਾਬੋ ਨੂੰ ਜਿਵੇਂ ਕਹਿ ਦਈਏ ਨਿੱਤ ਗਿੱਠ ਵਾਰ ਆਉਂਦਾ। ਤੜਕੇ ਉੱਠਦੀ ਭਾਨੋ ਨੂੰ ਲੱਗਦਾ ਜਿਵੇਂ ਹੋਰ ਲੰਮੀ ਹੋ ਗਈ। 7 ਕੁੜੀਆਂ ਦੀ ਡੀਲ ਡੋਲ ਭਾਨੋ ਉੱਤੇ ਸੀ। ਧਨ ਸਿੰਘ ਉਰਫ ਧਨੀ ਐਸ਼ ਨਾਲ ਜ਼ਿੰਦਗੀ ਜਿਉ ਰਿਹਾ ਸੀ। ਉਹਦੀ ਡੱਬੀ ਵਿੱਚੋਂ ਫੀਮ ਨਹੀਂ ਮੁੱਕਦੀ ਸੀ। ਸਿਗਰਟਾਂ ਦਾ ਇਕੱਠਾ ਪੈਕਟ ਲੈ ਕੇ ਆਉਂਦਾ। ਆਥਣ ਨੂੰ ਨਿੱਤ ਇੱਕ ਪਊਆ ਸ਼ਰਾਬ ਪੀਂਦਾ ਠੇਕੇ ਦੀ। ਫਿਰ ਉਹਦਾ ਖਾਣ ਪੀਣ ਚੰਗਾ ਸੀ। 2ਵੇਂ ਡੰਗ ਦਾਲ ਸਬਜ਼ੀ ਜ਼ਰੂਰੀ ਸੀ। ਕੁੜੀਆਂ ਚਾਹੇ ਲੂਣ ਧਰ ਕੇ ਖਾ ਲੈਣ, ਭਾਨੋ ਧਨੀ ਨੂੰ ਖੁਸ਼ ਰੱਖਦੀ। ਉਹਦੀ ਦਾਲ ਸਬਜ਼ੀ 'ਚ ਘਿਓ ਜ਼ਰੂਰੀ ਸੀ। ਹਰ ਰੋਜ਼ ਸਵੇਰੇ ਪਰੌਂਠਿਆਂ ਨਾਲ ਦਹੀਂ ਜ਼ਰੂਰੀ ਸੀ। ਘਰ 'ਚ ਮੈਸ ਉਹਦੇ ਕਰਕੇ ਉਹ ਰੱਖਦੀ। ਕੁੜੀਆਂ ਕਰਕੇ ਜਾਂ ਆਪਣੇ ਵਾਸਤੇ ਇੰਨਾ ਨਹੀਂ। ਆਥਣ ਨੂੰ ਜਦੋਂ ਉਹਦੀ ਪੀਤੀ ਹੁੰਦੀ, ਜੇ ਰੋਟੀ ਨਾਲ ਕਦੇ ਦਾਲ ਸਬਜ਼ੀ ਨਾ ਬਣੀ ਹੁੰਦੀ, ਚਟਨੀ ਅਚਾਰ ਹੁੰਦਾ, ਤਾਂ ਉਹ ਥਾਲੀ ਵਗਾ ਕੇ ਕੰਧ ਨਾਲ ਮਾਰਦਾ ਸੀ। ਧਨੀ ਦਾ ਇੱਕ ਸ਼ੌਕ ਪੱਕਾ ਸੀ। ਉਹ ਗਲੀ 'ਚ ਨਾ ਤਾਂ ਕਿਸੇ ਕੁੱਤੇ ਨੂੰ ਵੜਨ ਦਿੰਦਾ, ਨਾ ਬਿੱਲੀ ਨੂੰ। ਕਿੱਡਾ ਵੀ ਜ਼ਹਿਰੀਲਾ ਸੱਪ ਹੁੰਦਾ, ਧਨੀ ਮਾਰਨ ਨੂੰ ਗੇੜਾ ਨਹੀਂ ਖਾਣ ਦਿੰਦਾ ਸੀ। ਕੁੱਤੇ ਬਿੱਲੀ ਨੂੰ ਡੰਡੇ ਨਾਲ ਨਾਸਾਂ ਕੁੱਟ ਕੇ ਥਾਂ ਪਾਰ ਬੁਲਾ ਦਿੰਦਾ। ਅਗਵਾੜ 'ਚ ਕਿਸੇ ਵੀ ਘਰ ਸੱਪ ਦਿਖਾਈ ਦੇ ਜਾਂਦਾ, ਧਨੀ ਨੂੰ ਬੜੀ ਸ਼ਾਨ ਨਾਲ ਬੁਲਾਇਆ ਜਾਂਦਾ। ਉਹ ਪੱਕਾ ਵੈਰੀ ਸੀ ਇਹ ਤਿੰਨਾਂ ਜਾਨਵਰਾਂ ਦਾ। ਹੋਰ ਨਹੀਂ ਤਾਂ ਬੈਠਾ ਮੱਖੀਆਂ ਮਾਰੀ ਜਾਂਦਾ, ਆਪਣੀ ਫੀਮ ਖਰੀ ਕਰਦਾ। ਗਿਆਨੋ ਦੀ ਵੱਡੀ ਕੁੜੀ ਜੱਸੀ ਨਾਲ ਧਨੀ ਦੀ ਖਾਸੀ ਬਣਦੀ ਸੀ। ਜੱਸੀ ਮਾਸੀ ਨੂੰ ਮਿਲਣ ਅਕਸਰ ਧਰਮਗੜ੍ਹ ਆਉਂਦੀ ਰਹਿੰਦੀ। ਧਰਮਗੜ੍ਹ ਰਲੇ ਤੋਂ ਕੋਈ ਦੂਰ ਨਹੀਂ ਸੀ। ਦੋਵੇਂ ਪਿੰਡ ਇੱਕੋ ਸੜਕ ਤੇ ਸੀ। ਬੱਸਾਂ ਚੱਲਣ ਲੱਗ ਪਈਆਂ ਸੀ। ਬਰਨਾਲਾ ਮਾਨਸਾ ਸੜਕ ਪੂਰੀ ਵਗਦੀ ਸੀ। ਜੱਸੀ ਉਰਫ ਜਸਵੀਰ ਕੌਰ ਦਾ ਨਾਂ ਬਹੁਤ ਸੋਹਣਾ ਸੀ, ਪਰ ਉਹਦੇ ਕੰਮ ਮਾੜੇ ਸੀ। ਉਹਨੂੰ ਗੁਆਂਢੀਆਂ ਦੇ ਭਾਂਡੇ ਚੋਰੀ ਕਰਨ ਦੀ ਆਦਤ ਸੀ। ਇੱਧਰ ਧਨੀ ਉਰਫ ਧਨ ਸਿੰਘ ਦਾ ਵੀ ਇਹ ਸ਼ੌਕ ਸੀ। ਇਹ ਭਲੇ ਦਿਨਾਂ ਦਾ ਜ਼ਮਾਨਾ ਸੀ। ਪਿੰਡਾਂ 'ਚ ਲੋਕ ਆਪਣੇ ਦਰਵਾਜ਼ੇ ਰਾਤ ਨੂੰ ਬੰਦ ਨਹੀਂ ਰੱਖਦੇ ਸੀ। ਚਾਹੇ ਰਾਤ ਨੂੰ ਕੋਠੇ ਤੇ ਸੌਂਦੇ, ਪਰ ਦਰਵਾਜ਼ੇ ਦੇ ਬਾਹਰ ਹਮੇਸ਼ਾ ਖੁੱਲ੍ਹੇ ਰੱਖਦੇ। ਅੰਦਰਲੀਆਂ ਸਬਾਤਾਂ ਦੇ ਬਾਹਰ ਜ਼ਰੂਰ ਝੰਬ ਦਿੰਦੇ, ਤਾਂ ਕਿ ਕੋਈ ਕੁੱਤਾ ਬਿੱਲਾ ਅੰਦਰ ਸਬਾਤ 'ਚ ਨਾ ਜਾ ਸਕੇ। ਭਾਂਡੇ ਤਾਂ ਝਲਾਣੀਆਂ 'ਚ ਹੀ ਮਾਂਜੇ ਸਵਾਰੇ ਪਏ ਹੁੰਦੇ। ਕਿਸੇ ਦੇ ਭਾਂਡੇ ਬਾਹਰ ਵਿਹੜੇ 'ਚ ਹੀ ਇੱਧਰ ਉੱਧਰ ਖਿੰਡੇ ਹੁੰਦੇ। ਜਿਹੜੇ ਭਾਂਡੇ ਧਨੀ ਨੇ ਚੋਰੀ ਕੀਤੇ ਹੁੰਦੇ, ਉਹ ਜੱਸੀ ਰਲੇ ਨੂੰ ਲੈ ਜਾਂਦੀ, ਤੇ ਜਿਹੜੇ ਭਾਂਡੇ ਜੱਸੀ ਨੇ ਰਲੇ ਚੋਰੀ ਕੀਤੇ ਹੁੰਦੇ, ਉਹ ਧਨੀ ਨੂੰ ਦੇ ਜਾਂਦੀ। ਰਲੇ ਦੇ ਭਾਂਡੇ ਧਰਮਗੜ੍ਹ ਵਿਕ ਜਾਂਦੇ, ਧਰਮਗੜ੍ਹ ਦੇ ਭਾਂਡੇ ਰਲੇ ਵਿਕ ਜਾਂਦੇ। ਦਰਾਮਦ ਬਰਾਮਦ ਦਾ ਉਹਨਾਂ ਦਾ ਇਹ ਸਿਲਸਿਲਾ ਬਣਿਆ ਰਹਿੰਦਾ ਸੀ। ਇਸ ਬਹਾਨੇ ਜੱਸੀ ਮਾਸੀ ਨੂੰ ਮਿਲ ਵੀ ਜਾਂਦੀ ਤੇ ਕੁੜੀਆਂ ਨਾਲ ਗੱਲਾਂ ਮਾਰ ਜਾਂਦੀ, ਹੱਸ ਖੇਡ ਲੈਂਦੀ। ਪਿੰਡ 'ਚ ਮੁਰੱਬਾਬੰਦੀ ਹੋ ਚੁੱਕੀ ਸੀ। ਧਨਸੂ ਦੀ ਜ਼ਮੀਨ ਚਾਹੇ 4 ਕਿੱਲੇ ਹੋ ਗਈ, ਪਰ ਉਸੇ ਥਾਂ ਸੀ। ਕੱਸੀ ਦਾ ਪਾਣੀ ਲੱਗਦਾ, ਫਸਲ ਬਹੁਤ ਹੁੰਦੀ ਸੀ। ਇਹ ਚੰਗੀ ਉਪਜਾਊ ਜ਼ਮੀਨ ਸੀ। ਕਾਨੂੰ ਸੂ ਦੇ ਮਰਨ ਬਾਅਦ ਤੇਜੋ ਤਾਂ ਫਿਰ ਵੀ ਖੇਤ ਦਾ ਗੇੜਾ ਮਾਰ ਆਉਂਦੀ ਸੀ, ਫਸਲ ਦੀ ਨਿਗਾਹ ਰੱਖਦੀ। ਹੁਣ ਖੇਤ ਕੋਈ ਨਹੀਂ ਜਾਂਦਾ ਸੀ। ਭਾਨੋ ਨੇ ਤਾਂ ਕੀ ਜਾਣਾ ਸੀ, ਧਨੀ ਕਦੇ ਵੀ ਖੇਤ ਨਹੀਂ ਗਿਆ ਸੀ। ਉਹਨੂੰ ਜ਼ਮੀਨ ਦਾ ਮੋਹ ਹੀ ਨਹੀਂ ਸੀ। ਹਿੱਸੇ ਵਾਲੇ ਜਿੰਨਾ ਘਰ ਆ ਕੇ ਸੁੱਟ ਜਾਂਦੇ ਠੀਕ ਸੀ। ਧਨੀ ਨੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ। ਉਹਨੂੰ ਕੋਈ ਉਜਰ ਨਹੀਂ ਸੀ। ਘਰ 'ਚ 7 ਜੀਅ ਹੋਰ ਆ ਜਾਣ ਕਰਕੇ ਤੇ ਧਨੀ ਦੇ ਆਪਣੇ ਨਿੱਤ ਵੱਧਦੇ ਜਾਂਦੇ ਖਰਚ ਕਰਕੇ ਖੇਤ ਦੀ ਫਸਲ ਇੰਨਾ ਭਾਰ ਝੱਲਦੀ ਨਹੀਂ ਸੀ। ਭਾਨੋ ਕਿੱਥੋਂ ਲਿਆਉਂਦੀ ਇੰਨਾ ਪੈਸਾ? ਉਹਦੇ ਪੇਕੇ ਤਾਂ ਆਪ ਟੁੱਟੇ ਹੋਏ ਜੱਟ ਸਨ।
ਉਹਨਾਂ ਜਿੰਮੇ ਤਾਂ ਬਾਣੀਆਂ ਦਾ ਕਰਜ਼ ਸੀ, ਉਹਨਾਂ ਦੀ ਤਾਂ ਜ਼ਮੀਨ ਗਹਿਣੇ ਸੀ। ਧਨੀ ਨੇ ਤਪਿਓਂ ਆੜ੍ਹਤੀਆਂ ਤੋਂ ਲਿਆ ਬਥੇਰਾ ਸਿਰ ਚੜਾ ਰੱਖਿਆ ਸੀ। ਉਹ ਪਿੰਡ ਦੇ ਆਸਾਸੂ ਤੋਂ ਵੀ ਪੈਸੇ ਫੜਦਾ ਰਹਿੰਦਾ। ਆਸਾਸੂ ਧਰਮਗੜ੍ਹ ਪਿੰਡ ਦਾ ਇੱਕ ਮਹਾਜਨੀ ਜੱਟ ਸੀ, ਮਿੱਠਾ ਬੋਲਦਾ ਪਰ ਅੰਦਰੋਂ ਬੰਦਿਆਂ ਦਾ ਲਹੂ ਪੀਣੀ ਜੋਗ। ਉਹਦੇ 4 ਮੁੰਡੇ ਸੀ, ਚਾਰੇ ਵਾਹੀ ਕਰਦੇ। ਆਸਾਸੂ ਕੋਲ ਬਹੁਤ ਸਾਰੇ ਥੋੜੇ ਟੁੱਟੇ ਜੱਟਾਂ ਦੀ ਜ਼ਮੀਨ ਗਹਿਣੇ ਸੀ। ਉਹ ਅਗਲੇ ਸਿਰ ਗਹਿਣਾ ਵਧਾਈ ਜਾਂਦਾ ਤੇ ਆਖਰ ਨੂੰ ਬੈ ਲੈ ਲੈਂਦਾ। ਬਾਪ ਕੋਲੋਂ ਉਹਨੂੰ ਸਿਰਫ 20 ਕੁਮਾਂ ਜ਼ਮੀਨ ਮਿਲੀ ਸੀ। ਇਸ ਵਕਤ ਉਹਦੇ ਕੋਲ ਛੋਟੇ ਕਿਸਾਨਾਂ ਦੀ 80 ਕਿੱਲੇ ਜ਼ਮੀਨ ਸੀ। ਉਹਦੇ ਚਾਰੇ ਮੁੰਡੇ ਸ਼ਰਾਬ ਨਹੀਂ ਪੀਂਦੇ ਸੀ, ਨਾ ਫੀਮ ਖਾਂਦੇ, ਬਸ ਖੇਤਾਂ ਵੱਲ ਧਿਆਨ ਰੱਖਦੇ। ਧਨੀ ਨੇ ਪਹਿਲਾਂ 1 ਕਿੱਲਾ ਗਹਿਣੇ ਦਿੱਤਾ ਆਸਾ ਨੂੰ। ਵਿਆਜ ਪੈਸੇ ਕੱਟੇ ਗਏ, ਹੋਰ ਪੈਸੇ ਧਨੀ ਦੇ ਪੱਲੇ ਪੈ ਗਏ, ਜਿਨ੍ਹਾਂ ਨਾਲ ਉਹਦਾ 1 ਸਾਲ ਵੀ ਨਹੀਂ ਨਿਕਲਿਆ। ਉਹ ਆਸਾਸੂ ਤੋਂ ਫੇਰ ਵਿਆਜੂ ਲੈਣ ਲੱਗਿਆ। 2 ਕੁ ਸਾਲਾਂ ਬਾਅਦ 1 ਕਿੱਲਾ ਹੋਰ ਆਸਾਸੂ ਕੋਲ ਚਲਾ ਗਿਆ। ਪੈਸਾ ਤਾਂ ਤਪਿਓਂ ਵੀ ਆਉਂਦਾ ਸੀ। ਇੰਜ ਵਰੇ ਲੰਘਦੇ ਜਾ ਰਹੇ ਸਨ। ਧਨੀ ਦੀ ਉਮਰ ਵੱਧਦੀ ਜਾਂਦੀ, ਪੈਸਾ ਆਉਂਦਾ ਖੱਡੀ ਵੜ ਜਾਂਦਾ। ਉਧਰ ਕੁੜੀਆਂ ਦੀਆਂ ਲਗਰਾਂ ਦਾ ਅੰਤ ਹਿਸਾਬ ਕੋਈ ਨਹੀਂ ਸੀ। ਭਾਨੂ ਤੜਕੇ ਉੱਠ ਕੇ ਨਿਗਾਹ ਮਾਰਦੀ, ਵੱਡੀਆਂ ਕੁੜੀਆਂ ਮੰਜਿਆਂ ਤੋਂ ਵੱਧ ਲੰਮੀਆਂ ਪਈਆਂ ਦਿਸਦੀਆਂ, ਜਿਵੇਂ ਸਰਾਲਾਂ ਪਈਆਂ ਹੋਣ। ਉਹਨਾਂ ਦੀਆਂ ਭਰਵੀਆਂ ਲੱਤਾਂ ਬਾਹਾਂ ਭਾਨੂ ਨੂੰ ਕੰਬਾ ਛੇੜਦੀਆਂ। ਤੇ ਫਿਰ ਨੌਬਤ ਇੱਥੋਂ ਤੱਕ ਆ ਗਈ ਕਿ ਆਸਾ ਸਿੰਘ ਕੋਲ ਉਹਦੀ 4 ਦੀ 4 ਕਿੱਲੇ 1 ਲੱਖ ਰੁਪਏ 'ਚ ਗਹਿਣੇ ਸੀ ਤੇ ਤਪੇ ਦੇ ਆੜ੍ਹਤੀਏ ਨੂੰ ਉਹਨੇ 50,000 ਦੇਣਾ ਸੀ, ਸਣੇ ਵਿਆਜ। ਉਹਨਾਂ ਦਿਨਾਂ ਵਿੱਚ ਕੀਚਰ ਅਮਲੀ ਦੀ ਗੱਲ ਹੋਈ ਸੀ 4 ਕਿੱਲੇ ਬੈਅ ਕਰਨ ਦੀ। ਆਸਾਸੂ ਦਾ 1 ਲੱਖ ਖਰਾ ਹੋ ਗਿਆ ਤੇ ਆੜ੍ਹਤੀਏ ਨੇ 50,000 ਦੀ ਲਿਖਤ ਉੱਤੇ ਕਾਟਾ ਮਾਰਤਾ। ਘਰ 'ਚ ਜਿਹੜਾ 50,000 ਨਕਦ ਆਇਆ, ਉਹਨਾਂ ਪੈਸਿਆਂ ਨਾਲ ਇੱਕ ਵਾਰ ਤਾਂ ਸਭ ਦੇ ਚਿਹਰਿਆਂ ਉੱਤੇ ਆਬੀ ਆ ਗਈ, ਜਿਵੇਂ ਤੰਗੀਆਂ ਤੁਰਸ਼ੀਆਂ ਦੇ ਦਿਨ ਕਦੋਂ ਦੇ ਲੱਦ ਗਏ ਹੋਣ। ਧਨੀ ਦਾ ਹੱਥ ਖੁੱਲ੍ਹਾ ਸੀ। ਇਹਨਾਂ ਦਿਨਾਂ 'ਚ ਉਹ ਨਾ ਤਾਂ ਭਾਨੂ ਵੱਲ ਅੱਖਾਂ ਕੱਢਦਾ, ਨਾ ਕੁੜੀਆਂ ਵੱਲ ਕੌੜਾ ਝਾਕਦਾ। ਕੁੜੀਆਂ ਦੀਆਂ ਨਿੱਕੀਆਂ ਨਿੱਕੀਆਂ ਮੰਗਾਂ ਸੀ, ਉਹਨੇ ਉਹ ਵੀ ਸਭ ਪੂਰੀਆਂ ਕਰਤੀਆਂ। ਪਰ ਜੱਟਾਂ ਦੇ ਘਰ ਤਾਂ ਖੂਹ ਹੁੰਦੇ ਆ, ਜੱਟਾਂ ਦੇ ਘਰ ਤਾਂ ਖਾਤੇ ਹੁੰਦੇ, ਕਿੰਨੀ ਮਿੱਟੀ ਸੁੱਟੋ ਭਰਦੇ ਨਹੀਂ। 50,000 ਕੀ ਚੀਜ਼ ਸੀ। ਸਰਦਾਰ ਧਨ ਸਿੰਘ ਉਰਫ ਧਨੀ ਪਾਤਸ਼ਾਹ ਸਾਹਮਣੇ 2 ਸਾਲਾਂ 'ਚ ਹੀ ਉੱਡ ਗਿਆ, ਜਿਵੇਂ ਹਥੇਲੀ ਉੱਤੇ ਪਾਣੀ ਦੀ ਸਿੱਲ। ਧਨੀ ਫੇਰ ਉਹੀ ਨੰਗ ਬਨੰਗ। ਉਹਦਾ ਆਪਣਾ ਕਿੰਨਾ ਖਰਚ ਸੀ। 8 ਜਣੀਆਂ ਉਹ ਸੀ, ਉਹ 2 ਵੇਲੇ ਖਾਣ ਨੂੰ ਮੰਗਦੀਆਂ। ਨਾ ਤਾਂ ਹੁਣ ਆਸਾਸੂ ਉਹਨੂੰ ਪੈਸਾ ਦਿੰਦਾ, ਨਾ ਆੜ੍ਹਤੀਏ। ਵਿਆਜੂ ਪੈਸੇ 4 ਕਿੱਲਿਆਂ ਨੂੰ ਮਿਲਦੇ ਸੀ, ਜਿਹੜੇ ਹੁਣ ਉਹਦੇ ਕੋਲ ਨਹੀਂ ਸੀ। ਪਿੰਡ ਦੀਆਂ ਹੱਟਾਂ ਦਾ ਉਧਾਰ ਸਾਲ ਤੋਂ ਵੱਧ ਨਾ ਚੱਲ ਸਕਿਆ, ਉਹ ਵੀ ਜਵਾਬ ਦੇਣ ਲੱਗੇ। ਕੁੜੀਆਂ ਤਾਂ ਹੱਟ ਅੱਗੇ ਖੜੀਆਂ ਹੀ ਰਹਿੰਦੀਆਂ ਸੀ, ਕਦੇ ਕੋਈ ਚੀਜ਼ ਕਦੇ ਕੋਈ ਚੀਜ਼। ਕੀਚਰ ਨੇ 2-4 ਵਾਰ ਤੋਂ ਵੱਧ ਉਹਨੂੰ ਫੀਮ ਨਹੀਂ ਦਿੱਤੀ। ਨਗਦ ਪੈਸੇ ਭਾਲਦਾ ਸੀ, ਸਿਗਰਟ ਬਗੈਰ ਸਰਦਾ ਸੀ, ਪਰ ਉਹਦੀ ਵੀ ਤਲਬ ਸੀ। ਧਨੀ ਦੀ ਜਾਨ ਨਿਕਲਣ ਲੱਗਦੀ। ਜੱਸੀ ਆਈ ਇੱਕ ਦਿਨ। ਉਹ ਗੁਲਾਬੋ ਖਾਤਰ ਮੁੰਡੇ ਦੀ 10 ਪਾ ਰਹੀ ਸੀ। ਮੁੰਡੇ ਨੂੰ 2 ਕਿੱਲੇ ਜ਼ਮੀਨ ਆਉਂਦੀ ਸੀ, ਕੋਈ ਐਬ ਨਹੀਂ ਸੀ, ਬਸ ਖੇਤੀ ਵੱਲ ਧਿਆਨ ਸੀ। ਉਮਰ 'ਚ ਥੋੜਾ ਵੱਡਾ ਸੀ। ਜੱਸੀ ਆਖਰੀ ਸੀ, ਮਾਸੜਾ ਮੁੰਡਾ ਤਾਂ ਵੱਡਾ ਹੀ ਚਾਹੀਦਾ, ਸਾਰੀ ਸੁਰਤ ਹੁੰਦੀ ਹੈ ਉਹਨੂੰ, ਕਬੀਲਦਾਰੀ ਦਾ ਗਿਆਨ ਹੁੰਦਾ ਹੈ। ਛੋਟੀ ਉਮਰ ਦੇ ਤਾਂ ਤਾਣੀ ਉਲਝਾ ਕੇ ਬਹਿ ਜਾਂਦੇ ਆ। ਕੁੜੀਆਂ ਨੂੰ, ਨਵੀਆਂ ਨਬੇਲੀਆਂ ਨੂੰ ਕੁਛ ਪਤਾ ਨਹੀਂ ਹੁੰਦਾ। ਕਿੱਥੋਂ ਦੀ ਗੱਲ ਕਰਦੀ ਆ ਜੱਸੀ? ਭਾਨੂ ਪੱਬਾਂ ਭਾਰ ਬੈਠੀ ਸੀ। ਖਿਆਲਾ ਹੈ ਨਾ, ਮਾਨਸਾ ਕੋਲ, ਉੱਥੋਂ ਦਾ ਹੈ। ਸਾਡੇ ਰਲੇ ਵਾਲਿਆਂ ਦੀ ਸਕੀਰੀ 'ਚੋਂ ਹੈ। ਉਮਰ 30 ਸਾਲ ਹੈ, ਜੱਸੀ ਦੱਸ ਰਹੀ ਸੀ। ਫਿਰ ਗੁਲਾਬੋ ਤਾਂ ਆਪਣੀ ਅਣਗਿਣਤ ਵਰ੍ਹਾ ਹੁਣੇ ਲੰਘੀ ਹੈ, 19ਵਾਂ ਲੱਗਿਆ ਮਸਾਂ। ਭਾਨੂ ਫਿੱਕਾ ਫਿੱਕਾ ਹੱਸ ਰਹੀ ਸੀ। ਫਿਰ ਕੀ ਹੋ ਗਿਆ ਮਾਸੀ, ਨਾਲੇ ਤੁਹਾਡੀ ਕਬੀਲਦਾਰ ਸੰਢੀ ਜਾਊ। ਕਿਵੇਂ ਕਰਨਗੇ ਫਿਰ? ਚੱਲ ਉਮਰ ਦਾ ਕੋਈ ਖਾਸ ਵੱਡਾ ਨਹੀਂ। ਧਨੀ ਦੀ ਦਿਲਚਸਪੀ ਜਾਗਣ ਲੱਗੀ। ਵਿਆਹ ਦਾ ਸਾਰਾ ਖਰਚਾ ਉਹੀ ਕਰ ਦੇਣਗੇ, ਕੁੜੀ ਨੂੰ ਲੀੜਾ ਕੱਪੜਾ ਕਰ ਦੂਗੀ ਜੱਟੀ। ਮੇਰੀ ਗੱਲ ਕਰੀ ਵੀ ਆ। ਭਾਨੂ ਥੋੜਾ ਪਰੇ ਹੋਈ ਤਾਂ ਧਨੀ ਨੇ ਜੱਸੀ ਨੂੰ ਨੇੜੇ ਹੋ ਕੇ ਪੁੱਛਿਆ, ਰੋਕ ਕਿੰਨਾ ਦੇਣਗੇ? ਕਿੰਨਾ ਦਵਾ ਦਿਆਂ ਮਾਸੜਾ? ਆਪਣੀ ਤਾਂ ਉਹਨਾਂ ਨਾਲ ਘਰ ਵਾਲੀ ਗੱਲ ਆ। ਪਹਿਲਾਂ ਉਹਦੀ ਮਾਂ ਉਹਦੇ ਫੌਜੀ ਪਿਓ ਨੇ ਪੈਸੇ ਦੇ ਕੇ ਲਿਆਂਦੀ ਸੀ, ਫਿਰ ਭਾਨੂ ਪੈਸਿਆਂ ਦੀ ਆਈ। ਇਸ ਘਰ ਦਾ ਤਾਂ ਖਾਨਦਾਨੀ ਰਿਵਾਜ ਹੋ ਗਿਆ ਏ। ਕੁੜੀਆਂ ਦਾ ਪੈਸਾ ਕੋਈ ਮਾੜੀ ਗੱਲ ਨਹੀਂ। ਧਨ ਸਿੰਘ ਉਰਫ ਧਨੀ ਨੇ ਮਨ 'ਚ ਝੱਟ ਫੈਸਲਾ ਕਰ ਲਿਆ। ਆਖਣ ਲੱਗਿਆ, 40 ਕਰਾ ਦੇ, ਚੱਲ ਮੁਕਾਬਲੇ। 40 ਤਾਂ ਜ਼ਿਆਦੇ ਆ ਮਾਸੜਾ, ਤੂੰ ਆਪ ਸਿਆਣਾ, ਪਰ ਮੈਂ ਗੱਲ ਕਰ ਲੂੰਗੀ। ਜਿਹੜੀ ਵੀ ਕਰਨੀ ਹੈ ਛੇਤੀ ਕਰ। ਤੈਨੂੰ ਸਭ ਪਤਾ ਹੈ, ਜਿੱਦਾਂ ਦੀ ਜ਼ਮੀਨ ਵੇਚੀ ਹੈ, ਸਾਲਾ ਕੋਈ ਆਨਾ ਉਧਾਰ ਨਹੀਂ ਦਿੰਦਾ। ਭੁੱਖੇ ਮਰਦੇ ਆ ਜੱਸੀ, ਤੈਥੋਂ ਕੀ ਲੁਕੋ ਹੈ? ਮੈਨੂੰ ਪਤਾ ਮਾਸੜਾ, ਤਾਂ ਹੀ ਤਾਂ ਮੈਂ ਆਈ ਹਾਂ। ਉਹਨਾਂ ਦਾ ਘਰ ਵਸਦਾ ਹੋ ਜੂ, ਵਿਚਾਰਿਆਂ ਦਾ ਤੁਹਾਡਾ ਵੀ ਸਰਜੂ, ਸਬੇਤਾ ਲੱਗ ਜੂ। ਮੈਂ ਵੱਧ ਤੋਂ ਵੱਧ ਕਰਾ ਦੂੰਗੀ। ਜਾਵਾਂ ਫਿਰ ਮੈਂ? ਜੱਸੀ ਨੇ ਹਾਂ ਕਹਾਣੀ ਚਾਹੀ। ਹਾਂ, ਚਾਹ ਪੀ ਕੇ ਜਾਈ, ਹੁਣੇ ਜਾ, ਵਾਧਾ ਨਾ ਪੁੱਛ। ਭਾਨੂ ਨਾਲ ਗੱਲ ਕਰਨ ਦੀ ਲੋੜ ਨਹੀਂ, ਆਪਦੀ ਮਾਸੀ ਨਾਲ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮਾਲਵੇ ਦੇ ਪਿੰਡਾਂ 'ਚ ਕੁੜੀਆਂ ਦੇ ਪੈਸੇ ਲੈ ਕੇ ਵਿਆਹ ਕਰਨ ਦਾ ਰਿਵਾਜ ਬਹੁਤ ਘੱਟ ਗਿਆ ਸੀ, ਪਰ ਬਿਲਕੁਲ ਖਤਮ ਨਹੀਂ ਹੋਇਆ ਸੀ। ਟੁੱਟੀ ਕਿਸਾਨੀ ਵਿੱਚ ਹਾਲੇ ਵੀ ਇਹ ਭੈੜਾ ਰਿਵਾਜ ਬਾਕੀ ਸੀ। ਖਿਆਲੇ ਤੋਂ ਸਾਰੇ ਹੀ
10 ਬੰਦੇ ਆਏ। ਗੁਰਦੁਆਰੇ ਲਿਜਾ ਕੇ ਗੁਲਾਬੋ ਦੇ ਆਨੰਦ ਪੜ੍ਹਾਤੇ ਗਏ। ਅਗਵਾੜ ਚੋਂ ਸਰੀਕੇ ਦੇ ਬਹੁਤ ਘੱਟ ਲੋਕ ਸਨ। ਉਹ ਤੜਕੇ ਆਏ ਸੀ। ਉਹਨਾਂ ਨੂੰ ਰੋਟੀ ਖਵਾ ਕੇ ਪਿਛਲੇ ਪੈਰ ਤੋਰਤਾ ਗਿਆ, ਜਦੋਂ ਕਿ ਉਹਨਾਂ ਦਿਨਾਂ 'ਚ ਉਸੇ ਦਿਨ ਬਰਾਤ ਮੁੜਨ ਦਾ ਰਿਵਾਜ ਹਾਲੇ ਨਹੀਂ ਪਿਆ ਸੀ। ਉਹ 20,000 ਰੁਪਇਆ ਇੱਕ ਦਿਨ ਪਹਿਲਾਂ ਆ ਕੇ ਧਨੀ ਦੀ ਝੋਲੀ ਪਾ ਗਏ। ਜੱਸੀ ਨਾਲ ਆਈ ਸੀ। ਭਾਨੋ ਬੋਲਣ ਜੋਗੀ ਨਹੀਂ ਰਹਿ ਗਈ ਸੀ। ਕਿਹੜੇ ਜ਼ੋਰ ਤੇ ਬੋਲਦੀ ਉਹ, ਪਰ ਉਹਦੇ ਸੁਪਨੇ 'ਚ ਵੀ ਇਹ ਗੱਲ ਨਹੀਂ ਸੀ ਕਿ ਉਹਦੀ ਧੀ ਕਦੇ ਇੰਜ ਬਾਹੋਂ ਫੜ ਕੇ ਘਰੋਂ ਤੋਰਤੀ ਜਾਊਗੀ, ਜਿਵੇਂ ਕੋਈ ਗਾਂ ਮੱਝ ਦਾ ਰੱਸਾ ਅਗਲੇ ਨੂੰ ਫੜਾ ਦਿੰਦਾ ਹੋਵੇ। ਤੇ ਫਿਰ ਧਨੀ ਲਈ ਉਹੀ ਦਿਨ ਪਰਤ ਆਏ ਸਨ, ਜਿਹੜੇ ਦਿਨ ਕਦੇ 4 ਕਿੱਲੇ ਦੀ ਰਜਿਸਟਰੀ ਕਰਾਉਣ ਬਾਅਦ ਉਹਨੂੰ ਮਿਲੇ ਸਨ। ਪਰ ਇੱਕ ਗੱਲ ਸੀ, ਹੁਣ ਉਹ ਖਾਸਾ ਸੰਭਲ ਗਿਆ ਸੀ, ਖਰਚ ਘਟਾ ਲਿਆ। ਮੈਸ ਘਰ 'ਚ ਨਹੀਂ ਰਹਿ ਗਈ ਸੀ। ਚਾਹ ਵਾਸਤੇ ਮੁੱਲ ਦਾ ਦੁੱਧ ਲਿਆਂਦਾ ਜਾਂਦਾ। ਉਹਨੇ ਸ਼ਰਾਬ ਛੱਡਤੀ, ਕਦੇ ਪੀਂਦਾ। ਸਿਗਰਟ ਬਹੁਤ ਸਸਤਾ ਨਸ਼ਾ ਸੀ। ਹਾਂ, ਫੀਮ ਦੀ ਮਾਤਰਾ ਬੱਝਵੀਂ ਕਰਤੀ। ਭਾਨੋ ਮਹੀਨੇ ਭਰ ਦੇ ਇੱਕੋ ਜਿਹੇ ਮਾਵੇ ਬਣਾ ਕੇ ਰੱਖਦੀ। ਸਸਤੀ ਸਬਜ਼ੀ ਰਿੰਨੀ ਜਾਂਦੀ, ਕੱਦੂ ਜਾਂ ਆਲੂ, ਨਹੀਂ ਤਾਂ ਧੋਤੀ ਮੂੰਗੀ ਦੀ ਦਾਲ ਚੱਲਦੀ ਰਹਿੰਦੀ ਸੀ। ਕੁੜੀਆਂ ਦੇ ਮੂੰਹ ਬੰਦ ਹੋ ਚੁੱਕੇ ਸੀ। ਉਹ ਭਾਨੋ ਤੋਂ ਹੌਲੀ ਬੋਲ ਕੇ ਕੋਈ ਚੀਜ਼ ਮੰਗਦੀਆਂ ਉਹਨਾਂ ਦਾ ਆਪ ਹੱਟਾਂ ਉੱਤੇ ਜਾਣਾ ਬੰਦ ਕਰਤਾ ਗਿਆ। ਫਫੜਿਆਂ ਵਾਲੇ 3 ਭਾਈ ਸਨ, ਤਿੰਨੇ ਛੜੇ। ਵੱਡਾ 40 ਨੂੰ ਟੱਪ ਚੁੱਕਿਆ ਸੀ। ਛੋਟੇ ਉਹ ਤੋਂ 2-2, 4-4 ਸਾਲ ਦੀ ਵਿੱਥ ਨਾਲ ਸਨ। ਉਹਨਾਂ ਕੋਲ 6 ਕਿੱਲੇ ਜ਼ਮੀਨ ਸੀ। ਵੱਡਾ ਨਾਜਰ ਫੀਮ ਵੇਚਦਾ ਸੀ, ਆਪ ਫੀਮ ਨਹੀਂ ਖਾਂਦਾ ਸੀ। ਇਸ ਕੰਮ 'ਚੋਂ ਉਹਨੇ ਬਹੁਤ ਪੈਸਾ ਬਣਾ ਲਿਆ ਸੀ। ਬੁੜਾ ਬੁੜੀ ਕੋਈ ਨਹੀਂ ਸੀ। ਨਾਜਰ ਹੀ ਕਾਰ ਮੁਖਤਿਆਰ ਸੀ। ਉਹ ਵਿਹਲਾ ਰਹਿੰਦਾ। ਛੋਟੇ ਬਿੱਲੂ ਤੇ ਪੀਤਾ ਖੇਤੀ ਦਾ ਕੰਮ ਕਰਦੇ। ਸਾਰੇ ਸੰਦ ਸੀ ਉਹਨਾਂ ਕੋਲ। ਪੀਤਾ ਰੋਟੀ ਟੁੱਕ ਦਾ ਕੰਮ ਵੀ ਕਰਦਾ ਹੈ। ਇਹਨਾਂ ਦੇ ਘਰ ਬੋਹੇ ਤੋਂ ਜੱਸੀ ਦੀ ਨਣਦ ਦਾ ਜੇਠ ਵਿਆਹਿਆ ਹੋਇਆ ਸੀ। ਉਹ ਕੁੜੀ ਨਾਜਰ ਤੋਂ ਵੀ ਵੱਡੀ ਸੀ। ਜੱਸੀ ਦਾ ਫਫੜੀ ਆਉਣਾ ਜਾਣ ਸੀ। ਜਿੱਥੇ ਵੀ ਉਹ ਜਾਂਦੀ ਅਗਲੇ ਦਾ ਕੋਈ ਭਾਂਡਾ ਜ਼ਰੂਰ ਚੁੱਕ ਲਿਆਉਂਦੀ। ਇਹ ਉਹਨੂੰ ਰੱਸੇ ਚੱਬਣ ਦੀ ਪੱਕੀ ਵਾਣ ਸੀ। ਹੋਰ ਨਹੀਂ ਤਾਂ ਸੁੱਥਣ ਦੇ ਨੇਫੇ 'ਚ ਕੌਲੀ ਗਲਾਸੀ ਢੰਗ ਲੈਂਦੀ। ਜੱਸੀ ਨੇ ਨਾਜਰ ਤੋਂ 30,000 ਦਵਾਇਆ ਤੇ ਉਹ ਮਤਾਬੋ ਨੂੰ ਵਿਆਹ ਕੇ ਲੈ ਗਿਆ। ਇਹ ਗੱਲ ਗੁਲਾਬੋ ਦੇ ਵਿਆਹ ਤੋਂ 2 ਕੁ ਸਾਲ ਬਾਅਦ ਦੀ ਸੀ। ਜੱਸੀ ਬਹੁਤ ਗੁਣੀ ਸੀ। ਉਹ ਜਿਸ ਕੰਮ ਦੇ ਮਗਰ ਪੈ ਜਾਂਦੀ ਸਿਰੇ ਲਾ ਕੇ ਹਟਦੀ। ਨਾਜਰ ਸਿਆਣੀ ਉਮਰ ਦਾ ਸੀ, ਫਿਰ ਫੀਮ ਦਾ ਵਪਾਰੀ। ਉਹਨੇ ਜੱਸੀ ਨੂੰ ਪੂਰਾ ਭਲੋ ਰੱਖਿਆ ਸੀ। ਉਹਨੂੰ ਲਾਲਚ ਵੀ ਦਿੱਤਾ। ਇਹੀ ਤਾਂ ਉਹ ਚਾਹੁੰਦੀ ਸੀ। ਨਾਜਰ ਦੇ ਛੋਟੇ ਦੋਵੇਂ ਵੀ ਵਿਆਹ ਲਏ। ਇਸ ਵਾਰ ਜੱਸੀ ਨੇ ਧਨੀ ਦੇ ਪੱਲੇ 25,000 ਵੀ ਪਵਾਇਆ। ਵਿਚਾਲੜਾ ਬਿੱਲੂ ਪੰਜਾਬੋ ਨੂੰ ਲੈ ਗਿਆ। ਪੀਤਾ ਵੱਡੀ ਟਿੱਡੇ ਨੂੰ। ਧਨੀ ਨੂੰ ਲੱਗਦਾ ਸੀ 4 ਕਿੱਲਿਆਂ ਦੀ ਕਮਾਈ ਨਾਲੋਂ 4 ਕੁੜੀਆਂ ਨੇ ਕਮਾਈ ਵੱਧ ਦਿੱਤੀ ਹੈ। ਕੁੜੀਆਂ ਦੀ ਖੇਤੀ ਕਿੰਨੀ ਉੱਤਮ ਹੈ। ਉਹਨੂੰ ਇਹ ਵੀ ਤਸੱਲੀ ਸੀ ਕਿ ਉਹ ਚੰਗੇ ਘਰੀ ਗਈਆਂ ਹਨ, ਖਾਂਦੀਆਂ ਹਨ, ਪੀਂਦੀਆਂ ਹਨ, ਮੌਜਾਂ ਕਰਦੀਆਂ ਨੇ। ਪੈਸੇ ਲੈ ਲਏ ਤਾਂ ਕਿ ਉਹਨਾਂ ਨੂੰ ਨਰਕ 'ਚ ਤਾਂ ਨਹੀਂ ਸੁੱਟਿਆ। ਆਪਣੀ ਵੱਡੀ ਸਾਲੀ ਦੀ ਕੁੜੀ ਜੱਸੀ ਦੇ ਗੁਣ ਗਾਉਂਦਾ ਤੇ ਉਹਨੂੰ ਅਸੀਸਾਂ ਦਿੰਦਾ। ਮਨ ਝਾਕਦਾ ਜੱਸੀ ਨੇ ਤਾਂ ਜਿਉਂਦਿਆਂ 'ਚ ਕਰਤਾ, ਨਹੀਂ ਤਾਂ ਸਾਰਾ ਟੱਬਰ ਭੁੱਖਾ ਮਰ ਜਾਂਦਾ। ਉਹਨੂੰ ਹੰਕਾਰ ਸੀ ਕਿ ਉਹਦੇ ਕੋਲ 3 ਕੁੜੀਆਂ ਦੀ ਪੂੰਜੀ ਹੋਰ ਹੈ। ਉਹਨਾਂ ਤਿੰਨਾਂ ਕਰਕੇ ਉਹ 5-7 ਸਾਲ ਵਧੀਆ ਨਿਕਲ ਜਾਣਗੇ। ਅੱਗੇ ਰੱਬ ਭਲੀ ਕਰੇਗਾ। ਜੱਸੀ ਦੀ ਲੋੜ ਨਹੀਂ ਰਹੀ ਸੀ। ਖਿਆਲੇ ਵਾਲੇ ਕੁੜੀ ਗੁਲਾਬੋ ਹੀ ਛੋਟੀ ਟਿੱਡਾ ਤੇ ਵੱਡੀ ਮਾਊ ਦਾ ਸਾਕ ਖਿਆਲੇ ਵਾਲੇ ਦੀਆਂ 2 ਸਕੀਰੀਆਂ 'ਚ ਲੈ ਗਈ। ਇੱਕ ਮੁੰਡਾ ਤਾਂ ਮੱਤੀ ਦਾ ਸੀ। ਉਹਦੀ ਉਮਰ 30-32 ਸਾਲ ਸੀ, ਜਦਕਿ ਛੋਟੀ ਟਿੱਡਾ ਹਾਲੇ 17 ਸਾਲ ਦੀ ਮਸਾਂ ਸੀ। ਦੂਜਾ ਮੁੰਡਾ ਸੀ ਖੀਵੇ ਦਾ। ਇਹ ਮੁੰਡਾ ਵੀ 35 ਸਾਲ ਤੋਂ ਘੱਟ ਨਹੀਂ ਸੀ। ਵੱਡੀ ਮਾਊ ਨੂੰ 15ਵਾਂ ਲੱਗਿਆ ਸੀ। ਦੇਖਣ 'ਚ ਉਹ ਖਾਸੀ ਵੱਡੀ ਲੱਗਦੀ। ਅੰਗਾਂ ਪੈਰਾਂ ਦੀ ਖੁੱਲੀ ਸੀ। ਉਹ ਦੋਵੇਂ ਮੁੰਡੇ ਗੁਲਾਬੋ ਦੀਆਂ ਦੋਵੇਂ ਨਣਦਾਂ ਦੇ ਸੀ। ਉਹ 3 ਭਾਈ ਸਨ। ਵਿਆਹਿਆ ਇੱਕ ਵੀ ਨਹੀਂ ਸੀ। ਜਿਹਨਾਂ ਨੂੰ ਉਹ ਸਾਕ ਲੈ ਕੇ ਗਈ ਉਹ ਦੋਵੇਂ ਆਪਣੇ ਟੱਬਰਾਂ ਦੇ ਛੋਟੇ ਮੁੰਡੇ ਸਨ। ਦੋਵਾਂ ਕੋਲ ਜ਼ਮੀਨਾਂ ਥੋੜ੍ਹੀਆਂ ਸਨ, ਪਰ ਉਹ ਹਿੱਸੇ ਠੇਕੇ ਤੇ ਲੈ ਕੇ ਖੱਬੀ ਖਾਨ ਖੇਤੀ ਕਰਦੇ। ਦੋਵਾਂ ਨੇ ਪੈਸਿਆਂ ਦਾ ਪ੍ਰਬੰਧ ਤੁਰਤ ਫੁਰਤ ਕੀਤਾ ਸੀ। ਆੜ੍ਹਤੀ ਉਹਨਾਂ ਨੂੰ ਕਿਸੇ ਗੱਲੋਂ ਜਵਾਬ ਨਹੀਂ ਸੀ ਦਿੰਦੇ। ਗੁਲਾਬੋ ਦੀ ਪੂਰੀ ਚੜ੍ਹਤ ਸੀ। ਉਹਨੇ ਮੱਤੀ ਦੇ ਖੀਵੇ ਵਾਲਿਆਂ ਦੇ ਘਰ ਵਸਾਏ ਸਨ। ਉਧਰ ਆਪਣੇ ਬਾਪ ਧਨ ਸਿੰਘ ਨੂੰ ਹੋਰ ਜਿਉਂਦਾ ਕਰਤਾ ਸੀ। ਦੋਵੇਂ ਵਿਆਹ ਇਕੱਠੇ ਇੱਕੋ ਦਿਨ ਦੇ ਸੀ। ਇਹ ਵਿਆਹ ਵੱਡੀ ਟਿੱਡਾ ਦੇ ਵਿਆਹ ਤੋਂ 5-7 ਸਾਲ ਪਿੱਛੋਂ ਹੀ ਹੋਏ ਸੀ। ਹੁਣ ਘਰ 'ਚ ਇੱਕੋ ਕੁੜੀ ਰਹਿ ਗਈ ਸੀ, ਛੋਟੀ ਮਾਊ, ਜਿਵੇਂ ਧਨਸੂ ਲਈ ਦੱਬਿਆ ਹੋਇਆ ਖਜ਼ਾਨਾ ਹੋਵੇ। ਉਹਦੀ ਵਿਉਂਤ ਸੀ ਕਿ ਉਹਨੂੰ ਉਹ ਖਾਸੀ ਵੱਡੀ ਕਰਕੇ ਵਿਆਹੇਗਾ, ਉਦੋਂ ਜਦੋਂ ਕਿਸੇ ਖਾਂਦੇ ਪੀਂਦੇ ਘਰ ਉਹਦੀ ਬਹੁਤ ਲੋੜ ਹੋਈ। ਤੇ ਜਦੋਂ ਆਪ ਉਹ ਪੈਸੇ ਟਕੇ ਵੱਲੋਂ ਪੂਰਾ ਤੰਗ ਹੋਇਆ, ਉਦੋਂ ਤਾਂ ਇਹ ਕੁੜੀ ਰੜੇ ਮੈਦਾਨ 'ਚ ਬੱਦਲਾਂ ਵਾਂਗ ਵਰੇਗੀ। ਪਰ ਧਨ ਸਿੰਘ ਧਨੀ ਨੂੰ ਉਹ ਦਿਨ ਵੇਖਣਾ ਨਸੀਬ ਨਹੀਂ ਹੋਇਆ। ਉਹ ਪਹਿਲਾਂ ਹੀ ਜਹਾਨ ਤੋਂ ਤੁਰਦਾ ਬਣਿਆ। ਗੁਲਾਬੋ ਨੇ ਅਸਲ 'ਚ ਪਿਓ ਨੂੰ ਦੋਵਾਂ ਕੁੜੀਆਂ ਦੇ ਪੈਸੇ ਦਵਾ ਕੇ ਜਿਉਂਦਾ ਨਹੀਂ ਕੀਤਾ, ਉਹਨੂੰ ਮਾਰਤਾ ਸੀ। ਇਹਨਾਂ ਦੋਵਾਂ ਦਾ ਉਹਨੂੰ 20,000 ਮਿਲਿਆ ਸੀ। 40,000 ਨੇ ਉਹਦੇ 'ਚ ਗੁਮਾਨ ਭਰਤਾ, ਜਿਵੇਂ ਪੈਸਾ ਉਹਦੇ ਕੋਲੋਂ ਕਦੇ ਖਤਮ ਹੀ ਨਹੀਂ ਹੋਏਗਾ। ਪਹਿਲਾਂ ਤਾਂ ਕਦੇ ਥੋੜ੍ਹੀ ਸ਼ਰਾਬ ਪੀਂਦਾ ਸੀ, ਫਿਰ ਨਿੱਤ ਤੇ ਬਹੁਤੀ ਪੀਣ ਲੱਗਿਆ। ਬਾਹਰੋਂ ਪੀ ਕੇ ਆਇਆ ਕਰੇ। ਗਰਮੀਆਂ ਦਾ ਕੋਈ ਮਹੀਨਾ ਸੀ। ਇੱਕ ਰਾਤ
ਉਹਦੀ ਬਹੁਤੀ ਪੀਤੀ ਹੋਈ ਸੀ। ਰੋਟੀ ਖਾ ਕੇ ਗੁੰਮ-ਸੁੰਮ ਜਿਹਾ ਉਹ ਕੋਠੇ ਉੱਤੇ ਮੰਜੇ ਢਾ ਕੇ ਪੈ ਗਿਆ। ਮੰਜਾ ਬਨੇਰੇ ਨਾਲ ਸੀ। ਰਾਤ ਨੂੰ ਕਿਤੇ ਉਹ ਪਿਸ਼ਾਬ ਕਰਨ ਉੱਠਿਆ, ਦਾਰੂ ਦਾ ਨਸ਼ਾ ਉਤਰਿਆ ਨਹੀਂ ਸੀ। ਦੂਜੇ ਪਾਸੇ ਜਾਣ ਦੀ ਥਾਂ ਉਹ ਬਨੇਰੇ ਵੱਲ ਹੋ ਗਿਆ। ਅੱਖਾਂ ਮੀਚੀਆਂ ਸੀ। ਬਨੇਰਾ ਪੱਧਰ ਜਿਹਾ ਸੀ। ਬਨੇਰਾ ਟੱਪ ਕੇ ਜਿਵੇਂ ਉਹਨੇ ਕੋਠੇ ਦੀ ਛੱਤ ਉੱਤੇ ਪੈਰ ਧਰਿਆ ਹੋਵੇ। ਉਹਦਾ ਪੈਰ ਬਨੇਰੇ ਤੋਂ ਥੱਲੇ ਜਾ ਪਿਆ। ਨਾਲ ਦੀ ਨਾਲ ਉਹ ਬੋਰੀ ਵਾਂਗ ਉਲਟ ਗਿਆ। ਵਿਹੜੇ ਦੀ ਪੱਕੀ ਮਿੱਟੀ ਉੱਤੇ ਉਹਦੀ ਦੇਹ ਦਾ ਖਾਸਾ ਖੜਕਾ ਹੋਇਆ ਸੀ, ਜਿਵੇਂ ਕੋਈ ਭਾਰੀ ਚੀਜ਼ ਕੋਠੇ ਤੋਂ ਡਿੱਗੀ ਹੋਵੇ। ਭਾਨੋ ਤੇ ਕੁੜੀ ਨੂੰ ਜਾਗ ਆ ਗਈ। ਭੜਕ ਦੇ ਕੇ ਅੱਖ ਖੁੱਲੀ ਸੀ। ਦੇਖਿਆ ਤਾਂ ਉਹ ਗਲ ਪਰਨੇ ਪੁੱਠਾ ਹੋਇਆ ਪਿਆ ਸੀ। ਉਹਦੀ ਗਰਦਨ ਦਾ ਮਣਕਾ ਟੁੱਟ ਗਿਆ ਸੀ। ਨਾਲ ਦੀ ਨਾਲ ਉਹਦੀ ਜਾਨ ਨਿਕਲ ਗਈ। ਮਾਂ ਧੀ ਨੇ ਉਹਨੂੰ ਹਿਲਾ ਕੇ ਦੇਖਿਆ ਸੀ, ਪਰ ਉਹ ਤਾਂ ਲੋਥ ਸੀ। ਅੱਧੀ ਰਾਤ ਉਹ ਕਿਹਨੂੰ ਬੁਲਾਉਂਦੀਆਂ, ਕਿਹਨੂੰ ਚੀਕਾਂ ਮਾਰ ਕੇ ਦਿਖਾਉਂਦੀਆਂ। ਦਿਨ ਹਾਲੇ ਚੜ੍ਹਿਆ ਨਹੀਂ ਸੀ ਜਦੋਂ ਭਾਨੋ ਨੇ ਉੱਚੇ ਬੋਲ ਕੱਢ ਅਗਵਾੜ ਇਕੱਠਾ ਕਰ ਲਿਆ। ਮਾਂ ਧੀ ਨੂੰ ਲੱਗਿਆ ਸੀ ਕਿ ਬਹੁਤ ਮਾੜਾ ਹੋਇਆ। ਹੁਣ ਉਹ ਕਿਹਦੇ ਸਹਾਰੇ ਦਿਨ ਕੱਟਣਗੀਆਂ। ਮਾਂ ਧੀ ਨੂੰ ਇਹ ਵੀ ਲੱਗਿਆ ਕਿ ਚੰਗਾ ਹੋਇਆ ਰਿੱਛ ਕੋਲੋਂ ਉਹਨਾਂ ਦੀ ਜਾਨ ਛੁੱਟ ਗਈ। ਹੁਣ ਉਹ ਆਜ਼ਾਦ ਹੋ ਗਈਆਂ, ਆਪਣੇ ਢੰਗ ਦਾ ਜੀਵਨ ਬਤੀਤ ਕਰਨਗੀਆਂ। ਭਾਨੋ ਦੇ ਘਰ ਸਾਰੀਆਂ ਕੁੜੀਆਂ ਆਉਂਦੀਆਂ ਸੀ। ਪ੍ਰਾਹੁਣੇ ਆਉਂਦੇ, ਕੋਈ ਨਾ ਕੋਈ ਆਇਆ ਹੀ ਰਹਿੰਦਾ। ਪ੍ਰਾਹੁਣੇ ਸੱਸ ਦੀ ਮਦਦ ਕਰਦੇ। 6 ਦੇ 6 ਪ੍ਰਾਹੁਣੇ, ਜਿਵੇਂ ਭਾਨੋ ਦੇ ਜਵਾਈ ਨਹੀਂ ਪੁੱਤ ਹੋਣ। ਦਿਨ ਪਾ ਕੇ ਕਦੀ ਕੋਈ ਧਨੀ ਦੀ ਗੱਲ ਨਹੀਂ ਛੇੜਦਾ ਸੀ। ਦਿਨ ਪਾ ਕੇ ਉਹ ਸਭ ਨੂੰ ਭੁੱਲਣ ਲੱਗਿਆ ਸੀ। ਦਿਨ ਪੈਂਦੇ ਗਏ। ਛੋਟੀ ਮਾਊ 20 ਸਾਲ ਦੀ ਹੋ ਗਈ। ਖਿਆਲੇ ਵਾਲਾ ਵੱਡਾ ਪ੍ਰਾਹੁਣਾ ਬਹੁਤ ਸਾਊ ਤੇ ਸਮਝਦਾਰ ਸੀ। ਉਹ ਛੋਟੀ ਮਾਊ ਨੂੰ ਪਿਓ ਵਾਂਗ ਸੀ। ਉਹਨੇ ਮਾਨਸਾ ਵੱਲ ਮਾਈਸਰ ਖਾਨਾ ਪਿੰਡ ਵਿੱਚ ਆਪਣੀ ਸਕੀਰੀ ਦਾ ਇੱਕ ਮੁੰਡਾ ਲੱਭਿਆ। ਮਾਊ ਦੇ ਹਾਣ ਪ੍ਰਵਾਨ ਸੀ। ਬਸ 20-22 ਸਾਲ ਦਾ ਹੋਏਗਾ। ਖੇਤੀ ਦਾ ਕੰਮ ਨਹੀਂ ਕਰਦਾ ਸੀ। ਸੜਕ ਤੋਂ ਥੋੜਾ ਹਟ ਕੇ ਉਹਦਾ ਮੁਰਗੀ ਖਾਨਾ ਸੀ। ਉਹਨੂੰ ਚੰਗੀ ਆਮਦਨ ਸੀ। ਭਈਏ ਨੌਕਰ ਚਾਕਰ ਰੱਖੇ ਹੋਏ ਸੀ। ਉਂਝ ਥੋੜੀ ਘਣੀ ਜ਼ਮੀਨ ਵੀ ਸੀ। ਇਕੱਲਾ ਮੁੰਡਾ ਸੀ। ਕੋਈ ਭੈਣ ਭਰਾ ਨਹੀਂ ਸੀ। ਪਿਓ ਵੀ ਨਹੀਂ ਸੀ। ਮਾਂ ਸੀ। ਬੁੜੀ ਤਕੜੀ ਸੀ। ਪਿੰਡ 'ਚ ਚੰਗਾ ਮਕਾਨ ਸੀ। ਸੁਰਿੰਦਰ ਤੇ ਮਾਊ ਦੀ ਵਧੀਆ ਜੋੜੀ ਬਣੀ। ਮਾਊ ਜੀ ਦਾ ਨਾਂ ਹੁਣ ਸੁਰਜੀਤ ਕੌਰ ਸੀ। ਉਹਦੇ ਵਿਆਹ ਲਈ 6 ਜਵਾਈਆਂ ਨੇ ਪੈਸੇ ਇਕੱਠੇ ਕੀਤੇ। ਜਨ ਦੇ 50 ਬੰਦੇ ਆਏ। ਉਹਨਾਂ ਦੀ ਵਧੀਆ ਸੇਵਾ ਕੀਤੀ ਗਈ। ਕੁੜੀ ਨੂੰ ਕੁੱਲ ਕੱਪੜਾ ਲੀੜਾ ਦਿੱਤਾ। ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦਿਨਾਂ 'ਚ ਕੁੜੀਆਂ ਨੂੰ ਦਿੱਤੀਆਂ ਜਾਂਦੀਆਂ ਸੀ। ਸੱਸ ਚੰਗੀ ਸੀ। ਦਿਨਾਂ 'ਚ ਹੀ ਕੁੜੀ ਨੂੰ ਸਭ ਰੰਗ ਭਾਗ ਲੱਗ ਗਏ। ਸੁੰਨੇ ਵਿਹੜੇ 'ਚ ਜਵਾਕਾਂ ਦੀਆਂ ਚੀਕਾਂ ਸੁਣਾਈ ਦੇਣ ਲੱਗੀਆਂ। ਧਰਮਗੜ੍ਹ ਪਿੰਡ 'ਚ ਭਾਨੋ ਦਾ ਬਹੁਤ ਥੋੜਾ ਖਰਚ ਸੀ। ਇਹ ਸਭ ਉਹਨੂੰ ਕੁੜੀਆਂ ਦਿੰਦੀਆਂ ਰਹਿੰਦੀਆਂ ਸੀ। ਕਿਸੇ ਵੀ ਕੁੜੀ ਦੇ ਘਰ 'ਚ ਕੋਈ ਕਮੀ ਨਹੀਂ ਸੀ। ਧੰਨਵਾਦ।